ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤਿਸ ਕੀ ਸ਼ਰਣੀ ਪਰਮਣਾ ਜਿਸ ਜੀਵੜ ਆਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨਾ ਮੂਲੇ ਹੋਏ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਇਲੀ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਇਲੀ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਇਲੀ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵੇਖੈ ਜੰਜਾਲ ਤੇਰਾ ਕਾਜ ਨਾ ਗ੍ਰਹਿ ਰਾਜ ਮਾਲ ਤੇਰਾ ਕਾਜ ਨਾ ਵੇਖੈ ਜੰਜਾਲ ਇਸ਼ਟ ਮੀਤ ਜਾਨ ਸਭ ਛੜੈ ਹਰ ਹਰ ਨਾਮ ਸੰਗ ਤੇਰਾ ਚੱਲੈ ਇਸ਼ਟ ਮੀਤ ਜਾਣ ਸਭ ਚਲੈ ਹਰ ਹਰ ਨਾਮ ਸੰਗ ਤੇਰਾ ਚੱਲੈ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਇਲੀ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਬਿਨ ਹਾਰ ਸਗਲ ਨਿਰਾਰਥ ਕਾਮ ਸੋਇ ਨਾ ਰੋਪਾ
ਮਾਟੀ ਦਾਮ ਬਿਨ ਹਰ ਸਗਲ ਨਿਰਾਰਥ ਕਾਮ ਸੋਇ ਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾਂ ਉਹਾਂ ਤੇਰੋ ਉਜਲ ਮੁਖਾ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾਂ ਉਹਾਂ ਤੇਰੋ ਉਜਲ ਮੁਖਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਹਰ ਸਿਮਰਤ ਤੇਰੀ ਲਾਜ ਹੈ ਹਰ ਸਿਮਰਤ ਜਮ ਕਛ ਨਾ ਕਹੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਇਲੀ ਮੀਤਾ ਹਰ ਸਿਮਰਤ ਤੇਰੀ ਸਾਜ ਰਹੈ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨ ਕੀਏ ਕਾਜ ਮਾਇਆ ਪੂਰੀ ਹਰ ਹਰ ਨਾਮ ਜਪੈ ਜਾਨ ਕੋਏ ਤਾਕੀ ਆਸਾ ਪੂਰਨ ਹੋਏ ਹਰ ਹਰ ਨਾਮ ਜਪੈ ਜਨ ਕੋਇ ਤਾਕੀ ਆਸਾ ਪੂਰਨ ਹੋਈ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਇਲੀ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਭਗਤਨ ਕੋ ਨਾਮ ਆਧਾਰ ਸ਼ਾਂਤੀ ਜੀਤਾ ਜਨਮ ਅਪਾਰ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾਕੈ ਕੁਰਬਾਨ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾਕੈ ਕੁਰਬਾਨ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਹਰ ਸਿਮਰਤ ਤੇਰੀ ਲਾਜ ਰਹੈ
ਦਾਤਾ ਹਰ ਸਿਮਰਤ ਤੇਰੀ ਲਾਜ ਰਹੈ। ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਰਾਮਕਲੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਹੁਣ ਆਪਾਂ ਇੱਕ ਇੱਕ ਪੰਕਤੀ ਪੜ੍ਹ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰਾਮਕਲੀ ਮਹਿਲਾ ਪੰਜਵਾਂ। ਤੇਰਾ ਕਾਜ ਨਾ ਗ੍ਰਹਿ ਰਾਜਮਾਲ, ਤੇਰਾ ਕਾਜ ਨਾ ਬਿਖੈ ਜੰਜਾਲ। ਇਸ਼ਟ ਮੀਤ ਜਾਨ ਸਭ ਛਲੈ, ਹਰ ਹਰ ਨਾਮ ਸੰਗ ਤੇਰਾ ਚੱਲੈ। ਇਹ ਸ਼ਬਦ ਦਾ ਪਹਿਲਾ ਪਦ ਹੈ। ਇੱਥੇ ਦੋ ਡੰਡੀਆਂ ਦੇ ਵਿਚਾਲੇ ਇੱਕ ਆ ਗਿਆ, ਭਾਵ ਕਿ ਇਹ ਸ਼ਬਦ ਦਾ ਪਹਿਲਾ ਪਦ ਇੱਥੇ ਤੱਕ ਪੂਰਾ ਹੋ ਗਿਆ। ਹਾਂਜੀ, ਸ਼ਬਦ ਦੇ ਹੁਣ ਪਹਿਲੇ ਪਦ ਦੀ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਤੇਰਾ ਕਾਜ ਨਾ ਗ੍ਰਹਿ ਰਾਜਮਾਲ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਜੇ ਤੇਰੇ ਪੱਲੇ ਸੱਚ ਨਹੀਂ, ਜੇ ਤੂੰ ਪ੍ਰਮਾਤਮਾ ਨਾਲ ਟੁੱਟਿਆ ਹੋਇਆ ਹੈ, ਤਾਂ ਤੇਰਾ ਕਾਜ ਨਾ ਗ੍ਰਹਿ ਰਾਜਮਾਲ। ਫਿਰ ਤੇਰਾ ਘਰ, ਗ੍ਰਹਿ ਦਾ ਅਰਥ ਘਰ, ਰਾਜ ਮਾਲ ਦਾ ਅਰਥ ਜਿੰਨੀ ਤੇਰੀ ਪ੍ਰੋਪਰਟੀ, ਪਦਾਰਥਵਾਦ, ਮਟੀਰੀਅਲ ਇਜ਼ਮ, ਇਹ ਕਿਸੇ ਕੰਮ ਨਹੀਂ। ਜੇ ਟੁੱਟਿਆ ਹੋਇਆ ਸੱਚ ਨਾਲੋਂ, ਜੇ ਪ੍ਰਮਾਤਮਾ ਦੀ ਯਾਦ ਤੇਰੇ ਪੱਲੇ ਨਹੀਂ, ਤਾਂ ਯਾਦ ਰੱਖਿਓ ਤੇਰਾ ਕਾਜ ਨਾ ਗ੍ਰਹਿ ਰਾਜਮਾਲ। ਜੇ ਸੱਚ ਪੱਲੇ ਨਹੀਂ, ਘਰ ਤਾਂ ਬਹੁਤ ਸੋਹਣਾ ਹੈ, ਪਰ ਘਰੇ ਚੱਲਦੀਆਂ ਬਦਫੈਲੀਆਂ, ਘਰੇ ਸ਼ਰਾਬਾਂ ਦੇ ਦੌਰ ਚੱਲਦੇ ਹੈ, ਗੰਦੇ ਗੀਤ ਚੱਲਦੇ ਹੈ, ਜਾਂ ਕਿਸੇ ਤਰ੍ਹਾਂ ਦਾ ਵੀ ਕੁਝ ਲੜਾਈ ਝਗੜਾ ਬੇਇਤਫਾਕੀ, ਐਸਾ ਘਰ ਕਿਸੇ ਕੰਮ ਨਹੀਂ। ਜਿਸ ਘਰ ਵਿੱਚ ਗੁਰੂ ਦੀ ਮੱਤ ਨਹੀਂ, ਜਿਸ ਘਰ ਵਿੱਚ ਪ੍ਰਮਾਤਮਾ ਦੀ ਯਾਦ ਨਹੀਂ, ਉਹ ਘਰ ਕਿਸੇ ਕੰਮ ਦਾ ਨਹੀਂ। ਕਬੀਰ ਸਾਹਿਬ ਜੀ ਮਹਾਰਾਜ ਨੇ ਤਾਂ ਕਹਿ ਦਿੱਤਾ, ਉਹ ਘਰ ਭੂਤਾਂ ਦਾ ਵਾੜਾ ਹੈ। ਕਬੀਰ ਜਿਹ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ ਤਿਹ ਘਰ, ਮਰਹਠ ਸਾਰਖੇ ਭੂਤ ਵਸੇ ਤਿਨ ਮਾਹੇ। ਜਿਹੜੇ ਘਰ ਵਿੱਚ ਸਾਧੂ ਸਤਿਗੁਰ ਦੀ ਮੱਤ ਨਹੀਂ, ਪ੍ਰਮਾਤਮਾ ਦੀ ਯਾਦ ਨਹੀਂ, ਕਹਿੰਦੇ ਤਿਹ ਘਰ ਮਰਹਠ ਸਾਰਖੇ, ਉਹ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਹੈ। ਮਰਹਠ ਕਹਿੰਦੇ ਨੇ ਸ਼ਮਸ਼ਾਨ ਭੂਮੀ ਨੂੰ, ਸਾਰਖੇ ਦਾ ਭਾਵ ਬਰਾਬਰ, ਉਹ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਹੀ ਹੈ। ਭੂਤ ਵਸਹਿ ਤਿਨ ਮਾਹੇ, ਉਸ ਵਿੱਚ ਸਾਰਾ ਟੱਬਰ ਮਾਨੋ ਭੂਤ ਹੀ ਵਸਦੇ ਹੈ। ਸਾਰਾ ਟੱਬਰ ਹੀ ਭੂਤਾਂ ਦਾ ਤੇ ਘਰ ਸ਼ਮਸ਼ਾਨ ਭੂਮੀ ਹੈ। ਜੇ ਘਰੇ ਗੁਰੂ ਦੀ ਮੱਤ ਨਹੀਂ, ਘਰੇ ਬਦਫੈਲੀਆਂ, ਬਦਫੈਲੀਆਂ ਤਾਂ ਝਗੜਾ ਵੀ ਹੋਈ ਗਈ। ਜਿੱਥੇ ਨਸ਼ੇ ਵਿਸ਼ੇ ਉੱਥੇ ਝਗੜਾ ਤਾਂ ਹੋਣਾ ਹੀ ਹੋਣਾ ਹੈ। ਐਸਾ ਘਰ ਕਿਸੇ ਕੰਮ ਨਹੀਂ। ਆਪਣੇ ਘਰ ਨੂੰ ਗੁਰੂ ਦੀ ਮੱਤ ਲੈ ਕੇ ਧਰਮਸ਼ਾਲ ਬਣਾ, ਫਿਰ ਘਰ ਚੰਗਾ ਹੈ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਘਰ ਘਰ ਦੇ ਵਿੱਚ ਮਾਲਕ ਦਾ ਜਸ ਹੋਵੇ, ਫਿਰ ਸਾਡਾ ਘਰ ਧਰਮ ਸਥਾਨ ਹੀ ਬਣ ਗਿਆ। ਫਿਰ ਭਾਵਨਾ ਕੀ ਰੱਖਣੀ ਆਪਾਂ ਆਪਣੇ ਮਨ ਚ, ਨਾਲੇ ਮੈਂ ਮੇਰੀ ਟੁੱਟ ਜਾਂਦੀ ਹੈ। ਆਪਾਂ ਘਰ ਰਹਿੰਦੇ ਹਾਂ, ਸਾਰੇ ਹੀ ਰਹਿਣਾ ਹੈ, ਤਾਂ ਭਾਵਨਾ ਕੀ ਰੱਖਣੀ ਹੈ ਵੀ ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਘਰ ਰੱਖਿਆ ਹੋਇਆ ਹੈ। ਇਹ ਧਰਮਸ਼ਾਲ ਹੈ, ਧਰਮ ਸਥਾਨ ਹੈ। ਹੁਣ ਗੁਰਦੁਆਰਾ ਸਾਹਿਬ ਕੋਈ ਨਸ਼ਾ ਵਰਤ ਕੇ ਜਾਂ ਨਸ਼ਾ ਨਾਲ ਲੈ ਕੇ ਆ ਸਕਦਾ ਹੈ? ਦੱਸੋ ਭਾਈ, ਨਹੀਂ ਆ ਸਕਦਾ। ਬਸ ਸਿੱਖਾ, ਤੂੰ ਵੀ ਆਪਣੇ ਘਰ ਨੂੰ ਧਰਮ ਸਥਾਨ ਹੀ ਸਮਝ ਲਾ। ਤੂੰ ਵੀ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ ਕਹਿ ਦੇ ਵੀ ਇਹ ਤਾਂ ਗੁਰੂ ਦਾ ਘਰ ਹੈ, ਮੈਨੂੰ ਗੁਰੂ ਨੇ ਆਪਣੇ ਘਰ 'ਚ ਰੱਖਿਆ ਹੋਇਆ ਹੈ। ਮੇਰਾ ਘਰ ਤਾਂ ਨਹੀਂ, ਮੈਂ ਤਾਂ ਗੁਰੂ ਦੇ ਘਰ ਵਿੱਚ ਰਹਿਣਾ। ਗੁਰੂ ਨੇ ਕਿਰਪਾ ਕਰਕੇ ਮੈਨੂੰ ਘਰ ਵਿੱਚ ਰੱਖਿਆ ਹੋਇਆ ਹੈ, ਇਸ ਕਰਕੇ ਇਹ ਘਰ ਤਾਂ ਗੁਰੂ ਦਾ। ਇੱਥੇ ਕੋਈ ਨਸ਼ਾ ਵਰਤ ਕੇ ਜਾਂ ਲੈ ਕੇ ਨਹੀਂ ਆ ਸਕਦਾ, ਤਾਂ ਸਮਝੇ ਜਾਊ ਸਿੱਖ ਦਾ ਘਰ ਹੈ। ਬੋਲੋ ਸਤਿਨਾਮ। ਹਾਂਜੀ, ਇੱਥੇ ਨਾ ਇੱਕ ਗੱਲ ਕਹਿ ਦੇਵਾਂ ਵਿੱਚ ਦੀ ਨਾ, ਪ੍ਰਚਾਰਕ ਹੋਣ ਦੇ ਨਾਤੇ ਗੱਲ ਕਹਿਣੀ ਪੈਂਦੀ ਹੈ ਵੀ ਆਹ ਮੈਕ ਤੇ ਬੈਠ ਕੇ ਨਾ ਗੱਲ ਕਰਨੀ ਬਹੁਤ ਸੌਖੀ ਹੁੰਦੀ ਹੈ, ਦੂਜੇ ਨੂੰ ਕਹਿਣਾ।
ਪ੍ਰਚਾਰਕ ਹੋਣ ਦੇ ਨਾਤੇ ਮੈਂ ਸਪਸ਼ਟੀਕਰਨ ਦੇਵਾਂ, ਮੈਂ ਆਪਣੀ ਦਿਲੀ ਦੇ ਕਦੇ ਕਿਸੇ ਰਿਸ਼ਤੇਦਾਰ ਨੂੰ ਪੈਰ ਨਹੀਂ ਧਰਨ ਦਿੱਤਾ ਜਿਹੜਾ ਨਸ਼ਾ ਵਰਤੇ, ਨਸ਼ਾ ਲੈ ਕੇ ਆਇਆ। ਮੈਂ ਉਹਨੂੰ ਸਾਰਿਆਂ ਨੂੰ ਐਲਾਨ ਕਰਤਾ ਸੀ ਜਦੋਂ ਖੰਡੇ ਦੀ ਪਹੁਲ ਛਕੀ ਵੀ ਭਾਈ ਇਹ ਤਾਂ ਹੁਣ ਗੁਰੂ ਦਾ ਘਰ ਹੋ ਗਿਆ, ਮੇਰਾ ਤਾਂ ਰਿਹਾ ਨਹੀਂ, ਮੈਂ ਤਾਂ ਗੁਰੂ ਦੇ ਘਰ ਰਹਿਣਾ। ਕੋਈ ਵੀ ਨਸ਼ਾ ਵਰਤਣ ਵਾਲਾ ਵਰਤ ਕੇ ਜਾਂ ਲੈ ਕੇ ਦਿਲ ਦੇ ਅੰਦਰ ਨਹੀਂ ਆ ਸਕਦਾ। ਬੋਲੋ ਸਤਨਾਮ। ਇਹ ਦੱਸਣਾ ਪੈਂਦਾ ਜੀ, ਐਲਾਨ ਕਰਤਾ ਸੀ, ਕਿਉਂਕਿ ਪ੍ਰਚਾਰਕ ਨੇ ਉਹ ਗੱਲ ਕਹਿਣੀ ਹੈ ਜਿਹੜੀ ਉਹਨੇ ਖੁਦ ਵੀ ਕੀਤੀ ਹੋਵੇ। ਇਹ ਨਹੀਂ ਹੁੰਦਾ ਵੀ ਉਪਦੇਸ਼ ਦੇ ਦਿਓ, ਮਾਈਕ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ। ਚਲੋ ਅਸੀਂ ਨਹੀਂ ਜੀ ਕਦੇ ਵੰਡ ਦਿੱਤਾ ਕਿਸੇ ਰਿਸ਼ਤੇਦਾਰ ਨੂੰ ਘਰੇ ਨਾ, ਜਿਹਦਾ ਭਾਈ ਧਰਮ ਸਥਾਨ ਹੈ ਇੱਥੇ ਨਹੀਂ। ਹਾਂ ਬੰਦਿਆਂ ਦੀ ਤਰ੍ਹਾਂ ਆ ਜਿਓ, ਸਬਜ਼ੀਆਂ ਦੋ ਥਾਂ ਤਿੰਨ ਬਣਾ ਦਿਆਂਗੇ, ਕੋਈ ਗੱਲ ਨਹੀਂ। ਐਂ ਸਿੱਖ ਰੁੱਖੇ ਵੀ ਨਹੀਂ ਹੁੰਦੇ, ਐਂ ਤਾਂ ਪ੍ਰੇਮ ਆ, ਪਰ ਸਿਧਾਂਤ ਤੇ ਸਮਝੌਤਾ ਨਹੀਂ ਕਰਦੇ। ਐਂ ਕੋਈ ਗੱਲ ਨਹੀਂ, ਖੀਰ ਚ ਕਾਜੂ ਵੀ ਪਾ ਦਿਆਂਗੇ, ਐਂ ਕੋਈ ਗੱਲ ਨਹੀਂ, ਐਂ ਕੋਈ ਗੱਲ। ਪਰ ਜਿਹੜਾ ਦੋ ਨਹੀਂ ਚੱਲਣਾ, ਬੰਦੇ ਬਣ ਕੇ ਆਇਓ। ਅਸੀਂ ਨਹੀਂ ਵੰਡ ਦੇਣਾ ਘਰੇ ਕੋਈ ਨਾ, ਅਸੀਂ ਨਹੀਂ ਕਦੇ ਵੰਡ ਦਿੱਤਾ। ਚਲੋ ਸਿੱਖ ਦਾ ਘਰ ਧਰਮ ਸਥਾਨ ਦੀ ਤਰ੍ਹਾਂ ਹੋਵੇ ਤੇ ਗੁਰਦੁਆਰਾ ਸਾਹਿਬ ਕੋਈ ਗੰਦੇ ਗੀਤ ਲਾਏ ਜਾ ਸਕਦੇ ਆ? ਨਹੀਂ। ਤੇ ਸਿੱਖ ਦੇ ਘਰ ਵਿੱਚ ਵੀ ਨਹੀਂ ਲੱਗਦੇ, ਕੋਈ ਸਿੱਖ ਦਾ ਘਰ ਵੀ ਗੁਰੂ ਦਾ ਹੀ ਹੈ। ਬੋਲੋ ਸਤਨਾਮ। ਬਸ ਆਹ ਗੱਲ, ਧਰਮਸ਼ਾਲ ਦਾ ਭਾਵ ਘਰ ਘਰ ਅੰਦਰ ਧਰਮਸ਼ਾਲਾ। ਐਸਾ ਘਰ ਦਾ ਮਾਹੌਲ ਬਣਾ ਕੇ ਰੱਖੀਏ ਤੇ ਘਰ ਵਿੱਚ ਜੇ ਗੰਦ ਹੈ, ਵਿਸ਼ੇ ਵਿਕਾਰਾਂ ਦਾ ਕਹਿ ਲਓ, ਫਿਰ ਇਹੋ ਜਿਹਾ ਘਰ ਕਿਸੇ ਕੰਮ ਨਹੀਂ ਪਾਏ। ਇਹਦੇ ਤੋਂ ਤਾਂ ਫਿਰ ਗੁਰੂ ਜੀ ਕਹਿੰਦੇ ਛੱਪਰੀ ਵਾਲਾ ਵੀ ਚੰਗਾ ਜੋ ਪ੍ਰਮਾਤਮਾ ਨੂੰ ਨਹੀਂ ਭੁੱਲਦਾ, ਭਰੀ ਸੁਹਾਵੀ ਛਾਪਰੀ ਜਮ ਹੈ ਗੁਣ ਗਾਏ। ਕਿਤ ਹੀ ਕਾਜ ਨਾ ਧੌਲਹਰ, ਧੌਲਹਰ ਪਾਠ ਕਰਨਾ, ਬਾਣੀ ਪੜ੍ਹਨ ਵਾਲੇ ਨੋਟ ਕਰ ਲਿਓ। ਭੌਲ ਹਰ ਨਹੀਂ ਕਰਨਾ, 5 ਅੱਖਰ ਇਕੱਠੇ ਬੋਲਣੇ। ਕਿਤ ਹੀ ਕਾਜ ਨਾ ਧੌਲਹਰ ਜਿਤ ਹਰ ਵਿਸਰਾਏ। ਐਸਾ ਮਹਿਲ ਵੀ ਕਿਸੇ ਕੰਮ ਨਹੀਂ ਜਿਹਦੇ ਚ ਰਹਿਣ ਵਾਲੇ ਰੱਬ ਨੂੰ ਭੁੱਲੇ ਹੋਏ ਹੈ। ਇਹੋ ਜਿਹਾ ਮਹਿਲ ਵੀ ਕਿਸੇ ਕੰਮ ਨਹੀਂ। ਫਿਰ ਜੇ ਗੁਰੂ ਦੀ ਮੱਤ ਪੱਲੇ ਹੋਵੇ ਤਾਂ ਮਹਿਲ ਵੀ ਮਾੜਾ ਨਹੀਂ, ਗੱਲਾਂ ਦੋਨੇ ਹੀ ਹੈ। ਇਹ ਵੀ ਲਿਖਿਆ ਬਾਣੀ ਚ, ਗੁਰਬਾਣੀ ਵਿੱਚ ਲਿਖਿਆ, ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ। ਉਹ ਮਹਿਲ ਵੀ ਪਵਿੱਤਰ ਹੈ। ਗੁਰੂ ਜੀ ਕਹਿੰਦੇ ਜਿਨ੍ਹਾਂ ਘਰਾਂ ਮਹਿਲਾਂ ਵਿੱਚ ਮਾਲਕ ਦਾ ਜਸ ਹੈ ਤੇ ਅਭਿਆਗਤ ਦਾ ਭਾਵ ਲੋੜਵੰਦ ਦੀ ਮਦਦ ਹੁੰਦੀ ਹੈ। ਕੋਈ ਲੋੜਵੰਦ ਆ ਜਾਵੇ ਨਾ, ਉਹਦੀ ਮਦਦ ਕੀਤੀ ਜਾਂਦੀ ਹੈ। ਜਿਹੜੇ ਘਰਾਂ ਤੋਂ ਲੋੜਵੰਦ ਦੀ ਮਦਦ ਹੁੰਦੀ ਹੈ, ਜਿਹੜੇ ਘਰ 'ਚ ਰੱਬ ਦਾ ਜਸ ਹੈ, ਉਹ ਵੱਡੇ ਮਹਿਲ ਵੀ ਚੰਗੇ ਆ, ਮਹਿਲ ਵੀ ਕੋਈ ਮਾੜਾ ਨਹੀਂ। ਬੋਲੋ ਸਤਨਾਮ। ਹਰ ਦੋਨੇ ਪੱਖ ਹੈ ਬਾਣੀ 'ਚ। ਇਹ ਨਹੀਂ ਵੀ ਤੂੰ ਮਿਹਨਤ ਕਰਕੇ ਕਮਾਈ ਕੀਤੀ, ਸੋਹਣਾ ਘਰ ਪਾ ਲਿਆ, ਕੋਈ ਮਾੜੀ ਗੱਲ ਨਹੀਂ, ਮਾੜੀ ਗੱਲ ਨਹੀਂ। ਪਰ ਸੋਹਣੇ ਘਰ ਦੇ ਵਿੱਚ ਸੋਹਣੇ ਢੰਗ ਨਾਲ ਰਹਿਣਾ ਸਿੱਖੋ। ਇਹ ਨਾ ਹੋਵੇ ਘਰ ਤਾਂ ਸੋਹਣਿਆਂ ਤੇ ਵਿੱਚ ਗੰਦ ਚੱਲਦਾ ਹੈ, ਇਹੋ ਜਿਹਾ ਫਿਰ ਕਿਸ ਕੰਮ। ਇਸ ਕਰਕੇ ਆਪਾਂ ਆਪਣੇ ਘਰ ਨੂੰ ਧਰਮ ਸਥਾਨ ਬਣਾ ਕੇ ਰੱਖੀਏ, ਪੱਕਾ ਕਰ ਲਓ ਸਾਰੇ। ਤੇ ਜੇ ਘਰ 'ਚ ਬਦਫੈਲੀਆਂ ਫਿਰ ਕਿਸੇ ਕੰਮ ਨਹੀਂ। ਪਹਿਲਾ ਨੁਕਤੇ ਤੇ ਪੂਰੀ ਹੋ ਗਈ ਵਿਚਾਰ, ਤੇਰਾ ਕਾਜ ਨਾ ਗ੍ਰਹਿ, ਇੰਨੀ ਗੱਲ ਹੋਈ ਤੋਂ ਪਹਿਲਾਂ ਗ੍ਰਹਿ। ਅੱਗੇ ਲਿਖਿਆ ਰਾਜ। ਜੇ ਸੱਚ ਤੇਰੇ ਪੱਲੇ ਨਹੀਂ, ਗੁਰੂ ਦੀ ਮੱਤ ਤੇਰੇ ਪੱਲੇ ਨਹੀਂ, ਤੇਰੀ ਮੱਤ ਐਸਾ ਰਾਜ ਵੀ ਕਿਸੇ ਕੰਮ ਨਹੀਂ। ਜੇ ਜ਼ਮੀਰ ਮਾਰ ਮਾਰ ਕੇ ਜਾਂ ਬੇਅਸੂਲੇ ਗੱਠ ਜੋੜ ਸਮਝੌਤੇ ਕਰ ਕਰਕੇ ਕਿਸੇ ਕੁਰਸੀ ਤੇ ਪਹੁੰਚਦਾ, ਇਹ ਜੀ ਕੁਰਸੀ, ਇਹ ਜਿਹਾ ਰਾਜ ਵੀ ਕਿਸੇ ਕੰਮ ਨਹੀਂ। ਬੋਲੋ ਸਤਨਾਮ। ਇਹ ਜਿਹਾ ਰਾਜ ਵੀ ਕਿਸੇ ਕੰਮ ਨਹੀਂ। ਹਾਂ ਸਵੈਮਾਨ ਹੋਵੇ, ਅਣਖ ਹੋਵੇ, ਸੱਚ ਪੱਲੇ ਹੋਵੇ, ਗੁਰੂ ਦੀ ਮੱਤ ਪੱਲੇ ਹੋਵੇ, ਫਿਰ ਵਾਹ ਵਾਹ। ਜੇ ਗੁਰੂ ਦੀ ਮੱਤ ਪੱਲੇ ਨਹੀਂ, ਸੱਚ ਪੱਲੇ ਨਹੀਂ, ਐਸਾ ਰਾਜ ਵੀ ਕਿਸੇ ਕੰਮ ਨਹੀਂ। ਐਸਾ ਰਾਜ ਫਿਰ ਤਾਂ ਕਈ ਵਾਰ ਕੀ ਹੁੰਦਾ, ਪਿੱਛੋਂ ਤੋਂ ਰਮਜਦੇ ਆ, ਪਿੱਛੋਂ ਇਤਿਹਾਸ ਦੇ ਵਰਤਾਰੇ ਦੀ। ਰਾਜਪੂਤਾਂ ਨੇ ਕੀ ਕੀਤਾ, ਆਪਣੀ ਰਜਵਾੜਾ ਸ਼ਾਹੀ ਕਾਇਮ ਰੱਖਣ ਵਾਸਤੇ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਅਕਬਰ ਦੇ ਦਰਬਾਰ ਤੱਕ, ਮਹਿਲਾਂ ਤੱਕ ਕਹਿ ਲਓ, ਅਸਲ 'ਚ ਅਕਬਰ ਦੇ ਮਹਿਲਾਂ ਤੱਕ ਛੱਡ ਕੇ ਆਏ। ਜੇ ਕਿਸੇ ਅਣਖ ਵਾਲੇ ਨੇ ਪੁੱਛਿਆ ਵੀ ਇਹ ਕੀ, ਕਹਿੰਦੇ ਤਾਂ ਕੀ ਹੋ ਗਿਆ, ਰਾਜੇ ਤਾਂ ਹੁੰਨੇ ਹੀ ਐ, ਮੌਜਾਂ ਤਾਂ ਬਣੀਆਂ ਹੀ ਐ, ਐਸ਼ਪ੍ਰਸਤੀ ਤਾਂ ਬਣੀ ਹੈ, ਤਾਂ ਕੀ ਹੋ ਗਿਆ ਜੇ ਰਜਵਾੜਾ ਸ਼ਾਹੀ ਧੀਆਂ ਭੈਣਾਂ ਦੇ ਡੋਲੇ ਦੇ ਕੇ ਕਾਇਮ ਰੱਖ ਲਈ। ਭਾਵ ਕਿੰਨਾ ਗਿਰ ਜਾਂਦਾ ਮਨੁੱਖ। ਕਹਿੰਦੇ ਰਾਜੇ ਤਾਂ ਹੈਗੇ ਹੀ ਆ, ਤਾਂ ਕੀ ਹੋ ਗਿਆ, ਤਾਂ ਕੀ ਹੋ ਗਿਆ। ਏਦਾਂ ਜਦੋਂ ਕਿਸੇ ਨੂੰ ਜਾਣੀ ਕਿ ਇਹ ਚਸਕਾ ਪੈ ਜਾਵੇ, ਫਿਰ ਤਾਂ ਕਈ ਵਾਰੀ ਆਪਣੀ ਕੌਮ ਨੂੰ ਵੇਚ ਕੇ ਵੀ ਰਾਜ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ। ਬੋਲੋ ਸਤਨਾਮ। ਫਿਰ ਤਾਂ ਆਗੂ ਕੌਮ ਘਾਤੀ ਹੋ ਜਾਂਦੇ ਆ, ਕੌਮ ਘਾਤੀ ਹੋ ਜਾਂਦੇ ਨੇ। ਫਿਰ ਤਾਂ ਉਹ ਗੱਲ ਹੋ ਜਾਂਦੀ ਹੈ, ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ, ਨਾਉ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਹੀਂ
ਥਾਂ ਫਿਰ ਤਾਂ ਹਰਨ ਪਾਲਤੂ ਹਰਨ ਨਹੀਂ ਹੁੰਦਾ। ਗੁਰੂ ਜੀ ਨੇ ਉਦਾਹਰਨਾਂ ਦਿੱਤੀਆਂ। ਸ਼ਿਕਾਰੀ ਕੀ ਕਰਦਾ, ਇੱਕ ਹਰਨ ਨੂੰ ਪਾਲ ਲੈਂਦਾ, ਉਹਨੂੰ ਚੰਗਾ ਚੋਖਾ ਖਾਣ ਨੂੰ ਦਿੰਦਾ, ਪੂਰੀਆਂ ਸਹੂਲਤਾਂ। ਉਹਦੀ ਡਿਊਟੀ ਕੀ ਹੈ, ਕਹਿੰਦਾ ਵੀ ਤੈਨੂੰ ਫੁੱਲ ਸਹੂਲਤਾਂ, ਖਾਣ ਪੀਣ ਨੂੰ ਖੁੱਲਾ ਸਪੈਸ਼ਲ, ਤੂੰ ਆਪਣੇ ਦੂਜੇ ਭਰਾਵਾਂ ਨੂੰ ਲਿਆ ਕੇ ਮੇਰੇ ਜਾਲ 'ਚ ਫਸਾਇਆ ਕਰ। ਉਹ ਪਾਲਤੂ ਹਰਨ। ਤੇ ਕਈ ਵਾਰ ਜਿਹਨੂੰ ਚਸਕਾ ਪੈ ਜਾਵੇ ਸਿਰ ਕੁਰਸੀ ਦਾ, ਉਹ ਕਈ ਵਾਰੀ ਆਪਣੀ ਕੌਮ ਨੂੰ ਮਰਵਾ ਕੇ ਵੀ ਆਪਣੀ ਕੁਰਸੀ ਕਾਇਮ ਰੱਖਦਾ ਹੈ। ਬੋਲੋ ਸਤਨਾਮ। ਪਾਲਤੂ ਹਰਨ ਬਣ ਜਾਂਦਾ ਹੈ। ਪਾਲਤੂ ਹਰਨ ਫੈਸਲੇ ਬਾਣੀ ਦੇ। ਜੋ ਸਵੈ ਮਨ ਮਰ ਜਾਂਦਾ ਹੈ, ਅਣਖ ਮਰ ਜਾਂਦੀ ਹੈ, ਤਾਂ ਫਿਰ ਇਹ ਕੁਛ ਹੁੰਦਾ ਹੈ। ਇਹੋ ਜਿਹਾ ਰਾਜ ਕਿਸੇ ਕੰਮ ਨਹੀਂ। ਹਾਂ, ਰਾਜ ਗੁਰੂ ਦੀ ਮੱਤ ਹੋਵੇ, ਅਣਖ ਸਵੈ ਮਨ ਆਪਣਾ ਕਾਇਮ ਰੱਖਿਆ ਜਾਵੇ, ਆਪਣੇ ਕੌਮ ਪ੍ਰਸਤੀ ਨੂੰ ਕਾਇਮ ਰੱਖਿਆ ਜਾਵੇ। ਇਹ ਨਹੀਂ ਵੀ ਕੌਮ ਪ੍ਰਸਤੀ ਕੋਈ ਦੂਜਿਆਂ ਦਾ ਘਾਣ ਕਰਨ ਵਾਸਤੇ, ਨਹੀਂ ਨਹੀਂ, ਆਪਣੇ ਆਪ ਦੀ। ਅਸੀਂ ਭਲਾ ਸਭ ਦਾ ਚਾਹੁੰਦੇ ਹਾਂ, ਪਰ ਨਾਲ ਨਾਲ ਅਸੀਂ ਆਪਣੀ ਕੌਮੀਅਤ ਨੂੰ ਵੀ ਕਾਇਮ ਰੱਖਣਾ ਹੈ। ਤਾਂ ਤੇ ਇਹ ਤਾਂ ਇਹਨਾਂ ਨੁਕਤਿਆਂ ਨੂੰ ਸਮਝਣਾ ਹੈ। ਤੇ ਐਸਾ ਰਾਜ ਤਾਂ ਫਿਰ ਜਿਵੇਂ ਰੌਕਟ ਹੁੰਦਾ ਹੈ ਨਾ, ਉਹਦੇ ਵਾਲੀ ਹਾਲਤ ਹੋ ਜਾਂਦੀ ਹੈ। ਜੇ ਗੁਰੂ ਦੀ ਮੱਤ ਰੌਕਟ ਸਿਖਰ ਤੇ ਪਹੁੰਚਦਾ ਸਿਖਰ ਤੇ ਤਾਂ ਪਹੁੰਚ ਗਿਆ, ਪਰ ਉਹਦੇ ਆਪ ਦੇ ਵਿੱਚ ਕੁਛ ਨਹੀਂ ਰਹਿੰਦਾ, ਅੰਦਰੋਂ ਸੜ ਚੁੱਕਿਆ ਹੁੰਦਾ ਨਾ। ਇਦਾਂ ਹੀ ਕਈ ਤਾਂ ਕੁਰਸੀ ਤੇ ਪਹੁੰਚਦੇ ਅੰਦਰ ਕੁਛ ਨਹੀਂ ਰਹਿੰਦਾ, ਜ਼ਮੀਰ ਮਰ ਚੁੱਕੀ ਹੁੰਦੀ ਹੈ। ਜਦੋਂ ਨੂੰ ਕਿਸੇ ਮੰਤਰੀ ਦੀ, ਕਿਸੇ MP ਦੀ, MLA ਦੀ ਕੁਰਸੀ ਤੱਕ ਪਹੁੰਚਦਾ, ਉਦੋਂ ਤੱਕ ਅੰਦਰ ਜ਼ਮੀਰ ਮਰ ਚੁੱਕੀ ਹੁੰਦੀ ਹੈ। ਕਿਉਂਕਿ ਬੇਅਸੂਲੇ ਗੱਠਜੋੜ, ਬੇਅਸੂਲੇ ਸਮਝੌਤੇ, ਜ਼ਮੀਰ ਮਾਰ ਕੇ ਗੱਲ ਮੰਨ ਕੇ ਕੁਰਸੀ ਤੱਕ ਪਹੁੰਚਿਆ। ਤਾਂ ਕੀ ਪਹੁੰਚਿਆ, ਕੁਰਸੀ ਤੇ ਬਹਿੰਦਾ ਅੰਦਰੋਂ ਹੀ ਖਤਮ ਹੋ ਗਿਆ। ਬੋਲੋ ਸਤਨਾਮ। ਕਿਸੇ ਕੰਮ ਨਹੀਂ। ਗੁਰਬਾਣੀ ਦਾ ਗਿਆਨ ਹੈ। ਕਿਸੇ ਕੰਮ ਨਹੀਂ ਐਸਾ ਰਾਜ, ਕਿਸੇ ਕੰਮ ਨਹੀਂ ਐਸਾ ਰਾਜ। ਕਈ ਵਾਰੀ ਲੀਡਰ ਕੌਮ ਨੂੰ ਵੀ ਸੇਲ ਤੇ ਲਾ ਦਿੰਦੇ ਨੇ। ਸੇਲ ਤੇ, ਜਿਵੇਂ ਕਿ ਅੱਜ ਤੁਹਾਨੂੰ ਪਤਾ ਸਾਡਾ ਕੌਮੀ ਕੈਲੰਡਰ ਰਾਜਸੀ ਰਾਜਨੀਤਿਕ ਕਾਰਨਾਂ ਕਰਕੇ ਕਤਲ ਕੀਤਾ ਜਾ ਰਿਹਾ ਹੈ। ਬਹੁਤ ਤੁਹਾਨੂੰ ਪਤਾ ਹੈ, ਕਿਉਂਕਿ ਜਿਸ ਦਿਨ ਇਹ ਕੈਲੰਡਰ ਲਾਗੂ ਹੋਇਆ ਸੀ ਤਾਂ ਤੇ ਉਸ ਦਿਨ ਤੋਂ ਹੀ ਇੱਕ ਤੁਹਾਨੂੰ ਦੱਸਾਂ, ਯਾਨੀ ਕਿ ਜੋ ਪਿਛਲੇ ਜਥੇਦਾਰ ਵੇਦਾਂਤੀ ਦਾ PA ਸੀ ਨਾ, ਉਹਦਾ ਰਿਸ਼ਤੇਦਾਰ ਵੀ ਹੈ, ਉਹਦਾ ਨਾਮ ਕੀ ਸੀ, ਪ੍ਰਿਥੀਪਾਲ ਸਿੰਘ। ਅਸੀਂ ਇਹ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ, ਅਮਰੀਕਾ ਗਏ ਹੋਏ ਸੀ ਪ੍ਰਚਾਰ ਤੇ, ਉੱਥੋਂ ਅਸੀਂ ਰੇਡੀਓ ਸਟੇਸ਼ਨ ਤੇ ਗੱਲ ਕਰ ਰਹੇ ਸੀ, ਸ਼ੇਰੇ ਪੰਜਾਬ ਕੈਨੇਡਾ ਕੈਲੰਡਰ ਦੇ ਵਿਸ਼ੇ ਤੇ ਪ੍ਰਿਥੀਪਾਲ ਸਿੰਘ ਨੂੰ ਵੀ ਆਨਲਾਈਨ ਲੈ ਲਿਆ। ਕੁਲਦੀਪ ਸਿੰਘ ਹੋਸਟ ਹੈ। ਉਸ ਵੇਲੇ ਜੋ ਪ੍ਰਿਥੀਪਾਲ ਸਿੰਘ ਨੇ ਕਿਹਾ, ਮੈਂ ਆਪਣੇ ਕੰਨਾਂ ਨਾਲ ਸੁਣਿਆ, ਭਾਵ ਕਿ ਸੁਣੀ ਸੁਣਾਈ ਗੱਲ ਨਹੀਂ ਜਾਂ ਪੜ੍ਹੀ, ਕੰਨਾਂ ਨਾਲ। ਉਹ ਕਹਿੰਦਾ ਜਿਸ ਦਿਨ ਤੋਂ ਕੈਲੰਡਰ ਲਾਗੂ ਹੋਇਆ ਸੀ, ਭਾਰਤੀ ਜਨਤਾ ਪਾਰਟੀ ਦੇ ਲੀਡਰ ਉਸ ਦਿਨ ਤੋਂ ਹੀ ਅਕਾਲ ਤਖ਼ਤ ਸਾਹਿਬ ਤੇ ਗੇੜਾ ਮਾਰਨ ਲੱਗ ਗਏ ਸੀ। ਵੇਦਾਂਤੀ ਨੂੰ ਕਹਿਣ ਲੱਗ ਗਏ ਸੀ ਵੀ ਤੁਸੀਂ ਵਾਪਸ ਲੈ ਲਓ, ਰੱਦ ਕਰ ਦਿਓ। ਕਹਿੰਦੇ ਵੇਦਾਂਤੀ ਜੀ ਮੰਨੇ ਨਹੀਂ ਉਸ ਵੇਲੇ। ਉਹਦੇ ਰਿਸ਼ਤੇਦਾਰ ਦਾ ਜਿਹਦਾ PA ਸੀ ਕਹਿਣਾ ਹੈ, ਕਹਿੰਦਾ ਫਿਰ ਉਹ ਜਾਂਦੇ ਕਹਿ ਗਏ ਸੀ, ਕਹਿੰਦੇ ਦੇਖਾਂਗੇ ਤੁਸੀਂ ਇਹਨੂੰ ਕਿੰਨਾ ਕੁ ਚਿਰ ਲਾਗੂ ਰੱਖਦੇ ਹੋ। ਬੋਲੋ ਸਤਨਾਮ। ਹਾਂਜੀ, ਇਹ ਪ੍ਰਿਥੀਪਾਲ ਸਿੰਘ ਦੇ ਕਹਿਣ ਦੀ ਗੱਲ ਹੈ, ਰਿਕਾਰਡਿੰਗ ਕੋਲੇ ਪਈ ਹੈ ਸਾਡੇ। ਹਾਂਜੀ, ਹੁਣ ਲੱਗ ਗਿਆ ਪਤਾ ਵੀ ਕੈਲੰਡਰ ਕਿਉਂ ਨਹੀਂ ਚੰਗਾ ਲੱਗਦਾ। ਤੇ RSS ਦੇ ਮੁਖੀ ਨੇ ਵੀ ਕਿਹਾ ਸੀਗਾ ਵੀ ਇਹ ਕੈਲੰਡਰ ਹੈ ਜਿਹੜਾ ਖੂਨ ਖਰਾਬਾ ਕਰਾ ਦੂ, ਇਹ ਕਰਾ ਦੂ, ਬੜਾ ਧਮਕੀ ਜਿਹੀ ਦਿੱਤੀ ਸੀ। ਤੇ ਇਹ ਕੈਲੰਡਰ ਅੱਜ ਦੇ ਡੇਰੇਦਾਰਾਂ ਨੂੰ ਵੀ ਨਹੀਂ ਚੰਗਾ ਲੱਗਦਾ, ਖੌਤੀ ਸੰਤ ਬਾਬਿਆਂ ਨੂੰ। ਕੌਮ ਦਾ ਕੈਲੰਡਰ ਨਹੀਂ ਚੰਗਾ ਲੱਗਦਾ ਇਹਨਾਂ ਨੂੰ। ਤੇ ਪਤਾ ਕੀ ਕਰਨਗੇ, ਪੁੱਠੇ ਸਿੱਧੇ ਸਵਾਲ। ਇਹਨਾਂ ਦਾ ਸਾਰਾ ਤੋਂ ਵੱਡਾ ਸਵਾਲ ਪਤਾ ਕੀ ਹੈ, ਲੈ ਤੁਸੀਂ ਵਾਲੇ ਸਿਆਣੇ ਜੰਮ ਪਏ, ਗੁਰੂ ਸਾਹਿਬ ਕੀ ਕੈਲੰਡਰ ਨਹੀਂ ਬਣਾ ਸਕਦੇ ਸੀ। ਆ ਸਵਾਲ ਹੈ ਇਹਨਾਂ ਦਾ, ਡੇਰੇਦਾਰਾਂ ਦਾ ਸਵਾਲ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜਾ ਵਿਕਰਮੀ ਕੈਲੰਡਰ ਹਿੰਦੂ ਮੰਨਦੇ ਆ, ਉਹ ਹਿੰਦੂਆਂ ਦੇ ਕਿਹੜੇ ਮਹਾਂਪੁਰਖ ਨੇ ਬਣਾਇਆ ਹੈ? ਜਵਾਬ ਕਿਸੇ ਕੋਲੇ? ਭਾਵ ਕਿ ਬਦਬਾਨੀ ਬਣਾਉਂਦੇ ਨੇ ਕੈਲੰਡਰ। ਮੁਸਲਮਾਨਾਂ ਦਾ ਹਿਜਰੀ ਕੈਲੰਡਰ ਹੈ, ਕੀ ਮੁਹੰਮਦ ਸਾਹਿਬ ਨੇ ਬਣਾਇਆ ਸੀ? ਮੁਹੰਮਦ ਸਾਹਿਬ ਨੇ ਕੋਈ ਕੈਲੰਡਰ ਬਣਾਇਆ? ਫਿਰ ਰਾਮਚੰਦਰ ਜਾਂ ਕ੍ਰਿਸ਼ਨ ਜੀ ਨੇ ਕੋਈ ਕੈਲੰਡਰ ਬਣਾਇਆ? ਫਿਰ ਜਿਹੜੇ ਈਸਾਈਆਂ ਕੈਲੰਡਰ ਮੰਨਦੇ ਆ ਜੋ ਈਸਵੀ ਸਨ, ਉਹ ਈਸਾ ਮਸੀਹ ਨੇ ਬਣਾਇਆ ਸੀ? ਨਹੀਂ, ਕਿਹਨੇ ਬਣਾਇਆ? ਵਿਦਵਾਨਾਂ ਨੇ। ਇਹਨਾਂ ਨੂੰ ਬੂਝਣਾ ਨੂੰ ਪੁੱਛਣ ਵਾਲਾ ਹੋਵੇ, ਕੈਲੰਡਰ ਵਿਦਵਾਨ ਬਣਾਉਂਦੇ ਹੁੰਦੇ ਆ। ਬੋਲੋ ਸਤਨਾਮ। ਹਾਂਜੀ, ਜੇ ਵਿਦਵਾਨਾਂ ਦਾ ਬਣਾਇਆ ਹੋਇਆ ਕੈਲੰਡਰ, ਹਿਜਰੀ ਕੈਲੰਡਰ ਮੁਸਲਮਾਨ ਭਰਾ ਮੰਨ ਰਹੇ ਹੈ, ਜੇ ਹਿੰਦੂ ਵਿਦਵਾਨਾਂ ਦਾ ਬਣਾਇਆ ਕੈਲੰਡਰ ਵਿਕਰਮੀ ਕੈਲੰਡਰ ਹਿੰਦੂ ਮੰਨ ਰਹੇ ਹੈ, ਜੇ ਵਿਦਵਾਨਾਂ ਦਾ ਬਣਾਇਆ ਕੈਲੰਡਰ ਈਸਾਈ ਈਸਵੀ ਕੈਲੰਡਰ ਮੰਨ ਰਹੇ ਹੈ, ਤੇ ਸਿੱਖਾਂ ਨੂੰ ਕੀ ਬਿਮਾਰੀ ਪੈ ਗਈ, ਆਪਣੇ ਵਿਦਵਾਨਾਂ ਦਾ ਬਣਾਇਆ ਕੈਲੰਡਰ ਕਿਉਂ ਨਹੀਂ ਮੰਨਦੇ? ਬੋਲੋ ਸਤਨਾਮ। ਇਸ ਦਲੀਲ ਦਾ ਜਵਾਬ ਹੈ ਕਿਸੇ ਤੋਂ ਦੇਵੇ ਕੋਈ ਸਾਨੂੰ।
ਦੇਖੋ ਤੁਸੀਂ ਇਹਨਾਂ ਦਾ, ਲੋਕਾਂ ਦਾ ਹਾਲ ਇਹਨਾਂ ਦਾ। ਜਿਹੜਾ ਸਾਡੇ ਕੌਮ ਦੇ ਵਿਦਵਾਨ, ਉਹ ਐਡੇ ਕੈਲੰਡਰ ਦੇ ਮਾਹਰ ਵਿਦਵਾਨ, ਭੂਗੋਲ ਦੇ ਖੁੱਤਾਂ ਤੇ ਖਗੋਲ ਦੇ ਸਾਰੇ ਵਿਗਿਆਨ। ਕਿਉਂਕਿ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਵਿੱਚ ਦੀ ਵੀ, ਇਹ ਵੀ ਮੇਰੀ ਸੁਣੀ ਸੁਣਾਈ ਗੱਲ ਨਹੀਂ ਵੀ ਪੁਰੇਵਾਲ ਜੀ ਬੜੇ ਮਾਹਰ ਨੇ ਨਾ। ਜਦੋਂ ਮੈਂ ਪਿੱਛੇ ਗਿਆ ਸੀ ਨਾ ਕੈਨੇਡਾ, ਉਦੋਂ ਮੈਨੂੰ ਘਰੇ ਲੈ ਕੇ ਗਏ ਸੀ ਤੇ ਐਡੇ ਮੋਟੇ ਮੋਟੇ ਗ੍ਰੰਥ ਕੈਲੰਡਰਾਂ ਸੰਬੰਧਿਤ ਉੱਥੇ ਕੇ ਸਾਰੇ ਪੜ੍ਹੇ ਮੇਰੇ, ਐਡੇ ਮੋਟੇ ਮੋਟੇ, ਭਰਿਆ ਪਿਆ ਸੀ ਕਮਰਾ, ਇੰਨੀ ਸਟੱਡੀ। ਤੇ ਕੰਪਿਊਟਰ ਤੇ ਉਹ ਗੱਲਾਂ ਦਿਖਾਈਆਂ ਉਹਨਾਂ ਨੇ, ਕਮਾਲ ਮੰਨ ਗਏ, ਇੰਨੀ ਮਾਹਰਤਾ। ਜਾਨੀ ਕਿ ਇਹਨਾਂ ਤੇ ਸਾਡਾ ਹਾਲ। ਮੁਸਲਮਾਨ ਲੋਕਾਂ ਨੇ ਹਿਜਰੀ ਕੈਲੰਡਰ ਦੀ ਸੁਧਾਈ ਪੁਰੇਵਾਲ ਜੀ ਤੋਂ ਕਰਾਈ ਹੈ। ਉਹ ਵੀ ਬਹੁਤ ਵੱਡਾ ਮਾਹਰ ਹੈ ਤੇ ਪਾਕਿਸਤਾਨ ਛੱਡ ਕੇ ਸਨਮਾਨਿਤ ਕੀਤਾ ਪੁਰੇਵਾਲ ਨੂੰ। ਤੇ ਸਾਡੀ ਕੌਮ ਦਾ ਹਾਲ ਕੀ ਹੈ? ਅੱਧ ਪੜ ਜੇ ਬਾਬੇ ਕੀ ਹੈ? ਇਹ ਕੈਲੰਡਰ ਦੀਆਂ ਗੱਲਾਂ ਕਰਦੇ ਹੈ। ਬੋਲੋ ਸਤਨਾਮ। ਕੈਲੰਡਰ ਦੀਆਂ ਗੱਲਾਂ ਕਰਦੇ ਹੈ। ਸੋਚੋ ਜਰਾ, ਇਹ ਰਾਜਨੀਤਿਕ ਕਾਰਨਾਂ ਕਰਕੇ ਇਹ ਕੈਲੰਡਰ ਦਾ ਕਤਲ ਕੀਤਾ। ਤੇ ਡੇਰੇਦਾਰਾਂ ਨੂੰ ਇਹ ਕੈਲੰਡਰ ਕਿਉਂ ਨਹੀਂ ਚੰਗਾ ਲੱਗਦਾ? ਬਿਮਾਰੀ ਕੀ ਹੈ? ਕਿਉਂਕਿ ਇਹਨਾਂ ਨੇ ਤਾਂ ਫਿਰ ਦਸਵੀਆਂ, ਪੂਰਨਮਾਸੀਆਂ ਤੇ ਮੱਸਿਆ ਦੇ ਜਾਲ ਚਲਜਾ ਕੇ ਰੱਖਣਾ ਨਾ, ਉਹ ਚਲਜਾ ਕੇ ਰੱਖਣਾ ਨਾ। ਇਹਨਾਂ ਦੀ ਇਕਨੋਮੀ ਹੈ ਜਿਹੜੀ ਡੇਰੇਦਾਰਾਂ ਦੀ, ਉਹ ਦਸਵੀਆਂ, ਪੂਰਨਮਾਸੀਆਂ, ਮੱਸਿਆ ਤੇ ਖੜੀ ਆ। ਇਕਨੋਮੀ ਸਮਝ ਗਏ? ਆਰਥਿਕਤਾ। ਲੋਕਾਂ ਨੂੰ ਅੱਜ ਗਿਆਨ ਆ ਜਾਵੇ ਵੀ ਇਹ ਮੱਸਿਆ, ਪੂਰਨਮਾਸੀ, ਦਸਵੀਂ ਕੋਈ ਪਵਿੱਤਰ ਦਿਹਾੜੇ ਨਹੀਂ। ਦਿਹਾੜਾ ਤਾਂ ਹਰ ਰੋਜ਼ ਪਵਿੱਤਰ ਹੈ, ਹਰ ਰੋਜ਼ ਦੀ ਸਿੱਖ ਨੇ ਬਾਣੀ ਨਾਲ ਜੁੜਨਾ ਹੈ। ਤਾਂ ਡੇਰਿਆਂ ਦੀ ਜਿਹੜੀ ਆਰਥਿਕਤਾ, ਇਕਨੋਮੀ ਲੜ ਖੜਾ ਜੂਗੀ। ਬੋਲੋ ਸਤਨਾਮ। ਲੜ ਖੜਾ ਜਾਣਾ। ਇਸ ਕਰਕੇ ਕਿ ਇਦਾਂ ਜਾਨੀ ਕਿ ਜਿਹੜਾ ਕੌਮੀ ਹਸਤੀ ਦਾ ਪ੍ਰਤੀਕ ਹੈ ਸਾਡਾ, ਦੇਖੋ ਕੌਮੀ ਮਸਲਾ ਇਹ, ਕੌਮੀ ਮਸਲੇ ਨੂੰ ਇੱਥੇ ਨਾ ਕਰੋ। ਦੇਖੋ ਇਹਨਾਂ ਦੀ ਮੱਤ ਲੋਕਾਂ ਦੀ ਮਾਰੀ। ਕੌਮੀ ਮਸਲੇ ਦੀ ਗੱਲ ਦੇਖੋ, ਆਹ ਸਟੇਜ ਤੋਂ ਇਹ ਹੁਣ ਮੰਦਰਾਂ 'ਚ ਜਾ ਕੇ ਗੱਲਾਂ ਕਰਾਂਗੇ ਕਿ ਮਸੀਤਾਂ 'ਚ ਜਾ ਕੇ ਕਰਾਂਗੇ ਇਹ ਗੱਲਾਂ। ਤਾਂ ਤੇ ਗੱਲ ਚੱਲਦੀ ਸੀ ਵੀ ਇਹ ਸੰਗਤਾਂ ਦੀ ਤੁਹਾਨੂੰ ਜਾਣਕਾਰੀ ਬਾਰੇ ਦੱਸਿਆ ਵੀ ਜਿਹੜਾ ਕੈਲੰਡਰ ਹੈ ਇਹ ਹਮੇਸ਼ਾ ਵਿਦਵਾਨ ਬਣਾਉਂਦੇ ਹੁੰਦੇ ਆ। ਸਿੱਧ ਹੋ ਗਿਆ ਨਾ। ਹਿੰਦੂਆਂ ਦੇ ਕਿਸੇ ਮਹਾਂਪੁਰਖ ਨੇ ਕੈਲੰਡਰ ਨਹੀਂ ਬਣਾਇਆ, ਮੁਸਲਮਾਨਾਂ ਦੇ ਕਿਸੇ ਜਾਨੀ ਕਿ ਮਹਾਂਪੁਰਖ ਨੇ ਕੈਲੰਡਰ ਨਹੀਂ ਬਣਾਇਆ, ਈਸਾਈਆਂ ਦੇ ਕਿਸੇ ਮਹਾਂਪੁਰਖ ਨੇ ਕੈਲੰਡਰ ਨਹੀਂ ਬਣਾਇਆ। ਕੈਲੰਡਰ ਕੌਮ ਦੇ ਵਿਦਵਾਨ ਬਣਾਉਂਦੇ ਹੁੰਦੇ ਆ। ਤੇ ਸਾਡੀ ਕੌਮ ਦੇ ਵਿਦਵਾਨਾਂ ਨੇ ਉਸ ਤੋਂ ਪਹਿਲਾਂ ਸਾਰੀਆਂ ਗੋਸ਼ਟੀਆਂ ਹੋਈਆਂ, ਬਹੁਤ ਵੱਡੇ ਪੱਧਰ ਤੇ ਗੋਸ਼ਟੀਆਂ ਹੋਈਆਂ, ਵਿਚਾਰਾਂ ਹੋਈਆਂ। ਅਕਾਲ ਤਖ਼ਤ ਸਾਹਿਬ ਤੋਂ ਬਕਾਇਦਾ ਪ੍ਰਵਾਨਗੀ, ਫਿਰ ਸ਼੍ਰੋਮਣੀ ਕਮੇਟੀ ਨੂੰ ਬਕਾਇਦਾ ਹੁਕਮ ਕੀਤਾ ਵੀ ਇਹ ਛਾਪੋ ਵੰਡੋ, ਤੇ ਬਕਾਇਦਾ ਪੂਰੀ ਮਰਿਆਦਾ ਨਾਲ ਰਿਲੀਜ਼ ਹੋਇਆ, ਜਰਨਲ ਹਾਊਸ ਦੇ ਵਿੱਚ ਪਾਸ ਹੋਇਆ। ਜਿਹੜਾ ਜਰਨਲ ਹਾਊਸ ਹੈ ਨਾ ਸ਼੍ਰੋਮਣੀ ਕਮੇਟੀ ਦਾ, ਉਹਦੇ ਵਿੱਚ ਬਕਾਇਦਾ ਪਾਸ ਹੋ ਕੇ ਇਹ ਲਾਗੂ ਕੀਤਾ ਗਿਆ। ਜਿਹੜਾ ਤੁਹਾਨੂੰ ਪਤਾ ਹੈ ਪਾਕਿਸਤਾਨ ਕਮੇਟੀ ਨੇ ਮੰਨਿਆ, ਅਮਰੀਕਾ, ਕੈਨੇਡਾ ਦੀਆਂ ਸਰਕਾਰਾਂ ਨੇ ਮੰਨ ਲਿਆ ਸੀ, ਉਸ ਵੇਲੇ ਕੇਂਦਰ ਸਰਕਾਰ ਨੇ ਵੀ ਮੰਨ ਲਿਆ ਸੀ। ਸਾਰੇ ਤਕਰੀਬਨ ਲਾਗੂ ਹੋ ਚੁੱਕਿਆ ਸੀ। 8 ਸਾਲ ਲਾਗੂ ਰਿਹਾ। ਦੇਖੋ 8 ਸਾਲ। ਤੇ ਧਮਕੀ ਕੌਣ ਦੇ ਕੇ ਗਿਆ ਸੀ? ਇਹ ਗੱਲ ਸੁਣ ਲਿਓ ਦੁਬਾਰੇ ਵੀ ਮਸਲੇ ਕਿਉਂ। ਭਾਰਤੀ ਜਨਤਾ ਪਾਰਟੀ ਵਾਲੇ ਕਹਿ ਕੇ ਗਏ ਸੀ। ਅਕਾਲ ਤਖ਼ਤ ਤੇ ਪ੍ਰਿਥਵੀਪਾਲ ਸਿੰਘ ਕਹਿੰਦਾ ਇਹ ਕੌਮ ਦਾ ਮਸਲਾ ਨਹੀਂ, ਉਹ ਕਹਿੰਦਾ ਦੇਖਾਂਗੇ ਕਿੰਨਾ ਕੁ ਚਲਾਉਂਗੇ, ਦੇਖਾਂਗੇ ਤੁਸੀਂ ਕਿੰਨਾ ਕੁ ਚਲਾਉਂਗੇ ਕੈਲੰਡਰ। ਅਕਾਲ ਤਖ਼ਤ ਤੇ ਕਹਿ ਕੇ ਗਏ ਸੀ ਭਾਰਤੀ ਜਨਤਾ ਪਾਰਟੀ ਵਾਲੇ। ਕੰਨ ਸੁਣ ਕੇ ਖੁੱਲ ਕੇ ਸੁਣ ਲਓ ਦੁਬਾਰੇ ਜਿਹੜੀ ਤਕਲੀਫ ਹੁੰਦੀ ਹੈ ਕਿ ਅਸੀਂ ਉਹ ਜਾਂਦੇ ਏਜੰਟ ਬਣਨਾ ਹੈ। ਇਹ ਕੈਲੰਡਰ RSS ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਚੰਗਾ ਨਹੀਂ ਲੱਗਦਾ। ਤੇ ਸਾਡੇ ਲੀਡਰਾਂ ਦੇ ਥੱਲੇ ਲੱਗ ਕੇ ਇਹਨੂੰ ਕਤਲ ਕਰ ਰਹੇ ਆ, ਕਤਲ ਇਹਨਾਂ ਤੋਂ ਕਰਵਾ ਰਹੇ ਆ, ਡੇਰੇਦਾਰਾਂ ਨੂੰ ਮੂਹਰੇ ਲਾ ਕੇ ਤੇ ਆ ਚੌਧਰੀਆਂ ਨੂੰ ਮੂਹਰੇ ਲਾ ਕੇ। ਇਸ ਕਰਕੇ ਸਾਨੂੰ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ। ਤੇ ਨਾਲ ਆਪਾਂ ਗੱਲ ਕਰ ਰਹੇ ਸੀ ਬਾਣੀ ਦੇ ਆਧਾਰ ਤੇ ਰਾਜ ਦੀ। ਦੇਖੋ ਬਾਣੀ ਦੇ ਆਧਾਰ ਤੇ ਗੱਲ ਵੀ ਚੱਲ ਰਹੀ ਹੈ ਕਿ ਇਦਾਂ ਕੌਮ ਘਾਤੀ ਬਣ ਕੇ ਕਿਸੇ ਕੰਮ ਨਹੀਂ ਰਾਜ। ਇੱਕ ਮੈਂ ਅੱਜ ਦੇ ਮਸਲੇ ਤੇ ਹੋਰ ਵੀ ਗੱਲ ਕਹਿ ਦੇਵਾਂ, ਇਹ ਅੱਜ ਦੇ ਮਸਲੇ ਤੇ ਗੱਲ, ਕਰੰਟ ਮਸਲੇ, ਵੀ ਸਾਡੇ ਆਗੂਆਂ ਨੂੰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਤੋਂ ਥੋੜੀ ਕੁ ਸੇਧ ਲੈ ਲੈਣੀ ਚਾਹੀਦੀ ਹੈ ਵੀ ਰਾਜ ਕਿਵੇਂ ਕਰੀਦਾ, ਕਿਵੇਂ ਅਣਖ ਤੇ ਕੌਮੀ ਮਸਲੇ ਤੇ ਕਿਵੇਂ ਜੁਰਤ ਦੇ ਨਾਲ ਜਾਣੀ ਕਿ ਕੁਝ ਕਰੀਦਾ। ਬੋਲੋ ਸਤਨਾਮ। ਲੈ ਦੁਬਾਰੇ ਸੁਣ ਲਓ, ਇਹ ਲੈ ਲੈਣੀ ਚਾਹੀਦੀ ਹੈ, ਲੈ ਲੈਣੀ ਚਾਹੀਦੀ ਅਕਲ ਸਾਨੂੰ ਵੀ। ਸੋਚੋ ਸਾਡੇ ਜਿਹੜੇ ਨੌਜਵਾਨਾਂ ਦੀਆਂ ਕਿੱਦੇ ਦੀਆਂ ਪੂਰੀਆਂ ਹੋ ਚੁੱਕੀਆਂ ਉਮਰ ਕੈਦਾਂ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸਾਡੇ ਲੀਡਰ ਆਵਾਜ਼ ਚੁੱਕਦੇ ਆ। ਉਹ ਮੁਫਤੀ ਦੇਖੋ, ਮੁਫਤੀ ਦੇਖੋ, ਉਹਨਾਂ ਦਾ ਵੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੈ ਨਾ, ਦਿੱਤੀ ਚਲੋ ਉਹਨਾਂ ਨੇ ਕੀਤੀ। ਦੇਖੋ ਇਹ ਲੈ ਲੈਣੀ ਚਾਹੀਦੀ ਅਕਲ। ਮਾੜੀ ਜੀ ਸੁਣ ਲਿਓ ਸਾਰੇ, ਅਕਲ ਲੈਣੀ ਚਾਹੀਦੀ ਹੈ ਸਾਡੇ ਲੀਡਰਾਂ ਨੂੰ ਵੀ। ਤੇ ਆ ਤੁਹਾਨੂੰ ਹੁਣੀ ਪਤਾ ਹੈ ਵੀ ਬੇਅਸੂਲੇ ਗੱਠਜੋੜ, ਇੱਕ ਜਾਨੀ ਕਿ ਕਿਸਾਨਾਂ ਦੀ ਪਾਰਟੀ, ਆਪਾਂ ਕਹਿੰਦੇ ਕਿਸਾਨਾਂ ਦੀ, ਤੇ ਜ਼ਮੀਨ ਪ੍ਰਾਪਤੀ ਬਿੱਲ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜਿਹੜਾ ਬਿੱਲ ਕਿਸਾਨਾਂ ਦਾ ਗਲਾ ਘੋਟ ਰਿਹਾ ਹੈ, ਜ਼ਮੀਨ ਪ੍ਰਾਪਤੀ ਵੇਲੇ ਕਿਸਾਨ ਦੀ ਸਹਿਮਤੀ ਲੈਣ ਦੀ ਕੋਈ ਲੋੜ ਨਹੀਂ। ਬੋਲੋ ਸਤਨਾਮ। ਕੀ ਇਹ ਮਸਲੇ ਨਹੀਂ, ਇਹ ਮਸਲੇ ਨਹੀਂ, ਹੱਦ ਹੁੰਦੀ ਹੈ ਕਿਤੇ ਦੀ।
ਕਿਸੇ ਗੱਲ ਦੀ ਹੱਦ ਹੁੰਦੀ ਹੈ। ਇਹਨਾਂ ਥੱਲੇ ਲੱਗ ਕੇ ਰਾਜ ਕਿਸੇ ਕੰਮ ਨਹੀਂ, ਆਪਣੀ ਜ਼ਮੀਰ ਵੇਚਦੇ ਨਹੀਂ, ਰਾਜ ਕਿਸੇ ਕੰਮ ਨਹੀਂ। ਕੌਮ ਘਾਤ ਬਣਨਾ, ਕੌਮ ਘਾਤੀ ਬਣ ਕੇ ਰਾਜ ਕਿਸੇ ਕੰਮ ਨਹੀਂ। ਹੁਣ ਸੁਣ ਲਿਓ, ਇਹ ਰਾਜ ਦਾ ਨੁਕਤਾ ਗੁਰਬਾਣੀ ਦੇ ਆਧਾਰ ਦਿੱਤੀ ਹੈ ਵੀ ਇਹ ਜਿਹਾ ਰਾਜ ਕਿਸੇ ਕੰਮ ਨਹੀਂ। ਬਾਣੀ ਦੇ ਫੈਸਲੇ ਸੁਣ ਲਓ। ਜਿਵੇਂ ਫਰਜ਼ ਕਰੋ ਜਿਹੜੇ ਮਨੁੱਖਤਾ ਦਾ ਖੂਨ ਪੀਣੇ ਹੁੰਦੇ ਨੇ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਰਾਜੇ ਸ਼ੀਹ ਮੁਕੱਦਮ ਕੁੱਤੇ। ਇਹ ਗੁਰਬਾਣੀ ਦੀਆਂ ਗੱਲਾਂ ਹੈ। ਜਿਹੜੇ ਮਨੁੱਖਤਾ ਦਾ ਖੂਨ ਪੀਣ ਉਹ ਰਾਜੇ ਬਘਿਆੜ ਹੁੰਦੇ ਆ, ਤੇ ਉਹਨਾਂ ਦੇ ਅਹਿਲਕਾਰ ਹੈ ਜਿਹੜੇ ਉਹ ਕੁੱਤੇ ਹੁੰਦੇ ਆ। ਰਾਜ ਦੀ ਗੱਲ ਵੀ ਸਮਝਾਈਏ ਬਾਣੀ ਤੋਂ, ਸੁਣ ਲਿਓ ਕੰਨ ਖੋਲ ਕੇ। ਰਾਜੇ ਸ਼ੀਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤੇ ਹੋ ਛੱਟ ਜਾਹੋ। ਕਹਿੰਦੇ ਜਦੋਂ ਕੀ ਕਰਦੇ ਨੇ ਫਿਰ ਕਰਮਚਾਰੀ, ਕਹਿੰਦੇ ਜਿਹੜੇ ਅਹਿਲਕਾਰ ਕੁੱਤੇ ਉਹ ਜਾਨੀ ਕਿ ਫਿਰ ਸ਼ਿਕਾਰ ਕਰਦੇ ਨੇ ਮਨੁੱਖਤਾ ਦਾ, ਤੇ ਇਹਨਾਂ ਕਰਮਚਾਰੀਆਂ ਦੇ ਰਾਹੀਂ ਸਮੇਂ ਦਾ ਬਘਿਆੜ ਰਾਜਾ ਮਨੁੱਖਤਾ ਦਾ ਖੂਨ ਪੀਂਦਾ। ਇਹਦਾ ਸਿੱਧਾ ਅਰਥ ਪਤਾ ਕੀ ਬਣ ਗਿਆ? ਅੱਜ ਦੇ ਸਮੇਂ ਤੇ ਅਰਥ ਕਰਾਂ ਇਸ ਪੰਕਤੀ ਦਾ, ਕਿਤੇ ਵੀ ਕੋਈ ਝੂਠਾ ਪੁਲਿਸ ਮੁਕਾਬਲਾ ਹੁੰਦਾ ਹੈ, ਉਹਦੇ ਪਿੱਛੇ ਸਮੇਂ ਦੇ ਹਾਕਮ ਦੀ ਸਹਿਮਤੀ ਹੁੰਦੀ ਹੈ। ਸਮੇਂ ਦੇ ਰਾਜੇ ਦੀ ਸਹਿਮਤੀ ਤੋਂ ਬਿਨਾਂ ਉਹ ਕਰਮਚਾਰੀ ਕੁੱਤੇ ਝੂਠਾ ਮੁਕਾਬਲਾ ਨਹੀਂ ਬਣਾ ਸਕਦੇ। ਬੋਲੋ ਸਤਨਾਮ। ਇਹ ਮੰਨਿਆ ਪਰਮਾ ਸੱਚ ਬਾਣੀ ਚ ਹੈ। ਹੁਣ ਇਹ ਕੱਲ ਨੂੰ ਕਹੇ ਕੋਈ ਸਟੇਜਾਂ ਤੇ ਕੀ ਗੱਲਾਂ ਕਰਦੇ ਹੋ, ਕੌਮੀ ਚਿੰਤਨਾ ਸਟੇਜਾਂ ਤੇ ਹੁੰਦਾ। ਸੁਣ ਲਿਓ ਬਾਣੀ ਦਾ ਅਰਥ ਕੀ ਬਣ ਗਿਆ ਕਿਤੇ, ਕਿਉਂਕਿ ਹਮੇਸ਼ਾ ਸਮੇਂ ਦੇ ਹਾਕਮ ਦੀ ਸਹਿਮਤੀ ਤੋਂ ਬਿਨਾਂ ਝੂਠਾ ਮੁਕਾਬਲਾ ਨਹੀਂ ਹੋ ਸਕਦਾ। ਸਮੇਂ ਦੇ ਹਾਕਮ ਦੀ ਸਹਿਮਤੀ ਤੋਂ ਬਿਨਾਂ। ਏਦਾਂ ਗੁਰੂ ਨਾਨਕ ਸਾਹਿਬ ਨੇ ਬੜੀਆਂ ਗਹਿਰੀਆਂ ਗੱਲਾਂ ਬਾਣੀ ਚ ਦੱਸੀਆਂ। ਦੇਖੋ, ਪਹਿਲਾਂ ਆਪਾਂ ਪ੍ਰਮਾਣ ਦੱਸੀ ਹਾਰਨਾ ਵਾਜਾਂ ਤੇ ਸਿੱਖਦਾਰਾਂ, ਵੀ ਜੇ ਆਗੂ ਲੋਕ ਪਾਲਤੂ ਹਰਨ ਦੀ ਤਰ੍ਹਾਂ ਹੋ ਜਾਣ, ਕਿਸ ਕੰਮ ਹੈ ਜਿਸ ਹਰਨ ਨੇ ਆਪਣੀ ਸਹੂਲਤ ਖਾਣ ਪੀਣ ਵਾਸਤੇ ਉਹ ਕੀ ਕਰਦਾ, ਦੂਜੇ ਹਰਨਾਂ ਦੀ ਟੋਲੀ ਵਿੱਚ ਜਾਂਦਾ, ਉਹਨਾਂ ਨੂੰ ਗੇੜਾ ਜਾ ਦੇ ਕੇ ਉਧਰ ਨੂੰ ਲੈ ਆਉਂਦਾ। ਆਪਦੇ ਮਾਲਕ ਦੀ ਇੱਥੇ ਫਾਹੀ ਲੱਗੀ ਹੁੰਦੀ ਸੀ, ਜਾਣ ਲੱਗਿਆ ਹੁੰਦਾ, ਲਿਆ ਕੇ ਫਸਾ ਦਿੰਦਾ। ਉਹਦੇ ਮਗਰ ਲੱਗ ਜਾਂਦੇ, ਕਾਹਦੇ ਵਾਸਤੇ? ਵੀ ਸਾਡਾ ਹੀ ਭਰਾ ਹੈ। ਬੋਲੋ ਸਤਨਾਮ। ਇਹ ਬਾਣੀ ਦੇ ਫੈਸਲੇ ਕਿਹਦੇ ਹੈ? ਕਿਹਦੇ ਨੇ? ਤਾਂ ਤੇ ਸਿੱਖਦਾਰਾਂ ਦੀ ਗੱਲ ਆ ਗਈ। ਚੌਧਰੀ ਜਿਹੜਾ ਆਪਣੇ ਚੌਧਰਪਣੇ ਨੂੰ ਕਾਇਮ ਰੱਖਣ ਵਾਸਤੇ ਯਾਨੀ ਕਿ ਬੇਅਸੂਲੇ ਗੱਠਜੋੜ, ਬੇਅਸੂਲੇ ਸਮਝੌਤੇ, ਜ਼ਮੀਰ ਮਾਰ ਮਾਰ ਕੇ ਯਾਨੀ ਕਿ ਸਮਰਥਨ ਕਰਨਾ। ਇਹ ਕੀ ਹੈ? ਇਹ ਕੀ ਹੈ? ਇਹਨੂੰ ਕਹਿੰਦੇ ਨੇ ਗੁਰੂ ਜੀ ਐਸੋ ਰਾਜ ਨ ਕਿਤੈ ਕਾਜ। ਐਸਾ ਰਾਜ ਕਿਸੇ ਕੰਮ ਨਹੀਂ। ਆਪਣਾ ਸਵੈ ਮਨ ਅਣਖ ਨੂੰ ਜਗਾਓ, ਥੋੜਾ ਸਮਝਣ ਦੀ ਕੋਸ਼ਿਸ਼ ਕਰੋ। ਜਾਲ ਕੀ ਹੈ, ਕੀ ਜਾਲ ਸਾਡੇ ਤੇ ਪਾਇਆ ਗਿਆ ਹੈ। ਇੱਕ ਦੋ ਹੁਣ ਮੌਕੇ ਤੇ ਗੱਲ ਚੱਲ ਪਈ, ਇੱਕ ਦੋ ਮਸਲਿਆਂ ਤੋਂ ਤੁਹਾਨੂੰ ਮੈਂ ਕੈਲੰਡਰ ਦਾ ਮਸਲਾ ਹੋਰ ਸਮਝਾਵਾਂ। ਤੁਸੀਂ ਮੈਨੂੰ ਪ੍ਰਸ਼ਨ ਦਾ ਨਾ ਜਵਾਬ ਦਿਓ। ਇੱਕ ਸਿੱਧਾ ਜਿਹਾ ਪ੍ਰਸ਼ਨ ਮੈਂ ਤੁਹਾਨੂੰ ਕਰਨ ਲੱਗੇ ਵੀ ਮੰਨ ਲਓ ਕੋਈ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦਾ ਹੈ, ਜ਼ਰੂਰੀ ਨਹੀਂ ਮਨਾਉਣਾ, ਮੰਨ ਲਓ ਕਿ ਹੈ, ਮੰਨ ਲਓ ਕਿਸੇ ਦੇ ਬੱਚੇ ਦਾ ਜਨਮ ਦਿਨ 5 ਜਨਵਰੀ ਹੈ, ਮੰਨ ਲਓ, ਕੀ ਤੁਸੀਂ 5 ਜਨਵਰੀ ਨੂੰ ਬੱਚੇ ਦਾ ਜਨਮ ਦਿਨ ਮਨਾ ਕੇ ਆਪਣੇ ਦਾ 28 ਦਸੰਬਰ ਨੂੰ ਦੁਬਾਰੇ ਮਨਾਓਗੇ? ਕਰਿਓ ਹੱਥ ਖੜਾ। ਭੈਣਾਂ ਦੱਸਿਓ। ਕਈ ਭੈਣਾਂ ਕਹਿਣਗੇ ਵੀ ਇਹ ਕਿਵੇਂ ਹੋ ਸਕਦਾ, ਐਂ ਕਹਿਣਗੇ ਨਾ ਭੈਣਾਂ ਵੀ 5 ਜਨਵਰੀ ਨੂੰ ਮਨਾ ਲਿਆ, 28 ਦਸੰਬਰ ਨੂੰ ਦੁਬਾਰੇ ਕਿਵੇਂ ਮਨਾਵਾਂਗੇ? ਇਹੀ ਕਹੋਗੇ ਨਾ। ਫਿਰ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨਾਲ ਕੀ ਮਾਹੌਲ ਕੀਤਾ ਜਾ ਰਿਹਾ ਹੈ? ਪਹਿਲਾਂ 5 ਜਨਵਰੀ, ਉਸੇ ਸਾਲ ਚ ਦੁਬਾਰੇ 28 ਦਸੰਬਰ। ਬੋਲੋ ਸਤਨਾਮ। ਇਹ ਮਾਹੌਲ ਨਹੀਂ? ਕੀ ਇਹ ਮਾਹੌਲ ਨਹੀਂ? ਤੇ ਉਦੋਂ ਬਾਅਦ ਫਿਰ ਉਦੋਂ ਬਾਅਦ ਕੀ ਹੁਣ 15 ਵਿੱਚ ਆਉਣਾ ਨਹੀਂ, ਤੇ 16 ਦੇ ਵਿੱਚ 373 ਦਿਨਾਂ ਦੇ ਬਾਅਦ ਆਊਗਾ। ਕੀ ਕੋਈ ਸਾਲ 373 ਦਿਨਾਂ ਦਾ ਹੁੰਦਾ ਹੈ? ਦੱਸਿਓ। ਅੱਜ ਦੇ ਸਮੇਂ 'ਚ ਕੋਈ 373 ਦਿਨਾਂ ਦਾ ਸਾਲ ਮੰਨੇ ਉਹਨੂੰ ਮੂਰਖੀ ਮੰਨਿਆ ਜਾਊਗਾ। 365 ਦਿਨਾਂ ਤੋਂ ਬਾਅਦ ਤਾਂ ਕੋਈ ਸਾਲ ਹੁੰਦਾ ਹੀ ਨਹੀਂ। 365 ਸਹੀ ਕਵਟਾ 4 ਸਾਲਾਂ ਦੇ ਬਾਅਦ ਲੀਪ ਦਾ ਸਾਲ, ਇੱਕ ਫਰਵਰੀ ਦਾ ਮਹੀਨਾ ਵੱਧ ਜਾਂਦਾ ਕਹਿ ਲਓ। ਕੀ 365.254 ਇਦੋਂ ਵੱਧ ਕੋਈ ਦਿਨ ਹੁੰਦਾ ਹੈ? ਕੋਈ ਨਹੀਂ ਹੁੰਦਾ। 373 ਦਿਨਾਂ ਦਾ ਕਿਹੜਾ ਦਿਨ ਸਾਲ ਹੁੰਦਾ ਹੈ? ਉਹ ਕਿਉਂ ਬਣਦਾ ਹੈ? ਕਿ ਆਮ ਲੋਕਾਂ ਨੂੰ ਸਮਝਾਵਾਂ, ਆਮ ਸੌਖੀ ਭਾਸ਼ਾ 'ਚ ਇਹ ਕੀ ਕਰਦੇ ਨੇ? ਮਲ ਮਾਸ ਲਾ ਦਿੰਦੇ ਨੇ ਵਿੱਚ। ਮਲ ਮਾਸ ਦਾ ਅਰਥ ਹੁੰਦਾ ਗੰਦਾ ਮਹੀਨਾ। ਗੰਦਾ ਕਿਉਂਕਿ ਚੰਦਰਮਾ ਦੇ ਮੁਤਾਬਕ ਜਿਹੜੇ ਉਹ ਦਿਨ ਘਟਦੇ ਜਾਂਦੇ ਨੇ। 354 ਦਾ ਦਿਨ ਹੈ ਨਾ ਚੰਦਰਮਾ ਦਾ, 354 ਦਿਨਾਂ ਦਾ ਸਾਲ ਹੈ। 11 ਘਟਦੇ ਜਾਂਦੇ ਨੇ। ਅਖੀਰ ਦੇ ਉੱਤੇ ਜਾ ਕੇ ਪੂਰਾ ਕਰਨ ਵਾਸਤੇ ਕੀ ਇੱਕ ਵਿੱਚ ਮਲ ਮਾਸ ਲਾ ਦਿੰਦੇ ਨੇ, ਗੰਦਾ ਮਹੀਨਾ। ਕੀ ਗੁਰਬਾਣੀ ਗੰਦਾ ਮਹੀਨਾ ਮੰਨਦੀ ਹੈ? ਗੁਰਬਾਣੀ ਕਹਿ ਰਹੇ ਜਿਹੜਾ ਥਿੱਤਾਂ ਵਾਰਾਂ ਨੂੰ ਮੰਨਦਾ ਹੈ ਉਹ ਮੂਰਖ ਹੁੰਦਾ ਹੈ। ਬੋਲੋ ਸਤਨਾਮ। ਥਿੱਤੀ ਵਾਰ ਸੇਵਹਿ ਮੁਕਤ ਗਾਵਾਰ। ਤੇ ਅਸੀਂ ਤਾਂ ਪੂਰੇ ਮਹੀਨੇ ਨੂੰ ਭਾਵੇਂ ਉਸ ਸਿਸਟਮ ਨੂੰ ਮੰਨ ਲਿਆ ਕਿ ਉਹ ਸਿਸਟਮ ਦੇ ਮੁਤਾਬਕ ਹੀ ਹੈ ਨਾ। ਸਿਸਟਮ ਦੇ ਮੁਤਾਬਕ ਹੁਣ 11 ਦੂਣੀ 22 ਦਿਨ ਵੱਧ ਗਏ, 30 ਦਿਨਾਂ ਦਾ ਮਹੀਨਾ ਲਾਤਾ ਨਵਾਂ ਮਲ ਪਾ। ਉਸ ਮਹੀਨੇ 'ਚ ਕਹਿੰਦੇ ਕੁਛ ਨਹੀਂ ਕਿਸੇ ਨੇ ਮਨਾਉਣਾ।
30 ਦਿਨਾਂ ਦਾ 22 ਦਿਨ ਘਟ ਗਏ ਸੀ, 30 ਦਿਨਾਂ ਦਾ 8 ਦਿਨ ਵੱਧ ਗਏ, 365 ਤੇ 8 373 ਦਿਨਾਂ ਦੇ ਬਾਅਦ ਆਊ ਗੁਰਪੁਰਬ। ਉਹ ਮਲਮਾਸ ਮੰਨ ਨਹੀਂ ਹੋਇਆ, ਹੋਰ ਕੀ ਹੋਇਆ? ਕੀ ਅਸੀਂ ਸਿਸਟਮ, ਕੀ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਕਿ ਇਹ ਇੱਕ ਦਿਨ 2 ਸਿੱਤਾਂ ਹੋ ਗਈਆਂ, ਆ 2 ਪੰਚਮੀਆਂ ਇਕੱਠੀਆਂ ਹੋ ਗਈਆਂ, ਜਾਂ ਇੱਕ ਸਿੱਤ 2 ਦਿਨ ਹੋ ਗਈ, ਕੀ ਇਸ ਸਿਸਟਮ ਨੂੰ ਮੰਨਦੀ ਹੈ ਗੁਰਬਾਣੀ? ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝ ਗਏ, ਥਿੱਤਾਂ ਵਾਰਾਂ ਇਹ ਸੁਦੀਆਂ ਵਧੀਆਂ ਤਾਂ ਤੇ ਮਾੜੇ ਚੰਗੇ ਦਿਨ ਮੰਨਣੇ, ਇਹ ਤਾਂ ਮੂਰਖਤਾ ਹੈ। ਅਸੀਂ ਪੂਰੇ ਮਹੀਨੇ ਨੂੰ, ਕਿਉਂਕਿ ਉਸ ਸਿਸਟਮ ਨੇ ਆਪਣੇ ਨੂੰ ਮੰਨਣ ਨਾ ਮੰਨਣ, ਉਸ ਸਿਸਟਮ ਨੂੰ ਦੇ ਵਿੱਚ ਮਲਮਾਸ ਹੈ ਇੱਕ, ਜਿਹੜਾ ਪੂਰਾ ਗੰਦਾ ਮਹੀਨਾ ਮੰਨਿਆ ਗਿਆ। ਇਸ ਗੰਦੇ ਮਹੀਨੇ ਵਿੱਚ ਕੋਈ ਵਿਆਹ ਨਹੀਂ ਕਰਨਾ, ਕੋਈ ਪ੍ਰਕਾਸ਼ ਪੁਰਬ, ਕੋਈ ਸ਼ੁਭ ਕੰਮ, ਸ਼ੁਭ ਦਿਹਾੜਾ ਨਹੀਂ ਮਨਾਉਣਾ। ਉਹ ਕਹਿੰਦੇ ਨੇ, ਅਸੀਂ ਵੀ ਮੰਨ ਲਈ ਇਹ ਗੱਲਾਂ। ਇਸ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਜ਼ਬਾਤੀ ਹੋਣ ਦੀ ਬਜਾਏ। ਆ ਸਿਸਟਮ ਸਮਝੋ, ਗੰਦਾ ਮਹੀਨਾ ਵਿੱਚ ਕਲਾ ਦਿੱਤਾ, ਉਹ ਅਸੀਂ ਵੀ ਮੰਨ ਲਿਆ। ਇਸੇ ਕਰਕੇ 15 ਦੇ ਵਿੱਚ ਗੁਰਪੁਰਬ ਬਣੀ। ਇਹਨਾਂ ਗੱਲਾਂ ਤੋਂ ਇੱਕ ਗੱਲ ਹੋਰ ਕਹਾਂ ਤੁਹਾਨੂੰ ਵੀ ਦੇਖੋ, ਉਹਨਾਂ ਲੋਕਾਂ ਨੇ ਤਾਂ ਸੁਦੀ ਬਦੀ ਛੱਡ ਦਿੱਤੀ, ਅਸੀਂ ਛੱਡੀ ਨਹੀਂ। ਜਿਨ੍ਹਾਂ ਦਾ ਸਿਸਟਮ ਸੀ, ਕਿਵੇਂ 26 ਜਨਵਰੀ ਸੁਦੀ ਬਦੀ ਮੁਤਾਬਕ ਕਿਉਂ ਨਹੀਂ ਬਣਾਈ ਜਾਂਦੀ? ਆਊਗਾ ਅਕਲ ਸਾਨੂੰ ਕਦੇ? 26 ਜਨਵਰੀ ਸੁਦੀ ਬਦੀ ਮੁਤਾਬਕ ਅੱਗੇ ਪਿੱਛੇ 15 ਅਗਸਤ ਫਿਕਸ ਹੈ। ਅੱਜ ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓ, ਗਾਂਧੀ ਦਾ ਜਨਮ ਦਿਨ ਫੱਟਦੇ ਨੇ, ਕਹਿ ਦਿਓ 2 ਅਕਤੂਬਰ, ਕਹਿ ਦਿਓ ਗੁਰਪੁਰਬ ਪੁੱਛ ਲਿਓ, ਬੱਚਾ ਤਾਂ ਕਿਸੇ ਦੋਸਤੋਂ ਮੈਂ ਵੀ ਨਹੀਂ ਦੱਸ ਸਕਣਾ ਵੀ ਪਤਾ ਨਹੀਂ ਜੰਤਰੀ ਦੇਖਾਂਗੇ ਕਦੋਂ ਆਊਗਾ, ਬੋਲੋ ਸਤਨਾਮ। ਹੈ ਨਾ ਦਿਲਾਂ ਦਾ ਜਵਾਬ। ਗਾਂਧੀ ਦਾ ਜਨਮ ਦਿਨ ਕਿਉਂ ਯਾਦ ਹੈ ਸਾਰੇ ਬੱਚਿਆਂ ਨੂੰ? ਕਿਉਂਕਿ ਫਿਕਸ ਹੈ 2 ਅਕਤੂਬਰ। ਨਹਿਰੂ ਦਾ ਪੁੱਛ ਲਿਓ, ਕਹਿੰਦੇ 14 ਨਵੰਬਰ ਫੱਟਦੇ ਨੇ, ਦੱਸ ਦੇਣਗੇ ਹੀ, ਦੱਸ ਦੇਣਗੇ ਨਾ। 26 ਜਨਵਰੀ 15 ਅਗਸਤ ਤੇ ਅਸੀਂ ਆਪਣੇ ਗੁਰੂਆਂ ਦੇ ਗੁਰਪੁਰਬ ਫਿਕਸ ਕਿਉਂ ਨਹੀਂ ਕਰ ਸਕਦੇ? ਕਿਉਂ ਨਹੀਂ ਕਰ ਸਕਦੇ ਦੱਸੋ? ਇਸ ਕਰਕੇ ਇਹ ਕੌਮੀ ਮਸਲੇ ਨੇ, ਯਾਦ ਰੱਖਿਓ। ਇਹ ਮਸਲੇ ਸਿਧਾਂਤਕ ਨੇ, ਇਹ ਮਸਲੇ ਸਿੱਧੀ ਭਾਸ਼ਾ ਵਿੱਚ ਸਮਝਾਵਾਂਗੇ ਆਮ ਸਾਡੇ ਭੈਣਾਂ ਭਰਾਵਾਂ ਨੂੰ, ਤਾਂ ਪਤਾ ਲੱਗੂ ਵੀ ਗੱਲ ਕੀ ਹੈ, ਇਹ ਮਸਲਾ ਕੀ ਹੈ। ਇਸ ਕਰਕੇ ਇਹਨਾਂ ਮਸਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਡੇਰੇਦਾਰਾਂ ਦੇ ਮਗਰ ਨਾ ਲੱਗੋ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ ਨੂੰ ਮੰਨਿਆ ਹੀ ਨਹੀਂ, ਜਿਨ੍ਹਾਂ ਨੇ ਵਰਸੀ ਮਨਾਉਣੀ ਹੈ, ਬੜੇ ਬੜੇ ਬੋਰਡ ਲੱਗੇ ਪੈਂਦੇ ਡੇਰਿਆਂ ਵੱਲੋਂ, ਫਲਾਣੇ ਬਾਬੇ ਦੀ ਵਰਸੀ, ਵੱਡੇ ਮਹਾਂਪੁਰਖਾਂ ਦੀ, ਵਿਚਾਲੜੇ ਮਹਾਂਪੁਰਖਾਂ ਦੀ ਛੋਟੇ, ਕਦੇ ਗੁਰਪੁਰਬ ਦੇ ਵੀ ਏਦਾਂ ਬੋਰਡ ਲਾਏ ਆ ਡੇਰੇਦਾਰਾਂ ਨੇ। ਦੱਸੋ, ਇਹ ਵਰਸੀ ਕਲਚਰ ਨੇ ਗੁਰੂਆਂ ਦੇ ਗੁਰਪੁਰਬ ਸ਼ਹੀਦਾਂ ਦੇ ਦਿਹਾੜਿਆਂ ਨੂੰ ਦਬਾ ਦਿੱਤਾ। ਬੋਲੋ ਸਤਨਾਮ। ਦਬ ਕੇ ਰਹਿ ਗਏ ਸਾਡੇ ਕੌਮੀ ਦਿਹਾੜੇ, ਸਾਡੇ ਸ਼ਹੀਦਾਂ ਦੇ ਦਿਹਾੜੇ। ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਤੇ ਇਹ ਗੱਲਾਂ ਅਸੀਂ ਸਮਝਣੀਆਂ। ਤੇ ਕਮੇਟੀ ਕਿਹੜੀ ਬਣਾਈ ਹੈ? ਕਮੇਟੀ ਜਿਹੜੇ ਪਹਿਲੇ ਨਹੀਂ ਮੰਨਦੇ, ਉਹ ਕਮੇਟੀ ਜਿਹੜੇ ਅਕਾਲ ਤਖ਼ਤ ਦੀ ਮਰਜ਼ਾਦਾ ਨਹੀਂ ਮੰਨਦੇ। 2 ਤਖ਼ਤਾਂ ਦੇ ਉੱਤੇ ਤਾਂ ਇਹਨਾਂ ਨੇ ਕੀ ਮਨਮੱਤੀ ਰੀਤਾਂ ਚਲਾਈਆਂ ਹੋਈਆਂ, ਜੋ ਸਾਡੇ ਸਤਿਕਾਰਯੋਗ ਸਥਾਨ ਨੇ, ਤਖ਼ਤ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਇੱਥੇ ਇਹਨਾਂ ਨੇ ਕਿਹੜੀਆਂ ਰੀਤਾਂ ਚਲਾਈਆਂ ਹੋਈਆਂ ਨੇ? ਉਹ ਕਮੇਟੀਆਂ ਦੇ ਵਿੱਚ, ਜਿਨ੍ਹਾਂ ਨੇ ਕਦੇ ਮੰਨੀ ਨਹੀਂ ਗੁਰਮੱਤ ਨੂੰ। ਤੁਸੀਂ ਦੱਸ ਦਿਓ ਮੈਨੂੰ, ਜਾਂ ਤੁਸੀਂ ਜਵਾਬ ਦੇ ਦਿਓ ਹੁਣ, ਕੀ ਬੱਕਰੇ ਦੀ ਬਲੀ ਦੇਣੀ ਗੁਰਮੱਤ ਹੈ? ਦੱਸ ਦਿਓ ਭਾਈ, ਸਾਰੇ ਦੱਸ ਦਿਓ ਹੁਣ। ਹੋਰ ਪਿੱਛੋਂ ਆ ਜਾਓ ਕੋਈ ਉਹਦੇ ਨੂੰ ਜੇ ਦੱਸਣਾ ਚਾਹੁੰਦਾ ਤਾਂ। ਬੱਕਰੇ ਦੀ ਬਲੀ ਦੇਣੀ ਕਿਹਦਾ ਕੰਮ ਹੈ? ਪਾਂਡੇ ਦਾ। ਕਿੱਥੇ ਦਿੱਤੀ ਜਾਂਦੀ ਹੈ? ਮੰਦਿਰ 'ਚ। ਪਾਂਡਾ ਦਾ ਪੁਜਾਰੀ, ਜ਼ਿਆਦਾ ਵੀ ਵਿਰੋਧ ਨਹੀਂ। ਤੇ ਜਿਹੜੇ ਹਜ਼ੂਰ ਸਾਹਿਬ, ਨਿਸ਼ਾਨ ਸਾਹਿਬ ਕੋਲੇ ਬੱਕਰਿਆਂ ਦੀਆਂ ਬਲੀ ਦੇ ਕੇ ਤੇ ਸ਼ਾਸਤਰਾਂ ਨੂੰ ਤਿਲਕ ਲਾਉਂਦੇ ਫਿਰਦੇ ਆ, ਇਉਂ ਸਮਝ ਲਓ ਸਾਡੇ ਵਿੱਚ ਕੇਸਾਧਾਰੀ, ਕਸ਼ਹਿਰਾਧਾਰੀ ਪਾਂਡੇ ਪੈਦਾ ਹੋ ਗਏ। ਬੋਲੋ ਸਤਨਾਮ। ਇਹ ਪਾਂਡਾਬਾਦ ਹੈ, ਹੋਰ ਕੀ ਹੈ ਇਹ? ਪਾਂਡਾ ਮੰਦਿਰ ਵਿੱਚ ਬਲੀ ਦਿੰਦਾ ਤੇ ਸਾਡਿਆਂ ਨੇ ਉੱਥੇ ਸ਼ੁਰੂ ਕਰ ਲਈ। ਬੋਲਦੇ ਕਿਉਂ ਨਹੀਂ? ਸਾਨੂੰ ਕਿੰਨੇ ਸਾਲ ਹੋ ਗਏ ਗੱਲਾਂ ਕਰਦਿਆਂ ਨੂੰ, ਬੋਲਦੇ ਕਿ ਮਨਮੱਤਾਂ ਨੂੰ ਕਿੱਦੇ ਰੋਕਾਂਗੇ? ਇਹਨਾਂ ਨੇ ਤਖਤਾਂ ਨੂੰ ਮੰਦਿਰ ਬਣਾ ਦਿੱਤਾ, ਮੰਦਿਰ ਬਣਾ ਦਿੱਤਾ ਤਖਤਾਂ ਨੂੰ। ਯਾਦ ਰੱਖਿਓ, ਬੱਕਰੇ ਦੀ ਬਲੀ ਦੇਣੀ, ਜਾਨਵਰਾਂ ਦੀਆਂ ਬਲੀਆਂ ਦੇਣੀਆਂ। ਬਾਣੀ 'ਚ ਕੀ ਲਿਖਿਆ ਹੈ? ਪੜੋ, ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਬਰ ਕਰ ਥਾਪੋ, ਕਾਕੋ ਕਹੋ ਕਸਾਈ। ਗੁਰਬਾਣੀ ਤਾਂ ਆਪਣੇ ਸਾਰਿਆਂ ਵਾਸਤੇ ਹੈ ਨਾ। ਕਬੀਰ ਸਾਹਿਬ ਜੀ ਮਹਾਰਾਜ ਨੇ ਬੜਾ ਗਹਿਰਾ ਜਾਨੀ ਕਿ ਪ੍ਰਸ਼ਨ ਕੀਤਾ ਉਸ ਵੇਲੇ ਦੇ ਪਾਂਡੇ ਨੂੰ। ਸੋਹਣੇ ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਜੀ ਵਧੋ ਸੋ ਧਰਮ ਕਰ ਥਾਪੋ। ਜੇ ਤੁਸੀਂ ਜੀਵਾਂ ਨੂੰ ਵੱਧ ਕਰਨਾ, ਭਾਵ ਜਾਨਵਰਾਂ ਦੀਆਂ ਬਲੀਆਂ ਦੇਣ ਨੂੰ ਧਰਮ ਕਰਕੇ ਥਾਪਦੇ ਹੋ, ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਫਿਰ ਤੁਸੀਂ ਅਧਰਮ ਕਿਸ ਨੂੰ ਕਹਿੰਦੇ ਹੋ? ਆਪਸ ਕੋ ਮੁਨਬਰ ਕਰ ਥਾਪੋ, ਕਹਿੰਦੇ ਤੁਸੀਂ ਆਪਣੇ ਆਪ ਨੂੰ ਧਰਮ ਦੇ ਮੁਖੀ ਥਾਪਦੇ ਹੋ। ਇਹ ਜਾਨਵਰਾਂ ਦੀਆਂ ਬਲੀਆਂ ਦੇ ਕੇ ਤੁਸੀਂ ਕਹਿੰਦੇ ਹੋ ਅਸੀਂ ਧਰਮ ਦੇ ਮੁਖੀ ਹਾਂ, ਇਹ ਅਸੀਂ ਧਰਮ ਦੀ ਮਰਜ਼ਾਦਾ ਦੇ ਮੁਤਾਬਕ ਜਾਨੀ ਕਿ ਬਲੀ ਦਿੱਤੀ ਹੈ। ਆਪਸ ਕੋ ਮੁਨਬਰ ਕਰ ਥਾਪੋ, ਕਾਕੋ ਕਹੋ ਕਸਾਈ। ਗਹਿਰਾ ਪ੍ਰਸ਼ਨ ਸੀ ਬੜਾ ਕਬੀਰ ਸਾਹਿਬ ਜੀ ਮਹਾਰਾਜ ਦਾ। ਕਹਿੰਦੇ ਕਸਾਈ ਕਿਹਨੂੰ ਕਹਿੰਦੇ ਹੋ? ਭਾਵ ਜਿਹੜਾ ਆਪਣੀ ਰੋਜੀ ਰੋਟੀ ਵਾਸਤੇ ਮਾਸ ਵੇਚਦਾ ਹੈ, ਪ੍ਰਸ਼ਨ ਕਰਤਾ, ਉਹਨੂੰ ਤੁਸੀਂ ਕਸਾਈ ਕਹਿੰਦੇ ਹੋ। ਤੇ ਤੁਸੀਂ ਜੇ ਇਹੀ ਕੰਮ ਧਰਮ ਦੇ ਨਾਂ ਤੇ ਕਰਦੇ ਹੋ, ਜਾਨਵਰਾਂ ਨੂੰ
ਕਿਸ ਤਰ੍ਹਾਂ ਬਲੀਆਂ ਦੇਣ ਦਾ। ਤੁਸੀਂ ਕਹਿੰਦੇ ਅਸੀਂ ਤਾਂ ਮੁਖੀ ਐ, ਭਾਈ ਕਸਾਈ ਕਿਹਨੂੰ ਕਹਿੰਦੇ ਫਿਰ ਜਿਹੜਾ ਆਪਣੀ ਰੋਜੀ ਰੋਟੀ ਵਾਸਤੇ ਮਾਸ ਵੇਚਦਾ। ਬੋਲੋ ਸਤਨਾਮ। ਹਾਂਜੀ, ਫਿਰ ਇਹ ਦੋਗਲੀ ਨੀਤੀ ਤੁਹਾਡੀ ਕਿਵੇਂ? ਉਹ ਤੁਸੀਂ ਕਹਿੰਦੇ ਹੋ ਕਸਾਈ ਤੇ ਤੁਸੀਂ ਕਹਿੰਦੇ ਅਸੀਂ ਤਾਂ ਮੁਖੀ ਆ ਜੀ ਧਰਮ ਦੇ। ਅਸੀਂ ਤਾਂ ਜੀ ਮੁਖੀ ਆ ਜੀ ਧਰਮ ਦੇ, ਅਸੀਂ ਤਾਂ ਮੁਖੀ ਆ। ਜੇ ਇਹੀ ਕੰਮ ਤੁਸੀਂ ਕਰੋ ਤਾਂ ਧਰਮ ਦੇ ਨਾਂ ਤੇ ਕਰੋ, ਫਿਰ ਤੁਸੀਂ ਧਾਰਮਿਕ ਮੁਖੀ ਹੋ ਗਏ ਹੈ, ਉਹ ਕਸਾਈ ਹੋ ਗਿਆ। ਤੁਸੀਂ ਧਾਰਮਿਕ ਮੁਖੀ ਹੋ ਗਏ। ਪ੍ਰਸ਼ਨ ਹੈ ਬਾਣੀ ਦਾ। ਬਾਣੀ ਤਾਂ ਪੜ੍ਹਦੇ ਨਹੀਂ ਸਾਡੇ ਬਹੁਤੇ ਸਿੱਖ। ਏਦਾਂ ਲਾਹਨਤ ਪਾਈ ਹੈ ਧਰਮ ਦੇ ਨਾਂ ਤੇ ਜਾਨਵਰਾਂ ਦੀਆਂ ਬਲੀਆਂ ਦੇਣ ਵਾਲਿਆਂ ਨੂੰ। ਤੇ ਸਾਡੇ ਜਥੇਦਾਰਾਂ ਨੂੰ ਪੁੱਛੋ ਵੀ ਆਹ ਤੁਸੀਂ ਕੀ ਕਰਦੇ ਹੋ ਬਾਣੀ ਦੇ ਆਧਾਰ ਤੇ, ਪੁੱਛੋ। ਇਹ ਬਚਨ ਸਾਡਿਆਂ ਵਾਸਤੇ ਵੀ ਹੈ, ਸਾਡਿਆਂ ਵਾਸਤੇ ਵੀ। ਤੇ ਜਿਹੜੇ ਇਹੋ ਜਿਹੇ ਕਰਮ ਕਰਦੇ ਆ ਉਹਨਾਂ ਨੂੰ ਸਿੱਖਾਂ ਵਿੱਚ ਪੈਦਾ ਹੋਏ ਕੇਸਾਧਾਰੀ ਕਸ਼ਹਿਰਾਧਾਰੀ ਪਾਂਡੇ ਕਿਹਾ ਜਾ ਸਕਦਾ ਹੈ। ਬੋਲੋ ਸਤਨਾਮ। ਪਾਂਡਾਵਾਦ ਦਾ ਅਰਥ ਪੁਜਾਰੀਵਾਦ ਹੁੰਦਾ। ਪਾਂਡਾਵਾਦ ਦੀ ਪਛਾਣ ਕਰੋ, ਪਾਂਡੇ ਦੀ ਸਟੀਕ ਪਛਾਣ ਕਰੋ। ਪਾਂਡਾਵਾਦ ਕੀ ਹੈ? ਪਾਂਡਾਵਾਦ ਦੀ ਪਛਾਣ ਕਰੋ। ਜਿਹੜੀ ਆਰਤੀ ਦਾ ਖੰਡਨ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥਪੁਰੀ ਦੇ ਮੰਦਿਰ ਜਾ ਕੇ ਕੀਤਾ ਸੀ, ਕਕਾਉਂਦਾ ਸੀ ਨਾ ਥਾਲੀਆਂ ਉਹ। ਗੁਰੂ ਸਾਹਿਬ ਜੀ ਕਹਿੰਦੇ ਪਹਿਲਾਂ ਤਾਂ ਤੂੰ ਕਹਿੰਦੇ ਜਗਨਨਾਥ ਹੈ, ਇਹ ਜਗਤ ਦਾ ਨਾਥ, ਮੂਰਤੀ ਫਿੱਟ ਕਰਤੀ ਬਣਾ ਕੇ। ਕਹਿੰਦੇ ਕੀ ਰੱਬ ਨੂੰ ਬਣਾ ਕੇ ਫਿੱਟ ਕੀਤਾ ਜਾ ਸਕਦਾ ਹੈ? ਅਖਰੀਆਂ ਸੁਣਾਈਆਂ ਜਾ ਕੇ। ਅਸੀਂ ਬਾਣੀ ਦਾ ਸੱਚ ਆਹ ਸਟੇਜਾਂ ਤੋਂ ਸੁਣਾਉਣ ਤੋਂ ਵੀ ਡਰਦੇ ਹਾਂ। ਗੁਰੂ ਸਾਹਿਬ ਨੇ ਇਹ ਬਾਣੀ ਦਾ ਸੱਚ ਮੰਦਰਾਂ ਮਸੀਤਾਂ 'ਚ ਜਾ ਕੇ ਵੀ ਸੁਣਾਇਆ। ਖਰੀਆਂ ਸੁਣਾਈਆਂ ਉਹਨਾਂ ਨੂੰ ਜਾ ਕੇ, ਕਾਜੀ ਮਲਾਣੇ ਪੰਡਤਾਂ ਪ੍ਰੋਤਾਂ ਨੂੰ। ਕੀ ਕਹਿੰਦੇ ਮੰਦਿਰ ਦੇ ਪਾਂਡੇ ਨੂੰ? ਕਹਿੰਦੇ ਪਰਮਾਤਮਾ ਨੂੰ ਬਣਾ ਕੇ ਫਿੱਟ ਕੀਤਾ ਜਾ ਸਕਦਾ ਹੈ? ਕਹਿੰਦੇ ਜੀ ਗੱਲ ਤਾਂ ਤੁਹਾਡੀ ਠੀਕ ਹੈ, ਨਹੀਂ ਕੀਤਾ ਜਾ ਸਕਦਾ। ਪਾਂਡੇ ਨੇ ਮੰਨਿਆ, ਝਗੜਾ ਨਹੀਂ ਕੀਤਾ। ਕਿਤੇ ਆਉਂਦਾ ਵੀ ਪਾਂਡਾ ਮਗਰ ਪੈ ਗਿਆ ਸੀਗਾ ਗੁਰੂ ਨਾਨਕ ਸਾਹਿਬ ਦੇ ਨਾਂ। ਸਾਡਿਆਂ ਨੂੰ ਜਾ ਕੇ ਕਹੋ ਅੱਜ ਵੀ ਕੀ ਥਾਲਿਆਂ ਘਟਾਈ ਜਾਂਦੇ ਹੋ, ਉੱਥੇ ਅਗਲੇ ਦਿਨ ਖਬਰ ਲੱਗੂ ਵੀ ਪੰਥ ਦੀਆਂ ਤਾਂ ਲੱਤਾਂ ਤੋੜਤੀਆਂ, ਹਜੂਰ ਸਾਹਿਬ ਸਿਰ ਪਾੜਤਾ, ਹਸਪਤਾਲ ਦਾਖਲ ਹੈ, ਜਈ ਬਚੇ। ਬੋਲੋ ਸਤਨਾਮ। ਹਾਂਜੀ, ਤਾਂ ਪਾਂਡਿਆਂ ਨੂੰ ਟੱਪ ਗਏ। ਇਹ ਤਾਂ ਪਾਂਡਿਆਂ ਨੂੰ ਟੱਪ ਗਏ। ਚਲ ਪਾਂਡੇ ਨੇ ਕਹਿ ਤਾਂ ਦਿੱਤਾ ਵੀ ਹਾਂ ਗੱਲ ਤੁਹਾਡੀ ਠੀਕ ਹੈ। ਗੁਰੂ ਸਾਹਿਬ ਕਹਿੰਦੇ ਕੀ ਥਾਲੀ ਘਕਾ ਕੇ ਉਹ ਆਰਤੀ ਹੋ ਸਕਦੀ ਹੈ ਉਸ ਐਡੇ ਵੱਡੇ ਮਾਲਕ ਦੀ? ਜਿੱਡਾ ਵੱਡਾ ਮਾਲਕ ਓਡੀ ਵੱਡੀ ਆਰਤੀ ਹੋ ਰਹੀ ਹੈ ਉਹਦੀ। ਗਗਨ ਮੈ ਥਾਲ ਰਵਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਾਵਨ ਚਾਵਰੋ ਕਰੇ ਸਗਲ ਬਨਰਾਏ, ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਭਾਵ ਜਿੱਡਾ ਵੱਡਾ ਪਰਮਾਤਮਾ ਓਡੀ ਵੱਡੀ ਵਿਰਾਟ ਆਰਤੀ ਹੋ ਰਹੀ ਹੈ ਮਾਲਕ ਦੀ, ਓਡੀ ਵੱਡੀ। ਮੰਨੋ ਆਕਾਸ਼ ਹੀ ਥਾਲ ਹੈ, ਗਗਨ ਮੈ ਥਾਲ, ਆਕਾਸ਼ਮਈ ਥਾਲ, ਤੇ ਤੁਸੀਂ ਨਿੱਕੀ ਥਾਲੀ ਘਕਾਈ ਜਾਂਦੇ ਹੋ। ਰਵਚੰਦ ਦੀਪਕ ਬਣੇ, ਸੂਰਜ ਚੰਦਰਮਾ ਮਾਨੋ ਦੀਵੇ ਬਣੇ ਹੋਏ ਆ। ਚੰਦਰਮਾ ਸੂਰਜ ਕਿੰਨੇ ਨੇ ਗਿਣਤੀ ਕੋਈ ਨਹੀਂ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਭਾਵ ਪਾਂਡੇ ਨੇ ਮੰਨਿਆ ਵੀ ਠੀਕ ਹੈ ਜਿਹੜੀ ਨਕਲੀ ਆਰਤੀ ਦਾ ਖੰਡਨ ਗੁਰੂ ਨਾਨਕ ਸਾਹਿਬ ਜੀ ਨੇ ਮੰਦਿਰ 'ਚ ਜਾ ਕੇ ਕੀਤਾ ਸੀ ਜਗਨਨਾਥਪੁਰੀ ਦੇ, ਉਹੀ ਨਕਲੀ ਆਰਤੀ ਸਾਡਿਆਂ ਨੇ ਸ਼ੁਰੂ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਥਾਲੀਆਂ ਘਟਾਈ ਜਾਂਦੇ ਐ। ਬੋਲੋ ਸਤਨਾਮ। ਇਹ ਗੁਰੂ ਗ੍ਰੰਥ ਸਾਹਿਬ ਅੱਗੇ ਥਾਲੀਆਂ ਘਟਾਉਣੀਆਂ ਕੀ ਹੈ? ਇਹ ਕੀ ਹੈ? ਇਹ ਕਰਮਕਾਂਡ ਨਹੀਂ। ਇਹ ਕੀ ਹੈ? ਪਾਂਡਾਵਾਦ ਨਹੀਂ। ਇਹ ਪਾਂਡਾਵਾਦ ਚੱਲ ਰਿਹਾ ਹੈ। ਇਹ ਪਾਂਡਾਵਾਦ ਹੈ, ਯਾਦ ਰੱਖਿਓ। ਤਾਂ ਤੇ ਤਿਲਕ ਲਾਉਣੇ, ਟਿੱਕੇ ਲਾਉਣੇ, ਇਹ ਸਾਰਾ ਕੁਝ ਪਾਂਡਾਵਾਦ। ਇਸ ਕਰਕੇ ਇੱਕ ਆਵਾਜ਼ ਉਠਾਓ, ਜਿਹੜਾ ਤੁਸੀਂ ਮਨਮੱਤੀ ਰੀਤਾਂ ਚਲਾਈਆਂ ਹੋਈਆਂ ਤਖਤਾਂ ਤੇ ਬੰਦ ਕਰੋ, ਬੰਦ ਕਰੋ। ਤੇ ਡੇਰੇਦਾਰਾਂ ਨੂੰ ਪੁੱਛੋ ਵੀ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕਿਉਂ ਨਹੀਂ ਮੰਨਦੇ? ਜਦੋਂ ਕਿਸੇ ਮੇਰੇ ਵਰਗੇ ਨੂੰ ਫਾਹੇ ਲਾਉਣਾ ਹੋਵੇ ਤੁਸੀਂ ਅਕਾਲ ਤਖ਼ਤ ਕੰਨੀ ਮੂੰਹ ਕਰ ਲੈਂਦੇ ਹੋ। ਤੇ ਜਦੋਂ ਕਹੀਏ ਅਸੀਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਮੰਨ ਲਓ, ਫਿਰ ਅਕਾਲ ਤਖ਼ਤ ਸਾਹਿਬ ਤੋਂ ਦੂਜੇ ਪਾਸੇ ਨੂੰ ਮੂੰਹ ਕਰ ਲੈਂਦੇ, ਕਹਿੰਦੇ ਨਾ ਅਸੀਂ ਨਹੀਂ ਮੰਨਦੇ। ਜਦੋਂ ਕਿਸੇ ਨੂੰ ਫਾਹੇ ਲਾਉਣਾ ਹੋਵੇ ਕਹਿੰਦੇ ਉਦੋਂ ਵਰਤ ਲਓ, ਉਦੋਂ ਅਕਾਲ ਤਖ਼ਤ ਨੂੰ ਵਰਤ ਲਓ। ਇਹ ਗੱਲਾਂ ਸਮਝਣ ਦੀ ਕੋਸ਼ਿਸ਼ ਕਰਿਓ। ਤਾਂ ਤੇ ਏਦਾਂ ਇਹ ਕਮੇਟੀ ਕਿਹੜੀ ਹੈ ਬਣਾਈ ਜਿਹੜੀ ਕੈਲੰਡਰ ਵਾਲੀ, ਜਿਹੜੇ ਅਕਾਲ ਤਖ਼ਤ ਦੀ ਮਰਿਆਦਾ ਨਹੀਂ ਮੰਨਦੇ, ਜਿਨ੍ਹਾਂ ਨੇ ਆਪ ਮਨਮੱਤੀ ਰੀਤਾਂ ਸ਼ੁਰੂ ਕੀਤੀਆਂ। ਤੇ ਜਥੇਦਾਰ ਕਿਹੜਾ ਬਹਾਇਆ ਕਿ ਵਿੱਚ ਇਕਬਾਲ ਸਿੰਘ, ਜਿਹਦੀ ਯਾਨੀ ਕਿ ਸੁਪਤਨੀ ਰਿਪੋਰਟ ਲਿਖਾਉਂਦੀ ਹੈ ਜਾ ਕੇ ਥਾਣੇ ਦੇ ਵਿੱਚ, ਥਾਣੇ ਦੇ ਵਿੱਚ। ਤੇ ਜਦੋਂ ਲਹੂ ਲਹਾਨ ਹੋਏ, ਤੁਹਾਨੂੰ ਪਤਾ ਪੱਗਾਂ ਲਾਹੀਆਂ ਲਹਾਈਆਂ, ਤੇ ਇਹ 1 ਲੱਖ ਰੁਪਏ ਦਾ ਯਾਨੀ ਕਿ ਕਿਸੇ ਨੇ ਹਰਿਆਣੇ ਵਿੱਚੋਂ ਅਵਾਲੇ ਘੋਸ਼ੀ ਮੇਰੇ ਖਿਆਲ ਪਿੰਡ ਲੱਖ ਰੁਪਏ ਦਿੱਤਾ ਸੀ ਉਹਨੇ, ਉਹ ਰਸੀਦ ਕੱਟਣੀ ਵਿੱਚ, ਉਹ ਤੁਹਾਨੂੰ ਮਗਰੋਂ ਨੂੰ ਪਤਾ ਲੱਗਿਆ, ਫਿਰ ਉਹਨੇ ਮੜਵਾਇਆ। ਇਦਾਂ ਦੇ ਕਰਦਾਰ ਦੇ ਸਾਡੀ ਕੌਮ ਦੇ ਜਥੇਦਾਰ ਮੰਨਾਂਗੇ ਅਸੀਂ, ਜਿਹੜੇ ਕਿ ਰਹਿਤ ਮਰਿਆਦਾ ਦੇ ਮੁਤਾਬਕ ਤਨਖਾਹੀਆ ਹੁੰਦਾ ਹੈ। ਜੱਜ ਹੋਵੇ ਤਨਖਾਹੀਆ, ਜੱਜ ਹੋਵੇ ਦੋਸ਼ੀ, ਦੋਸ਼ੀ ਜੱਜ ਫੈਸਲੇ ਕਰਨਗੇ, ਦੋਸ਼ੀ ਜੱਜ ਫੈਸਲੇ ਕਰਨਗੇ ਵਿਚਾਰੋ। ਇਸ ਕਰਕੇ ਇਹ ਗੱਲਾਂ ਵਿਚਾਰਨ ਦੀ ਲੋੜ ਹੈ। ਇਹ ਕੌਮੀ ਮਸਲੇ ਨੇ ਸਾਡੇ, ਇਹਨਾਂ ਨੇ ਖਾ ਜਾਣਾ ਯਾਨੀ ਕਿ ਕੌਮ ਨੂੰ।
ਤੇ ਜਿਸ ਦਿਨ ਬਿਆਨ ਦਿੱਤਾ ਸੀਗਾ ਆਰਐਸਐਸ ਦੇ ਮੁਖੀ ਨੇ ਵੀ ਸਾਡੇ ਵਿੱਚ ਹਿੰਦੂਤਾ ਦੇ ਵਿੱਚ ਸਾਰਿਆਂ ਨੂੰ ਜਜ਼ਬ ਕਰਨ ਦੀ ਤਾਕਤ ਹੈ, ਜਜ਼ਬ ਭਾਵ ਖਾ ਕੇ ਹਜਮ ਕਰਨ ਦੀ, ਉਹਦੇ ਇਹ ਜਿਹੜਾ ਜਿਹਨੂੰ ਆ ਮੱਕੜ ਨੇ ਦੁਬਾਰੇ ਯਾਨੀ ਕਿ ਜਥੇਦਾਰੀ ਤੇ ਬਹਾਲ ਕਰਤਾ, ਉਹਦੇ ਇਕਬਾਲ ਸਿੰਘ ਉੱਥੇ ਮੀਟਿੰਗ ਦੇ ਵਿੱਚ ਬੈਠਾ ਸੀ, ਫੋਟੋਆਂ ਅਖਬਾਰਾਂ ਛਪੀਆਂ ਸਾਡੇ ਕੋਲੇ ਵੀ ਹੈਗੀ, ਜਿਸ ਦਿਨ ਆਰਐਸਐਸ ਦਾ ਮੁਖੀ ਕਹਿੰਦਾ ਅਸੀਂ ਸਭ ਨੂੰ ਹਜਮ ਕਰ ਜਾਾਂਗੇ, ਕੌਮ ਦਾ ਜਥੇਦਾਰ ਕਹਾਉਣ ਵਾਲਾ ਵਿੱਚ ਬੈਠਾ ਬੋਲਿਆ ਨਹੀਂ। ਬੋਲੋ ਸਤਨਾਮ। ਹੁਣ ਤੁਸੀਂ ਦੱਸੋ ਮੈਨੂੰ ਵੀ ਆਰਐਸਐਸ ਦੇ ਏਜੰਟ ਕੌਣ ਨੇ? ਤਸਵੀਰਾਂ ਮੂੰਹੋਂ ਬੋਲਦੀਆਂ ਸੀ, ਕੋਲ ਤਾਂ ਕੁਝ ਨਹੀਂ ਕਿਹਾ, ਤਸਵੀਰਾਂ ਮੂੰਹੋਂ ਬੋਲਦੀਆਂ, ਵੈਬਸਾਈਟਾਂ ਮੂੰਹੋਂ ਬੋਲਦੀਆਂ, ਰਸਾਲੇ ਮੂੰਹੋਂ ਬੋਲਦੇ। 15 ਸਾਲਾਂ ਤੱਕ ਦਾ ਅਖਬਾਰਾਂ ਦਾ ਰਿਕਾਰਡ ਮੇਰੇ ਕੋਲੇ ਹੈ। ਗੱਲ ਸਮਝੋ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣ ਦੀ, ਇਹ ਕੌਮ ਘਾਤੀ ਲੋਕ, ਕਮਾਲ ਦੀ ਗੱਲ ਹੈ। ਦੋਸ਼ੀ ਬੰਦਿਆਂ ਨੂੰ ਅਸੀਂ ਜਥੇਦਾਰ ਮੰਨੀਏ? ਨਾ ਨਾ, ਜ਼ਮੀਰ ਮਾਰਨ ਦੇ ਬਰਾਬਰ ਹੈ, ਮਰਨ ਦੇ ਬਰਾਬਰ ਹੈ। ਇਹ ਜਿਹਨੂੰ ਜਥੇਦਾਰ ਮੰਨਾਂਗੇ ਅਸੀਂ? ਇਕਬਾਲ ਸਿੰਘ ਵਰਗਿਆਂ ਨੂੰ ਜਥੇਦਾਰ ਮੰਨਦੀ ਹੈ ਸਾਡੀ ਕੌਮ। ਕਮਾਲ। ਜਿਹੜਾ ਰਹਿਤ ਮਜਾਲਾ ਮੁਤਾਬਕ ਸਿੱਖ ਵੀ ਨਹੀਂ, ਗੁਰੂ ਦੀ ਬਾਣੀ ਦੀ ਸਿੱਖਿਆ ਦਾ ਸਿੱਖ ਵੀ ਨਹੀਂ ਜਿਹੜਾ। ਸੋਚੋ ਜਰਾ, ਜਿਹੜਾ ਘਪਲਾ ਕਰਦਾ, ਜਿਹੜਾ ਹੜੱਪ ਕਰਦਾ, ਜਿਹੜਾ ਕੁੱਟਮਾਰ ਕਰਦਾ, ਆਪਣੀ ਸੁਪਤਨੀ ਨਾਲ ਸਿੱਖ ਹੋ ਸਕਦਾ ਹੈ? ਤੁਸੀਂ ਦੱਸ ਦਿਓ, ਤੁਸੀਂ ਫੈਸਲਾ ਦੇ ਦਿਓ, ਤੁਸੀਂ ਦੇ ਦਿਓ ਫੈਸਲਾ। ਮਗਰੋਂ ਕਹਿੰਦੇ ਪੰਥ ਦੀ ਨਿੰਦਾ ਕਰਦਾ, ਉਹ ਸਾਡੀ ਕੌਮ ਦਾ ਜਥੇਦਾਰ ਹੋ ਸਕਦਾ? ਉਹ ਸੋਚੋ, ਜਿਹੜਾ ਆਪਣੀ ਘਰ ਵਾਲੀ ਦੀ ਕੁੱਟਮਾਰ ਕਰਦਾ ਉਹ ਤਾਂ ਸਿੱਖ ਵੀ ਨਹੀਂ ਹੋ ਸਕਦਾ। ਅਸੀਂ ਜਥੇਦਾਰ ਮੰਨੀ ਜਾਂਦੇ ਇਹ ਜਿਹਾ ਨੂੰ। ਇਹ ਜਿਹਾ ਨੂੰ ਜਥੇ ਕਿੰਨੀ ਦੇਰ ਮੰਨਦੇ ਰਹੋਗੇ? ਇਹ ਜਿਹਾ ਨੂੰ ਜਥੇਦਾਰ? ਇਹ ਜਾਗਣਾ ਪੈਣਾ ਹੈ, ਇਹ ਜਾਗਣਾ ਪੈਣਾ ਹੈ। ਤੇ ਇੰਨਾ ਕਹਿ ਕੇ ਨਾ ਸਾਰਦਾ ਕਰੋ, ਆਪਾਂ ਕੀ ਲੈਣਾ ਹੈ? ਸਾਡੇ 'ਚ ਇਹ ਵੀ ਰੁਚੀ ਅੱਜ ਆ ਗਈ ਥੋੜੀ ਜੀ। ਆਪਾਂ ਦਸ਼ਮੇਸ਼ ਪਿਤਾ ਜੀ ਨੇ ਸਰਬੰਸ ਵਾਰ ਦਿੱਤਾ, ਸਰਬੰਸ ਵਾਰ ਦਿੱਤਾ ਸੱਚ ਵਾਸਤੇ, ਤੇ ਦਸ਼ਮੇਸ਼ ਪਿਤਾ ਜੀ ਸੋਚ ਲੈਂਦੇ ਆਪਾਂ ਕੀ ਲੈਣਾ, ਤਾਂ ਸਾਡਾ ਕੀ ਬਣਦਾ? ਬੋਲੋ ਸਤਨਾਮ। ਕੀ ਬਣਨਾ ਸੀ? ਦਸ਼ਮੇਸ਼ ਪਿਤਾ ਜੀ ਦਾ ਯਾਰ ਜੋਰੂ ਜ਼ਮੀਨ ਦਾ ਝਗੜਾ ਸੀ, ਕੋਈ ਦੱਸਿਓ? ਕੋਈ ਯਾਰ ਭਾ ਜਾਇਦਾਦ ਵੰਡ ਦਾ ਰੌਲਾ ਸੀ? ਕੋਈ ਇਸਤਰੀ ਦਾ ਰੌਲਾ ਸੀ? ਕੋਈ ਜ਼ਮੀਨ ਦਾ ਰੌਲਾ ਸੀ? ਸੱਚ ਵਾਸਤੇ। ਤੇ ਅਸੀਂ, ਸਾਡਾ ਹਾਲ ਕੀ ਹੈ? ਅਸੀਂ ਅੱਜ ਸੱਚੀ ਗੱਲ ਵੀ ਨਹੀਂ ਕਰ ਸਕਦੇ, ਅਸੀਂ ਬਾਣੀ ਦੀ ਵਿਆਖਿਆ ਸਮੇਂ ਦੇ ਸੰਦਰਭ 'ਚ ਵੀ ਨਹੀਂ ਕਰ ਸਕਦੇ। ਕਮਾਲ ਹੋ ਗਈ। ਆਪਾਂ ਵਿਆਖਿਆ ਸ਼ੁਰੂ ਕੀਤੀ, ਤੇਰਾ ਕਾਜ ਨਾ ਗ੍ਰਹਿ, ਗ੍ਰਹਿ ਤੋਂ ਬਾਅਦ ਰਾਜ ਤੇ ਗੱਲ ਸ਼ੁਰੂ ਹੋ ਗਈ ਸੀ। ਉਹ ਗੁਰਬਾਣੀ ਦੇ ਕਿਸੇ ਨੁਕਤੇ ਨੂੰ ਸਮੇਂ ਦੇ ਸੰਦਰਭ 'ਚ ਵਿਚਾਰਨਾ ਹੁੰਦਾ ਹੈ। ਉਹ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ ਰਾਜ ਤੇ ਗੱਲ ਆਈ ਸੀ, ਰਾਜ ਤੋਂ ਫਿਰ ਰਾਜਨੀਤਿਕ ਕਾਰਨਾਂ ਕਰਕੇ ਕੈਲੰਡਰ ਕਤਲ ਦੀ ਗੱਲ ਆਈ ਸੀ। ਉਹ ਵਿਸ਼ਾ ਚੱਲ ਰਿਹਾ ਸੀ ਰਾਜ ਦਾ। ਇਸ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਾਗੋ। ਜੇ ਚਾਹੁੰਦੇ ਹੋ ਸਾਡੀ ਕੌਮੀਅਤ ਕਾਇਮ ਰਹੇ, ਤੇ ਇਹਨਾਂ ਨੇ ਖਾ ਜਾਣੀਆਂ ਨਹੀਂ, ਇਹਨਾਂ ਨੇ ਖਾ ਜਾਣੀ। ਸਾਰਾ ਜਿਹੜਾ ਪਾਂਡਾਵਾਦ ਸਾਡੇ ਵਿੱਚ ਪੈਦਾ ਹੋ ਗਿਆ, ਪਾਂਡਾਵਾਦ, ਤੇ ਇਹਨਾਂ ਡੇਰੇਦਾਰਾਂ ਨੂੰ ਤਾਂ ਆਪਣੀਆਂ 10ਵੀਆਂ ਪੂਰਨਮਾਸੀਆਂ ਮੱਸਿਆਂ ਦਾ ਹੈ। ਇਹਨਾਂ ਤਾਂ ਬਾਬੇ ਨੇ ਬਰਸੀਆਂ ਮਨਾਉਣੀਆਂ, ਬਰਸੀਆਂ। ਤੇ ਇਸ ਕਰਕੇ ਗੁਰੂ ਸਾਹਿਬ ਨੇ ਕੀ ਸਾਜਿਆ ਸੀ? ਸੰਤ ਸਮਾਜ ਤਾਂ ਨਹੀਂ ਸਾਜਿਆ ਸੀ, ਇਹ ਤਾਂ ਨਵੇਂ ਹੀ ਬਣੇ। ਬੋਲੋ ਸਤਨਾਮ। ਇਹ ਤਾਂ ਨਵੇਂ ਹੀ ਬਣੇ। ਗੁਰੂ ਸਾਹਿਬ ਨੇ ਕਿਹੜਾ ਸੰਤ ਸਮਾਜ ਬਣਾਇਆ? ਕਿਹੜਾ ਬਣਾਇਆ ਦੱਸੋ? ਸੰਤ ਸਮਾਜ ਨਹੀਂ, ਡੇਰੇਦਾਰ ਯੂਨੀਅਨ ਕਹਿ ਲੋ। ਬੋਲੋ ਸਤਨਾਮ। ਡੇਰੇਦਾਰ ਯੂਨੀਅਨ ਕਹਿ ਲੋ। ਮੈਨੂੰ ਲਾ ਦਿਓ ਫਾਹੇ ਜਿਹੜਾ ਲਾਉਣਾ ਹੈ, ਫਾਹੇ ਲਾ ਦਿਓ ਮੈਨੂੰ ਜਿਹੜਾ ਲਾਉਣਾ ਹੈ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਅਸੀਂ। ਡੇਰੇਦਾਰ ਯੂਨੀਅਨ ਤੋਂ ਬਚੋ। ਡੇਰੇਦਾਰ 10ਵੇਂ ਪਾਤਸ਼ਾਹ ਜੀ ਤੱਕ ਦੱਸੋਗੇ ਮੈਨੂੰ ਵੀ ਗੁਰੂ ਸਾਹਿਬ ਤੋਂ ਬਿਨਾਂ, ਗੁਰੂ ਸਾਹਿਬ ਤਾਂ ਸੰਤ ਮਹਾਂਪੁਰਖ ਹੈ ਹੀ ਹੈ ਨੇ, ਗੁਰੂ ਸਾਹਿਬ ਤੋਂ ਬਿਨਾਂ ਕਿੰਨੇ ਸੰਤ ਹੋਏ? ਜੇ ਹੋਇਆ ਤਾਂ ਦੱਸ ਦਿਓ ਜੀ। ਜਿਹੜਾ ਪ੍ਰਸ਼ਨ ਪਹੁੰਚਾ ਤੁਸੀਂ ਬੋਲ ਕੇ ਜਵਾਬ ਦੇ ਸਕਦੇ ਹੋ। ਦੱਸ ਦਿਓ ਭਾਈ, ਕੋਈ ਗੁਣੀ ਗਿਆਨੀ ਸੱਜਣ ਦੱਸਣਾ ਚਾਹੁੰਦਾ ਦੱਸ ਦਿਓ, ਮੈਂ ਕਿਤੇ ਵੀ ਆ ਸਕਦੇ ਹੋ। 10ਵੇਂ ਪਾਤਸ਼ਾਹ ਤੱਕ ਗੁਰੂ ਸਾਹਿਬ ਜੀ ਤੋਂ ਬਿਨਾਂ ਕਿੰਨੇ ਸੰਤ ਹੋਏ? ਕਿਸੇ ਭੈਣ ਨੂੰ ਪਤਾ ਹੋਵੇ, ਕੋਈ ਭੈਣ ਵੀ ਕੋਈ ਖੋਜ ਕਰਨ ਵਾਲੀ ਬੈਠੀ ਹੁੰਦੀ ਹੈ। 10ਵੇਂ ਪਾਤਸ਼ਾਹ ਤੱਕ ਕਰਨੀਆਂ ਕੁਰਬਾਨੀਆਂ ਵਾਲੇ ਗੁਰਸਿੱਖ ਬਹੁਤ ਹੋਏ, ਬਹੁਤ ਹੋਏ ਨਾ। ਪਰ ਕਿਸੇ ਨੇ ਆਪਣੀ ਗੱਦੀ ਨਹੀਂ ਲਾਈ, ਕਿਸੇ ਨੇ ਆਪਣੇ ਕੋਲੇ ਰੱਖ ਕੇ ਕਿਸੇ ਮਿਸ਼ਰੀ ਰੱਖ ਲਿਆ, ਪ੍ਰਸ਼ਾਦ ਦੇਤਾ, ਹੱਥ ਹਿਲਾਤਾ, ਆਸ਼ੀਰਵਾਦ ਦੇਤੀ, ਮੱਥੇ ਟਿਕਾ ਲਏ। ਕਿਸੇ ਗੁਰਸਿੱਖ ਨੇ ਆਪਣੀ ਗੱਦੀ ਲਾ ਕੇ ਗੁਰੂ ਦਾ ਸ਼ਰੀਕਾ ਨਹੀਂ ਕੀਤਾ। ਗੱਦੀਆਂ ਕੌਣ ਲਾਉਂਦੇ ਨੇ? ਜਿਹੜੇ ਗੁਰੂ ਦੀ ਗੋਦ ਵਿੱਚੋਂ ਨਿਕਲ ਜਾਂਦੇ ਆ। ਗੁਰੂ ਦੀ ਗੋਦ ਵਿੱਚੋਂ ਨਿਕਲ ਕੇ ਕਮਰੇ 'ਚ ਗੱਦੀ ਲੱਗਦੀ ਹੈ। ਮੈਂ ਉਸ ਗੁਰਸਿੱਖ ਰੂਹ ਦਾ ਸਤਿਕਾਰ ਕਰਦਾ ਜੋ ਗੁਰੂ ਦੀ ਗੋਦ 'ਚ ਬਹਿ ਕੇ ਗੁਰੂ ਦੀ ਹਿਰ ਵਿੱਚ ਸੰਗਤਾਂ ਨੂੰ ਬਹਾ ਕੇ ਗੁਰਬਾਣੀ ਦੀ ਗੱਲ ਸਮਝਾਵੇ। ਬੋਲੋ ਸਤਨਾਮ। ਗੁਰੂ ਦੀ ਗੋਦ 'ਚ ਬਹਿ ਕੇ ਗੱਦੀ ਨਹੀਂ ਲਾਉਣੀ, ਗੱਦੀ ਨਹੀਂ ਲਾਉਣੀ। ਇਹ ਗੱਦੀਆਂ ਕਿੱਥੋਂ ਚੱਲ ਪਈਆਂ? ਇਹ ਸ਼ਰੀਕ ਬਣ ਗਏ, ਇਹ ਸ਼ਰੀਕ ਬਣ ਗਏ ਗੁਰੂ ਦੇ ਸ਼ਰੀਕ। ਤੁਸੀਂ ਦੱਸ ਦਿਓ, ਸ਼ਰੀਕ 'ਚ ਫਰਕ ਹੈ ਤਾਂ ਪ੍ਰਸ਼ਾਦ ਕਿੱਥੋਂ ਮਿਲਦਾ ਹੈ? ਦੱਸਿਓ ਬਈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਕਿ ਬਾਬੇ ਦੇ ਕਮਰੇ 'ਚੋਂ ਵੀ ਮਿਲਦਾ ਹੈ? ਤੇ ਜੇ ਬਾਬਾ ਕਮਰੇ 'ਚੋਂ ਦੇਣ ਲੱਗਿਆ ਹੋਇਆ, ਇਹਦਾ ਮਤਲਬ ਗੁਰੂ ਦਾ ਸ਼ਰੀਕ ਬਣਿਆ ਬੈਠਾ, ਕਹਿੰਦਾ ਮੈਨੂੰ ਮੱਥਾ ਟੇਕ ਕੇ ਲੈ ਲਓ ਪ੍ਰਸ਼ਾਦ। ਬੋਲੋ ਸਤਨਾਮ। ਸੋਚੋ ਜਰਾ, ਕਿਸੇ ਅੱਗੇ ਮਾਇਆ ਰੱਖ ਕੇ ਮੱਥਾ ਟੇਕਣਾ ਸ਼ਰੀਕ ਬਣ ਗਿਆ ਗੁਰੂ ਦਾ। ਗੁਰੂ ਅੱਗੇ ਪ੍ਰੇਮ ਭੇਟਾ ਰੱਖ ਕੇ ਤਾਂ ਮੱਥਾ ਟੇਕਦੇ ਆ।
ਇਹ ਬਰਾਬਰ ਗੱਦੀ ਚੱਲਦੀ ਹੈ ਕਮਰੇ ਚੋਂ ਬਾਬੇ ਦੀ। ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਆਪਣੀ ਗੱਦੀ ਚਲਾ ਰਿਹਾ ਹੈ। ਆਪਣੀ ਗੱਦੀ ਪ੍ਰਕਾਸ਼ ਕਿਉਂ ਕੀਤਾ ਹੈ? ਕਿਉਂਕਿ ਮਸ਼ੇਰਾ ਹੁੰਦਾ ਨਾ, ਕੁੰਡੀ ਤੇ ਆਟਾ ਲਾਉਂਦਾ ਹੈ ਨਾ, ਕਾਤੇ ਲਾਉਂਦਾ ਹੈ? ਮੱਛੀ ਨੂੰ ਖਵਾਉਣ ਵਾਸਤੇ ਕਿ ਮੱਛੀ ਨੂੰ ਖਾਣ ਵਾਸਤੇ? ਮੱਛੀ ਨੂੰ ਖਾਣ ਵਾਸਤੇ। ਹੁਣ ਆਟਾ ਲਾਇਆ ਕੁੰਡੀ ਦੇ ਉੱਤੇ, ਸਿੱਟਿਆ ਜਾਲ, ਮੱਛੀ ਨੂੰ ਭੁਲੇਖਾ ਪੈ ਗਿਆ ਵੀ ਧਰਮੀ ਬੰਦਾ ਕੋਈ ਮੈਨੂੰ ਆਟਾ ਖਵਾਉਣਾ ਹੈ। ਭੁਲੇਖਾ ਪੈ ਗਿਆ ਭੋਲੀ ਨੂੰ, ਪਰ ਉਹਨੂੰ ਕੌਣ ਸਮਝਾਵੇ? ਤੈਨੂੰ ਆਟਾ ਖਵਾਉਣ ਨਹੀਂ ਆਇਆ, ਤੈਨੂੰ ਖਾਣ ਆਇਆ। ਤੈਨੂੰ ਆਟਾ ਵਰਤਣਾ ਪਿਆ ਨਾ। ਆਟਾ ਇਦਾਂ ਡੇਰੇਦਾਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਆਟੇ ਦੇ ਤੌਰ ਤੇ ਵਰਤਦੇ ਆ ਵੀ ਗੁਰਬਾਣੀ ਦਾ ਪ੍ਰਕਾਸ਼, ਗੁਰੂ ਗ੍ਰੰਥ ਦਾ ਪ੍ਰਕਾਸ਼ ਕਰ ਦਿਓ, ਸਿੱਖੋ ਦੀ ਫਾਜੂ। ਬੋਲੋ ਸਤਨਾਮ। ਫਸਾਈ ਆਪਣੀਆਂ ਕੁੰਡੀਆਂ 'ਚ ਹੀ ਚੱਲੋ, ਪ੍ਰਕਾਸ਼ ਕਰਕੇ ਰੱਖੋ। ਪਕਾਏ ਦੇ ਮੜਾ ਭਾਈ ਮੱਥਾ ਟੇਕ, ਉਧਰ ਮੱਥਾ ਟੇਕ, ਫਿਰ ਉਧਰ ਆਈ ਜਾਣੇ ਸਭ ਨੇ। ਉਧਰ ਭਾਈ ਬਾਬਾ ਜੀ ਕੋਲੇ ਭੁਗਤ ਲਓ, ਉੱਥੇ ਭਾਈ ਲੈ ਲਓ ਪ੍ਰਸ਼ਾਦ, ਲੈ ਲਓ ਬਾਬਾ ਜੀ ਤੋਂ। ਬਾਬੇ ਤੋਂ ਪ੍ਰਸ਼ਾਦ ਮਿਲਦਾ, ਲੈ ਲਓ ਉਧਰ। ਉਹ ਲਾਈਨਾਂ ਲੱਗੀਆਂ ਪਈਆਂ, ਪਰਖੋ ਇਹਨਾਂ ਲੋਕਾਂ ਨੇ ਸ਼ਰੀਕ ਨੇ ਇਹ ਗੁਰੂ ਦੇ। ਉਹ ਜਿਹੜੇ ਕਮਰੇ 'ਚ ਬੈਠੇ ਲੋਕਾਂ ਤੋਂ, ਜਿਹੜਾ ਆਪਣੇ ਗੁਰਸਿੱਖ ਭੈਣ ਭਰਾਵਾਂ ਤੋਂ ਮੱਥਾ ਟਿਕਵਾਉਂਦਾ, ਕੋਈ ਹੈ, ਮੈਂ ਸਿਧਾਂਤ ਗੱਲ ਕਰਦਾ, ਮੇਰਾ ਕਿਸੇ ਨਾਲ ਵੱਟ ਦਾ ਰੌਲਾ ਨਹੀਂ, ਸਾਡਾ ਕਿਸੇ ਨਾਲ ਗੱਦੀ ਦਾ ਰੌਲਾ ਨਹੀਂ। ਡੇਰੇ ਦਾ ਤਾਂ ਰੌਲੇ ਚੱਲਦੇ ਆਪਸ 'ਚ, ਪੱਗਾਂ ਦੇ, ਗੱਦੀਆਂ ਦੇ, ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ। ਅਸੀਂ ਸਿਧਾਂਤਕ ਗੱਲ ਕਰਨੀ ਹੈ, ਤੇ ਸਿਧਾਂਤ ਦਾ ਇਸ਼ਕ ਗੁਰੂ ਨੇ ਪਾਇਆ। ਗੱਲ ਸਮਝਣ ਦੀ ਕੋਸ਼ਿਸ਼ ਕਰਤੇ। ਉਹ ਕੌਣ ਬੈਠੇ ਨੇ, ਗੱਲ ਸਮਝ। ਤੇ ਸਟੇਜ ਤੇ ਕੀ ਕਹਿਣਗੇ? ਸਟੇਜ ਤੇ ਕਹਿਣਗੇ ਸੰਗਤਾਂ ਦੇ ਦਾਸ ਹੈ, ਕਹਿੰਦੇ ਆ ਨਾ। ਮੂੰਹ ਦੀ ਨਿਮਰਤਾ, ਤੇ ਕਮਰੇ 'ਚ ਗਦੈਲੇ ਤੇ ਬੈਠਾ ਜਾਂ ਕੁਰਸੀ ਤੇ ਬੈਠਾ ਮੱਥੇ ਟਿਕਾ ਰਿਹਾ ਹੈ, ਉਦੋਂ ਬਾਂਹ ਫੜ ਕੇ ਪੁੱਛ ਲਿਆ ਕਰੋ, ਤੁਸੀਂ ਨੌਜਵਾਨ ਨੂੰ ਸੰਗਿਆ ਨਾ ਕਰੋ ਵੀ ਸਟੇਜ ਤੇ ਕਹਿੰਦੇ ਦਾਸ ਹੈ, ਹੁਣ ਕਿਵੇਂ ਚੌੜਾ ਹੋ ਕੇ ਸਾਹਿਬ ਬਣਿਆ ਬੈਠਾ ਹੈ। ਬੋਲੋ ਸਤਨਾਮ। ਹੁਣ ਕਿਵੇਂ ਸਾਹਿਬ ਬਣਿਆ ਬੈਠਾ ਹੈ? ਸਟੇਜਾਂ ਤੇ ਦਾਸ ਤੇ ਕਮਰੇ 'ਚ ਸਾਹਿਬ। ਫੋਕੀ ਨਿਮਰਤਾ ਨਾ, ਗੁਰਸਿੱਖ ਦੀ ਫੋਕੀ ਨਿਮਰਤਾ ਨਹੀਂ ਹੁੰਦੀ ਜ਼ਬਾਨ ਦੀ। ਸੱਚੀ ਗੱਲ ਜੁਰਤ ਨਾ ਕਹਿਣ ਨੂੰ ਹੰਕਾਰ ਨਹੀਂ ਕਹਿੰਦੇ ਫੋਕੀ। ਅਸੀਂ ਤਾਂ ਜੀ ਜੋੜੇ ਝਾੜਨਾ ਹੈ ਤੇ ਸੰਗਤਾਂ ਦੇ, ਕਹਾ ਲਓ 20 ਵਾਰੀ ਮੈਂ ਕਹਿ ਦੇਣਾ ਨਿਮਰਤਾ ਇਹ। ਬਥੇਰੇ ਕਹਿਣਗੇ ਤੁਹਾਨੂੰ ਜੋੜੇ ਝਾੜਨਾ ਹੀ ਹੈ, ਮਗਰੋਂ ਗੱਡੀ ਕੋਲੇ ਦੇਖਿਆ ਕਰੋ ਆਪਦੇ ਜੋੜੇ ਨਾਲ ਦਿਆਂ ਤੋਂ ਚੁਕਾਈ ਫਿਰਦਾ। ਬੋਲੋ ਸਤਨਾਮ। ਜੁੱਤੀ ਤਾਂ ਆਪਦੀ ਨਹੀਂ ਪਾਉਂਦਾ, ਕਿਸੇ ਦੇ ਕੀ ਝਾੜ ਦੂੰ? ਮੂੰਹ ਨਾ ਕਹਿਣਾ ਅਸੀਂ ਤਾਂ ਜੀ ਜੁੱਤੇ ਝਾੜਨ ਆਏ ਆ ਸੰਗਤਾਂ ਦੇ। ਅਸੀਂ ਤਾਂ ਸੰਗਤਾਂ ਦੇ ਦਾਸ ਹੈ ਜੀ, ਦਾਸ ਹੈ ਜੀ ਸੰਗਤਾਂ ਦੇ। ਅਸੀਂ ਤਾਂ ਦਾਸ ਇਦਾਂ ਦੇ ਬਣਦਾ, ਇਹ ਮੂੰਹ ਦੇ ਦਾਸ ਬਣਨਾ। ਇਸ ਕਰਕੇ ਇਹਨਾਂ ਨੁਕਤਿਆਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਇਹ ਗੱਲਾਂ ਸਮਝ ਗਏ ਅਸੀਂ ਤਾਂ। ਤੇ ਇਦਾਂ ਜੋ ਜਾਨੀ ਕਿ ਅੱਜ ਸ਼ਰੀਕਾਵਾਦ ਪੈਦਾ ਹੋ ਗਿਆ ਇੱਕ, ਇਹ ਤੋਂ ਅਸੀਂ ਸੁਚੇਤ ਹੋਈਏ। ਤੇ ਗੁਰਬਾਣੀ ਦੀ ਗੱਲ ਕੋਈ ਸਮਝਾਉਂਦੇ ਭੁਲੇਖਾ ਨਾ ਖਾ ਜਿਓ, ਉਹਦੇ ਨਾਲ ਭੈਣ ਭਾਈਆਂ ਵਾਲਾ ਪਿਆਰ ਰੱਖਣਾ ਹੈ। ਗੁਰਸਿੱਖ ਦਾ ਸਤਿਕਾਰ ਹੈ, ਗੁਰਸਿੱਖ ਕੋਈ ਭੈਣ ਵੀ ਹੋ ਸਕਦੀ ਹੈ, ਭਾਈ ਵੀ ਹੋ ਸਕਦਾ ਹੈ। ਤਾਂ ਤੇ ਕੋਈ ਵੀ ਸਾਨੂੰ ਬਾਣੀ ਦੀ ਗੱਲ ਸਮਝ, ਕੋਈ ਇੱਕ ਸਰੀਰ ਦੀ ਗੱਲ ਨਹੀਂ। ਕੋਈ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕੋਈ ਵੀ ਮੇਰੇ ਮਾਲਕ ਦੀ ਗੱਲ ਸਮਝਾਵੇ ਬਾਣੀ ਦੇ ਆਧਾਰ ਦੇ ਉੱਤੇ, ਭੈਣਾਂ ਨੇ ਉਹਨੂੰ ਵੀਰ ਸਮਝ ਲੈਣਾ, ਭਾਈਆਂ ਨੇ ਭਾਈ। ਗੁਰਸਿੱਖ ਭੈਣ ਭਰਾ ਹੁੰਦੇ ਐ, ਤੇ ਕਦੇ ਵੀ ਗੁਰਸਿੱਖ ਆਪਣੇ ਭੈਣ ਭਰਾਵਾਂ ਤੋਂ ਮੱਥੇ ਨਹੀਂ ਟਿਕਾਉਂਦਾ ਹੁੰਦਾ। ਬੋਲੋ ਸਤਨਾਮ। ਜੇ 10ਵੇਂ ਪਾਤਸ਼ਾਹ ਤੱਕ ਕਿਸੇ ਗੁਰਸਿੱਖ ਨੇ ਮੱਥੇ ਟਿਕਾਏ ਆਪਣੇ ਆਪ ਨੂੰ ਦੱਸ ਦਿਓ। ਕਿੱਡੀਆਂ ਕਰਨੀਆਂ ਕੁਰਬਾਨੀਆਂ ਵਾਲੇ ਗੁਰਸਿੱਖ ਹੋਏ। ਭਾਈ ਮਨੀ ਸਿੰਘ ਨੇ ਬੰਦ ਕਟਾ ਲਏ, ਬਾਬਾ ਬੰਦਾ ਸਿੰਘ ਬਹਾਦਰ ਹੋਰੀ ਅੰਗ ਕਟਾ ਲਏ। ਸੋਚੋ ਜਿਨ੍ਹਾਂ ਨੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਿਆ, ਕਿੱਡੀਆਂ ਮਹਾਨ ਕਰਨੀਆਂ ਕੁਰਬਾਨੀਆਂ। ਉਹ ਸ਼ਰੀਕ ਨਹੀਂ ਬਣੇ ਗੁਰੂ ਦੇ, ਸ਼ਰੀਕ ਨਹੀਂ ਉਹ ਗੁਰੂ ਦੇ ਬਣੇ। ਇਸ ਕਰਕੇ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਜਿਹੜੇ ਗੁਰਬਾਣੀ ਨੂੰ ਆਟੇ ਦੇ ਤੌਰ ਤੇ ਵਰਤਦੇ ਆ, ਇਹੋ ਜਿਹੀਆਂ ਮਸ਼ੇਰਿਆਂ ਤੋਂ ਅਸੀਂ ਬਚਣਾ ਹੈ, ਇਹੋ ਜਿਹਾ ਤੋਂ ਬਚਣਾ। ਇੱਕ ਗੱਲ ਹੋਰ ਕਹਿੰਦੇ ਹੁਣ ਮੌਕੇ ਤੇ, ਇਹ ਅੱਜ ਦੇ ਸਮੇਂ ਤੇ ਨੁਕਤੇ ਆ ਕੇ ਆਪਾਂ ਸ਼ਬਦ ਦੀ ਵਿਚਾਰ ਵੀ ਸੰਪੂਰਨ ਕਰਨੀ ਹੈ। ਇੱਕ ਗੱਲ ਤੁਹਾਨੂੰ ਮੈਂ ਹੋਰ ਪੁੱਛ ਲਾਂ, ਜਵਾਬ ਦੇ ਦਿਆ ਕਰੋ ਵੀ। ਪਹਿਲਾਂ ਤੁਹਾਨੂੰ ਦੱਸ ਦਿਆਂ, ਫਿਰ ਤੁਹਾਨੂੰ ਪੁੱਛੂੰਗਾ ਵੀ ਕੰਮ ਮਹਾਂਪੁਰਖਾਂ ਦੇ ਕਿਹਦਾ ਹੈ। ਹਾਂਜੀ, ਕਈ ਥਾਵਾਂ ਤੇ ਇਹ ਵੀ ਚੱਲਦਾ ਹੈ। ਕੋਈ ਆ ਗਿਆ, ਹਾਂਜੀ ਅਸੀਂ ਜੀ ਸੰਪਟ ਅਖੰਡ ਪਾਠ ਕਰਾਉਣਾ ਹੈ ਜਾਂ ਸੰਪਟ ਸਹਿਜ ਪਾਠ ਕਰਾਉਣਾ ਹੈ, ਨਵਾਂ ਚੱਲ ਪਿਆ ਹੁਣ। ਅੱਛਾ, ਬਾਬਾ ਜੀ ਕੋਲੇ ਵਗ ਜਾਓ ਭਾਈ, ਉਹ ਦੱਸਣਗੇ। ਅਸੀਂ ਪਹੁੰਚ ਗਏ ਕਮਰੇ 'ਚ ਬਾਬਾ ਜੀ ਕੋਲੇ, ਬਾਬਾ ਜੀ ਦੱਸਣੇ ਕਿਹੜੀ ਪੰਕਤੀ ਲਾਉਣੀ ਹੈ ਸਪੈਸ਼ਲ। ਅੱਛਾ, ਉੱਥੇ ਕੀ ਕੀਤਾ ਉਹਨੇ? 31,000 ਰੁਪਇਆ ਜਮ੍ਹਾਂ ਕਰਾ ਲਿਆ। ਕਮਰੇ 'ਚ ਬੈਠੇ ਨੇ ਤੇ ਦੱਸਤਾ ਸਾਰਾ ਕੁਝ। ਚਲੋ ਭਾਈ ਹੋ ਗਿਆ, ਬੁੱਕ ਲਿਖ ਲਿਆ, ਐਡਰੈਸ ਸਾਰਾ ਕੁਝ। 31,000 ਜਮ੍ਹਾਂ ਕਰਾ ਕੇ 6,000 ਰੁਪਏ ਦੇ ਵਿੱਚ ਠੇਕੇ ਤੇ ਦੇਤਾ ਅਖੰਡ ਪਾਠ ਗ੍ਰੰਥੀ ਸਿੰਘਾਂ ਨੂੰ। 6,000 ਠੇਕੇ ਤੇ, ਵਿੱਚੋਂ ਕਿੰਨਾ ਕੁੱਟ ਲਿਆ? ਘਟਾ ਦਿਓ 31 ਜੋ ਸੀ 25,000। ਚਲੋ ਗ੍ਰੰਥੀ ਸਿੰਘਾਂ ਨੇ ਘੱਟੋ ਘੱਟ ਡਿਊਟੀ ਤਾਂ ਲਾਈ ਹੈ, ਗੱਲ ਸਮਝੋ, ਉਹ ਤਾਂ ਗੁਜਰਾਨ ਹੀ ਹੈ। ਚਲੋ ਉਹ ਤਾਂ, ਤੇ ਉਹ ਜਿਹਨੇ 25,000 ਡੁੱਕ ਲੈਣ ਤਾਂ ਪਾਠ ਵੀ ਨਹੀਂ ਕੀਤਾ, ਕੋਈ ਡਿਊਟੀ ਵੀ ਨਹੀਂ ਲਾਈ। 31,000 ਜਮ੍ਹਾਂ ਕਰਾ ਕੇ 6,000 ਠੇਕੇ ਦੇ ਦਿੱਤਾ, 25,000 ਵਿੱਚੋਂ ਡੁੱਕ ਲਿਆ ਬਿਨਾਂ ਪਾਠ ਕਰਨ ਤੋਂ ਹੀ। ਇਹ ਕੰਮ ਮਹਾਂਪੁਰਖਾਂ ਦਾ, ਹੱਥ ਖੜਾ ਕਰਕੇ ਦੱਸ ਦਿਓ, ਇਹ ਮਹਾਂਪੁਰਖਾਂ ਦੇ ਕੰਮ ਹੈ ਵੀ 31,000 ਜਮ੍ਹਾਂ ਕਰਾ ਕੇ 6,000 ਰੁਪਏ ਠੇਕੇ ਤੇ ਦਿੱਤਾ, 25,000 ਵਿੱਚੋਂ ਡੁੱਕ ਲਿਆ। ਇਹ ਕਿਹਦਾ ਕੰਮ ਹੈ?
ਇਹ ਮਹਾਮੂਰਖਾਂ ਦਾ ਕੰਮ ਹੈ। ਬੋਲੋ ਸਤਨਾਮ। ਕਮਾਲ ਹੈ, ਜਿਹੜਾ ਲੁੱਟੇ ਧਰ ਕੇ ਉਹਨੂੰ ਮਹਾਂਪੁਰਖ ਕਹਿਣਗੇ। ਇਹ ਮਹਾਂਪੁਰਖ ਹੈ। ਕਿਉਂ? ਕਿਉਂਕਿ ਵਿੱਚੋਂ ਟੁੱਕ ਲਿਆ 25,000, ਪਾਠ ਵੀ ਨਹੀਂ ਕਰਦਾ, ਵਿੱਚੋਂ ਟੁੱਕ। ਇਹ ਮਹਾਂਪੁਰਖ ਨੇ ਜੀ, ਵੱਡੇ ਵੱਡੇ। ਇਹ ਦੱਸਦੇ ਆ ਜੀ ਵਿਧੀ, ਇਹ ਦੱਸਦੇ ਆ ਜੀ ਸ਼ਬਦ ਕਿਹੜਾ ਲਾਉਣਾ ਨਾਲ ਸਪੈਸ਼ਲ, ਪੰਗਤੀ ਕਿਹੜੀ ਲਾਉਣੀ ਹੈ ਸਪੈਸ਼ਲ ਨਾਲ। ਇਹ ਦੱਸੋ ਦੱਸੋ। ਕਮਾਲ। ਇਹਨਾਂ ਗੱਲਾਂ ਨੂੰ ਸਮਝੋ। ਇਹ ਗੱਲਾਂ ਖੈਰ ਕਾਫੀ ਨੂੰ ਸਮਝ ਵਿੱਚ ਆ ਗਈਆਂ। ਕੁਝ ਹਜੇ ਸਾਡੇ ਭੈਣ ਭਰਾ ਕਿਸੇ ਭੁਲੇਖੇ ਦੇ ਵਿੱਚ ਹੈ, ਕੁਝ ਕਿਸੇ ਨੂੰ ਕੋਈ ਭੁਲੇਖਾ ਰਹਿ ਜੇ, ਬਿਲਕੁਲ ਨਾ ਸੰਗਿਓ। ਪ੍ਰਸ਼ਾਦੇ ਤੋਂ ਬਾਅਦ ਆਪਾਂ ਵਿਚਾਰਾ ਕਰ ਲਾਂਗੇ ਬੈਠ ਕੇ, ਕਿਉਂਕਿ ਅਸੀਂ ਰਾਤ ਨੂੰ ਮਨਸੂਰ ਦੇ ਵੀ ਜਾਣਾ, ਇੱਧਰਲੀ ਸਾਈਡ ਤੇ ਦੀਵਾਨ ਹੈ, ਟਾਈਮ ਹੈਗਾ ਘੰਟਾ, ਬਹਿ ਜਾਓ। ਕਿਸੇ ਨੂੰ ਕੋਈ ਸ਼ੰਕਾ ਰਹਿ ਜੇ ਜਾਇਓ ਨਾ, ਕੋਈ ਗੱਲ ਨਹੀਂ। ਸਾਰੇ ਭੈਣ ਭਰਾ ਮੇਰੇ ਨਾਲ ਗੱਲ ਕਰ ਲਿਓ ਗੱਲ। ਜਿਹੜਾ ਵੀਰ ਪਹਿਲਾਂ ਆਇਆ ਸੀਗਾ ਸਾਡੀ ਭੈਣ ਭਰਾ, ਬਾਅਦ ਚ ਬੈਠ ਕੇ ਮੇਰੇ ਨਾਲ ਗੱਲ ਕਰੋ ਜੀ, ਕਿਹੜੀ ਗੱਲ ਦੀ ਕਾਰਨ ਕੀ ਹੈ, ਕੀ ਤਕਲੀਫ ਹੈ। ਚਲੋ ਤਾਂ ਤੇ ਹੁਣ ਆਪਾਂ ਅੱਜ ਯਾਨੀ ਕਿ ਅੱਜ ਦੇ ਕੁਝ ਮਸਲਿਆਂ ਨੂੰ ਸਮਝ ਲਿਆ। ਬਸ ਜੁੜਨਾ ਹੈ ਗੁਰਬਾਣੀ ਨਾਲ, ਗੁਰਬਾਣੀ ਦੀ ਗੱਲ ਸਮਝਾਉਣਾ, ਰੱਖਣਾ ਭੈਣਾਂ ਭਾਈਆਂ ਵਾਲਾ ਪਿਆਰ। ਅੱਜ ਤੋਂ ਬਾਅਦ ਤੁਸੀਂ ਕਿਸੇ ਬਾਬੇ ਨੂੰ ਮੱਥਾ ਨਹੀਂ ਟੇਕਣਾ, ਤਾਂ ਤੇ ਫਤਿਹ ਦੀ ਸਾਂਝ ਪਾਉਣੀ ਹੈ। ਮਾਇਆ ਰੱਖਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕਿਸੇ ਕਮਰੇ 'ਚ ਬੈਠੇ ਬਾਬੇ ਨੂੰ ਕੋਈ ਮੱਥਾ ਟੇਕਦਾ, ਆਹ ਟੇਕਦਾ ਕਾਤੇ, ਕਿਉਂ? ਉਹਨੂੰ ਪੁੱਛੋ ਵੀ ਤੂੰ ਗੁਰੂ ਦਾ ਸਿੱਖ ਕਾਤੇ ਨਹੀਂ ਬਣਿਆ, ਸੰਤ ਬਾਬਾ ਕਾਤੇ ਬਣ ਗਿਆ? ਖੰਡੇ ਦੀ ਪਹੁੰਚ ਛੱਕ ਕੇ ਕੀ ਬਣਦੇ ਆ? ਸਾਰੇ ਗੁਰਸਿੱਖ ਇੱਕੋ ਹੀ ਆ, ਸਾਰਿਆਂ ਦਾ ਇੱਕੋ ਹੀ ਗੁਰੂ। ਖੰਡੇ ਦੀ ਪਹੁੰਚ ਛੱਕ ਕੇ ਕਹਿੰਦੇ ਪੰਜ ਪਿਆਰੇ। ਅੱਜ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ, ਇੱਕੋ ਹੀ ਗੁਰੂ ਹੈ ਸਾਰਾ ਆਪਣਾ ਸਾਰਿਆਂ ਦਾ। ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ, ਬੋਲੀ ਚੱਲੋ, ਜੇ ਫਰਕ ਹੈ ਤਾਂ ਦੱਸ ਦਿਓ। ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਬਾਸੀ ਆਨੰਦਪੁਰ ਸਾਹਿਬ, ਬਾਸੀ ਆਨੰਦਪੁਰ ਸਾਹਿਬ, ਜਨਮ ਕੇਸਗੜ੍ਹ ਸਾਹਿਬ। ਅਰਥ ਕੀ ਬਣ ਗਿਆ? ਦਾ ਅਰਥ ਬਣਾਓ। ਇਹਦਾ ਭਾਵ ਹੈ, ਇਹ ਆਏ ਨਹੀਂ ਵੀ ਦੋ ਤਿੰਨ ਰੱਟਾ ਲਾ ਲਿਆ। ਭਾਵ ਇਹਦਾ ਕੀ ਬਣ ਗਿਆ ਵੀ ਸਾਡਾ ਸਾਰਿਆਂ ਦਾ ਇੱਕੋ ਹੀ ਗੁਰੂ ਹੈ, ਗੁਰੂ ਗ੍ਰੰਥ ਸਾਹਿਬ। ਇੱਕੋ ਹੀ ਸਾਡੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ। ਇੱਕੋ ਹੀ ਸਾਡੀ ਧਾਰਮਿਕ ਮਾਤਾ ਹੈ ਮਾਤਾ ਸਾਹਿਬ ਕੌਰ ਜੀ। ਜਨਮ ਕੇਸਗੜ੍ਹ ਸਾਹਿਬ, ਬਾਸੀ ਆਨੰਦਪੁਰ ਸਾਹਿਬ। ਇੱਕ ਗੁਰੂ, ਇੱਕ ਪਿਤਾ, ਇੱਕ ਮਾਤਾ, ਇੱਕ ਥਾਂ ਜਨਮ, ਇੱਕ ਥਾਂ ਪਿੰਡ। ਕਿਹਦਾ ਹੁੰਦਾ? ਸਕੇ ਭੈਣ ਭਾਈਆਂ ਦਾ। ਭਾਵ ਗੁਰਸਿੱਖ ਤਾਂ ਸਾਰੇ ਭੈਣ ਭਰਾ ਹੁੰਦੇ ਆ। ਬੋਲੋ ਸਤਨਾਮ। ਸਿੱਧ ਹੋ ਗਿਆ। ਇਹ ਕੌਮੀਅਤ ਹੈ ਸਾਡੀ, ਇਹ ਕੌਮੀਅਤ ਹੈ ਸਾਡੀ। ਗੁਰਸਿੱਖ ਭੈਣ ਭਰਾ ਹੁੰਦੇ ਨੇ, ਗੁਰਸਿੱਖ ਸਾਰੇ ਭੈਣ ਭਰਾ ਹੁੰਦੇ ਨੇ, ਯਾਦ ਰੱਖਿਓ। ਇਸ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਾਰ-ਬਾਰ ਦੱਸ ਬੇਨਤੀ ਕਰ ਰਿਹਾ, ਠੰਡੇ ਦਿਮਾਗ ਨਾਲ ਗੱਲ ਨੂੰ ਸਮਝੋ ਵੀ ਗੱਲ ਕੀ ਹੈ, ਗੱਲ ਸਮਝਣ ਦੀ ਕੋਸ਼ਿਸ਼। ਤੇ ਕਿਉਂ ਨਹੀਂ ਡੇਰੇਦਾਰਾਂ ਨੂੰ ਚੰਗਾ ਲੱਗਦਾ ਕੌਮੀ ਕੈਲੰਡਰ? ਇਹ ਕੈਲੰਡਰ ਆਰਐਸਐਸ ਦੇ ਭਾਰਤੀ ਜਨਤਾ ਪਾਰਟੀ ਨੂੰ ਵੀ ਚੰਗਾ ਲੱਗਦਾ ਤੇ ਡੇਰੇਦਾਰਾਂ ਨੂੰ ਵੀ ਚੰਗਾ ਲੱਗਦਾ। ਹੁਣ ਦੇਖ ਲਓ ਵੀ ਕਿੱਥੇ ਰਲਦੀ ਹੈ ਲੜੀ, ਕੜੀ ਕਿੱਥੇ ਜੁੜਦੀ ਹੈ, ਤੁਸੀਂ ਆਪੇ ਹਿਸਾਬ ਲਾ ਲਓ ਹੁਣ ਕਿੱਥੇ ਕੜੀ ਜੁੜਦੀ ਹੈ। ਤੇ ਸਾਡੇ ਲੀਡਰ ਇਹਨਾਂ ਜਾਨੀ ਕਿ ਥੱਲੇ ਲੱਗ ਕੇ ਆਪਣਾ ਕੌਮੀ ਕੈਲੰਡਰ ਕਤਲ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ। ਗੱਠਜੋੜ ਹੁੰਦੇ ਨੇ। ਅੰਖ ਰੱਖੋ, ਆਪਣੇ ਕੌਮੀ ਹਿੱਤਾਂ ਨੂੰ ਮੁੱਖ ਰੱਖੋ, ਰਾਜ ਕਰੋ ਪਰ ਸਵੈਮਾਨ ਨਾਲ, ਅਲਖ ਨਾਲ, ਬਹਾਦਰੀ ਨਾਲ ਕਰੋ। ਰਾਜ ਨਹੀਂ ਮਾੜਾ, ਪਰ ਜੋ ਸਵੈਮਾਨ ਅੰਖ ਬਹਾਦਰੀ ਨਾਲ ਕੀਤਾ ਜਾਵੇ। ਇਸ ਕਰਕੇ ਇਦਾਂ ਆਪਣੀ ਜਾਨੀ ਕਿ ਕੌਮ ਦੇ ਹਿੱਤ ਵਿਸਾਰਦੇ ਨੇ। ਥੱਲੇ ਲੱਗੀ ਜਾਣਾ, ਕਿਸੇ ਕੰਮ ਨਹੀਂ। ਆਓ ਇਹ ਰਾਜ ਜਾਨੀ ਕਿ ਦੂਜੇ ਵਿਸ਼ੇ ਦੇ ਉੱਤੇ ਆਪਣੀ ਗੱਲ ਪੂਰੀ ਹੋ ਗਈ। ਪਹਿਲੀ ਪੰਕਤੀ ਦੀ ਵਿਆਖਿਆ ਚੱਲ ਰਹੀ ਸੀ, ਆਓ ਅੱਗੇ ਤੋਰੀਏ ਹੁਣ। ਰਾਮ ਕਲੀ ਮਹਿਲਾ ਪੰਜਵਾਂ, ਤੇਰਾ ਕਾਜ ਨਾ ਗ੍ਰਹਿ ਰਾਜ। ਦੋ ਨੁਕਤਿਆਂ ਤੇ ਵਿਆਖਿਆ ਹੋ ਗਈ ਜੀ। ਐਸਾ ਰਾਜ ਕਿਸੇ ਕੰਮ ਨਹੀਂ। ਗੱਲ ਚੱਲੀ ਸੀ ਰਾਜ ਦੀ, ਵੀ ਜੋ ਕੌਮ ਘਾਤ ਕਰੇ, ਕੌਮੀ ਯਾਨੀ ਕਿ ਜੋ ਸਾਡੀਆਂ ਕੌਮੀ ਸੰਸਥਾਵਾਂ, ਸਾਡੇ ਵਿਦਵਾਨ ਸਿਧਾਂਤ ਦਾ ਕਤਲ ਹੋਵੇ, ਜਿਸ ਕਿਸੇ ਕੰਮ ਨਹੀਂ। ਤੇਰਾ ਰਾਜ ਨਾ ਗ੍ਰਹਿ ਰਾਜ ਮਾਲ। ਮਾਲ ਦਾ ਅਰਥ ਕੀ ਹੁੰਦਾ ਜੀ? ਪਦਾਰਥਵਾਦ, ਮਟੀਰੀਅਲ ਇਜ਼ਮ। ਭਾਵ ਤੇਰੇ ਕੋਲੇ ਗੁਰੂ ਦੀ ਮੱਤ ਹੈ ਨਹੀਂ, ਪਦਾਰਥਵਾਦ ਤੇਰੇ ਕੋਲੇ ਬਹੁਤ ਹੈ, ਪ੍ਰਾਪਰਟੀ ਬਹੁਤ ਹੈ, ਜਾਇਦਾਦ ਬਹੁਤ ਹੈ, ਮਾਇਆ ਬਹੁਤ ਹੈ, ਪਰ ਤੈਨੂੰ ਵਰਤਣ ਦਾ ਚੱਜ ਹੈ ਨਹੀਂ, ਵਰਤਣ ਦਾ ਚੱਜ ਹੈ ਨਹੀਂ। ਜੇ ਗੁਰੂ ਦੀ ਮੱਤ ਹੈ ਨਹੀਂ, ਪੈਸਾ ਹੈਗਾ ਤੇ ਫੇਰ ਕੀ ਕਰਦੇ? ਬਦਫੈਲੀਆਂ ਕਰਦੇ। ਪੈਸੇ ਨਾਲ ਜ਼ਹਿਰ ਬੀਜਦੇ। ਬਾਣੀ ਚ ਵਚਨ ਆਉਂਦਾ ਨਾ, ਖਾਏ ਖਾਏ ਕਰੈ ਬਦਫੈਲੀ ਜਾਨ ਵਿਸੂ ਕੀ ਬਾੜੀ ਜੀਓ। ਕਹਿੰਦੇ ਜਿਹੜੇ ਖਾ ਖਾ ਕੇ ਬਦਫੈਲੀਆਂ ਕਰਦੇ ਐ, ਬਦਫੈਲੀਆਂ ਸਮਝ ਗਏ ਨਾ, ਵੀ ਖਾਣ ਨਹੀਂ ਜਾਂਦੇ, ਇਕੱਲਾ ਬਦਫੈਲੀਆਂ ਚੱਲਦੀਆਂ ਵੱਡੇ ਹੋਟਲਾਂ 'ਚ। ਜਾਨ ਵਿਸੂ ਕੀ ਬਾੜੀ ਜੀਓ, ਕਹਿੰਦੇ ਇਉਂ ਸਮਝ ਲਓ ਵੀ ਉਹਨੇ ਆਪਣੇ ਹੱਥੀਂ ਜ਼ਹਿਰ ਦੀ ਬਗੀਚੀ ਲਾ ਲਈ। ਉਹਨੇ ਆਪਣੇ ਹੱਥੀਂ ਜ਼ਹਿਰ ਬੀਜ ਲਈ, ਜ਼ਹਿਰ ਦੀ ਬਗੀਚੀ ਲਾ ਲਈ ਉਸਨੇ। ਭਾਵ ਜਿਹੜਾ ਪੈਸੇ ਦੀ ਗਲਤ ਵਰਤੋਂ ਕਰਦਾ ਹੈ ਉਹ ਜ਼ਹਿਰ ਬੀਜਦਾ। ਪੈਸੇ ਨਾਲ ਜ਼ਹਿਰ ਬੀਜਣੀ ਕਿੱਡਾ ਗਲਤ ਕੰਮ ਹੈ। ਪੈਸੇ ਨਾਲ ਵੀ ਧਰਮ ਕਮਾਇਆ ਜਾ ਸਕਦਾ। ਪੈਸਾ ਚੰਗੇ ਕੰਮਾਂ ਤੇ ਲਾ ਕੇ ਸਮਾਜ ਭਲਾਈ ਦੇ ਕੰਮ ਕਰ ਸਕਦੇ ਹਾਂ, ਲੋੜਵੰਦ ਦੀ ਸਹਾਇਤਾ ਕਰ ਸਕਦੇ ਹਾਂ, ਕੋਈ ਦਵਾਈ ਨੂੰ ਤਰਸਦਾ ਉਹਦੀ ਮਦਦ ਕਰ ਸਕਦੇ ਹਾਂ, ਕੋਈ ਕਿਸੇ ਤਰ੍ਹਾਂ ਵੀ ਭਾਵ ਲੋੜਵੰਦ ਦੀ ਸਹਾਇਤਾ ਕਰਨੀ, ਭਲੇ ਦੇ ਕੰਮ ਕਰਨੇ। ਪੈਸੇ ਨਾਲ ਵੀ ਧਰਮ ਕਮਾਇਆ ਜਾ ਸਕਦਾ ਹੈ। ਮਾਇਆ ਨਹੀਂ ਮਾੜੀ, ਕੋਈ ਮਾਇਆ ਸ਼ਕਤੀ ਹੈ। ਸ਼ਕਤੀ ਦੀ ਚੰਗੀ ਵਰਤੋਂ ਕਰ ਲਓ, ਚੰਗੀ ਗੱਲ ਹੈ। ਮਨੀ ਪਾਵਰ ਹੈ, ਇੱਕ ਮਾਇਆ ਸ਼ਕਤੀ ਹੈ। ਪਰ ਜੇ ਗੁਰੂ ਦੀ ਮੱਤ ਪੱਲੇ ਨਾ ਹੋਵੇ
ਤਾਂ ਭਾਈ ਤੇਰਾ ਪਦਾਰਥ ਵਾ, ਤੇਰਾ ਮਾਲ ਕਿਸੇ ਕੰਮ ਨਹੀਂ, ਕਿਉਂਕਿ ਤੂੰ ਪੁੱਠੇ ਕੰਮਾਂ ਤੇ ਗਲਤ ਵਰਤੋਂ ਕਰਦਾ ਹੈ ਆਪਣੇ ਮਾਲ ਪਦਾਰਥ ਦੀ, ਆਪਣੀ ਮਾਇਆ ਦੀ, ਧਨ ਪਦਾਰਥ ਦੀ। ਤਾਂ ਤੇ ਇਦਾਂ ਇਸ ਗੱਲੋਂ ਅਸੀਂ ਸੁਚੇਤ ਹੋਣਾ ਹੈ ਕਿ ਪੈਸੇ ਦੀ ਕਦੇ ਵੀ ਜ਼ਿੰਦਗੀ 'ਚ ਗਲਤ ਕੰਮ ਤੇ ਵਰਤੋਂ ਨਾ ਕਰੀਏ। 3 ਨੁਕਤੇ ਹੋ ਗਏ ਪਹਿਲੀ ਪੰਕਤੀ ਤੋਂ। ਤੇਰਾ ਤਾਜ ਨਾ ਗ੍ਰਹਿ ਰਾਜ ਮਾਲ, ਅਗਲੀ ਪੰਕਤੀ ਤੇਰਾ ਤਾਜ ਨਾ ਵਿਖੈ ਜੰਜਾਲ। ਫਿਰ ਕਹਿੰਦੇ ਭਾਈ ਜੇ ਤੂੰ ਮਾਇਆ ਦੇ ਜੰਜਾਲ ਪਾਉਂਦਾ ਹੈ ਨਾ, ਵਿਖਿਆ ਦਾ ਅਰਥ ਹੁੰਦਾ ਮਾਇਆ, ਮੈਕੀ ਪਦਾਰਥ ਸਾਰੇ, ਜਿਹੜੇ ਤੂੰ ਮਾਇਆ ਦੇ ਵਾਸਤੇ ਜਾਲ ਬੁਣਦਾ ਹੈ ਇਹ ਵੀ ਕਿਸੇ ਕੰਮ ਨਹੀਂ, ਇਹ ਵੀ ਕਿਸੇ ਕੰਮ ਨਹੀਂ। ਕਿਉਂ ਕਈ ਲੋਕ ਇਹ ਜਾਲ ਬੁਣਦੇ ਆ, ਜਾਂ ਮਿਹਨਤ ਕਰਕੇ ਕੋਈ ਕਿੰਨੀ ਵੀ ਕਮਾਈ ਕਰ ਸਕਦਾ ਹੈ, ਮਨਾ ਨਹੀਂ, ਮਿਹਨਤ ਦੀ ਅਮੀਰੀ ਮਾੜੀ ਨਹੀਂ, ਅਮੀਰ ਹੋਣਾ ਕੋਈ ਕਰਾਇਤ ਨਹੀਂ, ਪਰ ਤੂੰ ਜਿਹੜੇ ਜਾਲ ਬੁਣਦਾ ਨਾ, ਜਾਲ ਬੁਣ ਨਹੀਂ ਛੱਡਦੇ। ਕਈ ਵਾਰ ਕੀ ਹੁੰਦਾ ਹੈ, ਤੂੰ ਜਾਲ ਬੁਣਦਾ ਹੈ ਦੂਜੇ ਵਾਸਤੇ, ਪਰ ਰੱਬ ਦਾ ਕਾਨੂੰਨ ਕੀ ਹੈ, ਕੌਸਮਿਕ ਲਾ ਕੀ ਕਹਿੰਦਾ ਹੈ, ਅਖੀਰ ਨੂੰ ਆਪਣੇ ਬੁਣੇ ਜਾਲ 'ਚ ਆਪ ਹੀ ਫਸ ਜਾਂਦਾ ਹੈ। ਬੋਲੋ ਸਤਨਾਮ। ਹਾਂਜੀ, ਆਪੇ ਬੀਜ ਆਪੇ ਹੀ, ਇਹ ਰੱਬ ਦਾ ਕਾਨੂੰਨ ਹੈ, ਕੌਸਮਿਕ ਲਾ ਹੈ ਕਿ ਕੁਝ ਵੀ ਤੁਸੀਂ ਕਰਦੇ ਹੋ, ਤੁਹਾਡਾ ਕਰਮ ਪਹਿਲਾਂ ਆਸੇ ਪਾਸੇ ਵੀ ਐਕਟ ਕਰਦਾ ਹੈ, ਅਸਰ ਕਰਦਾ ਹੈ, ਪਰ ਤੁਹਾਡੇ ਕੀਤੇ ਕਰਮ ਦਾ ਆਖਰੀ ਪ੍ਰਤੀਕਰਮ ਹੈ, ਜਿਹੜਾ ਆਖਰੀ ਪ੍ਰਤੀਕਰਮ ਹੈ, ਆਖਰੀ ਰਿਐਕਸ਼ਨ ਕਹਿ ਲਓ, ਤੁਹਾਡੇ ਐਕਸ਼ਨ ਦਾ ਆਖਰੀ ਰਿਐਕਸ਼ਨ, ਤੁਹਾਡੇ ਕਰਮ ਦਾ ਆਖਰੀ ਪ੍ਰਤੀਕਰਮ ਤੁਹਾਡੇ ਤੇ ਹੋਣਾ ਹੈ। ਬੋਲੋ ਸਤਨਾਮ। ਇਹ ਰੱਬ ਦਾ ਮੰਨਿਆ ਪਰਮੰਨਿਆ ਕਾਨੂੰਨ ਹੈ, ਕੌਸਮਿਕ ਲਾ ਹੈ, ਇਹ ਆਖਰ ਨੂੰ ਤੁਹਾਡੇ ਤੇ ਹੋਣਾ ਹੈ। ਇਸ ਕਰਕੇ ਮੱਕੜੀ ਆਪਣਾ ਜਾਲ ਆਪ ਬੁਣਦੀ ਹੈ, ਆਪਣੇ ਜਾਲ ਦੇ ਵਿੱਚ ਆਪ ਹੀ ਫਸ ਜਾਂਦੀ ਹੈ, ਆਪਣੇ ਜਾਲ ਵਿੱਚ ਆਪ ਹੀ ਫਸ ਜਾਂਦੀ ਹੈ। ਮੱਕੜੀ ਆਪਣਾ ਜਾਲ ਆਪ ਬੁਣਦੀ, ਆਪ ਹੀ ਫਸ ਜਾਂਦੀ ਹੈ। ਜਿਹੜਾ ਕੋਈ ਮੈਕੀ ਜੰਜਾਲ ਬੁਣੇ, ਮੈਕੀ ਜਾਲ ਕਈ ਤਰ੍ਹਾਂ ਬੁਣੇ ਜਾਂਦੇ ਹੈ, ਮਾਇਆ ਕੱਲਾ ਰੁਪਈਆ ਪੈਸਿਆਂ ਨੂੰ ਨਹੀਂ ਕਹਿੰਦੇ ਨਾ, ਤਾਂ ਤੇ ਰਾਜਨੀਤੀ ਲਈ ਕਈ ਜਾਲ ਬੁਣੇ ਜਾਂਦੇ ਹੈ, ਪ੍ਰਭਤਾ ਲਈ ਆਪਣੀ ਫੋਕੀ ਵਿੜੇ, ਕਈ ਤਰ੍ਹਾਂ ਦੇ ਜਾਲ ਬੁਣੇ ਜਾਂਦੇ ਹੈ, ਕਈ ਤਰ੍ਹਾਂ ਦੇ। ਉਹ ਜਾਲ ਤੇ ਜਿਵੇਂ ਕਿ 1-2 ਉਦਾਹਰਨਾਂ ਦੇ ਦਿਆਂ, ਗੱਲ ਸਮਝ ਚ ਆ ਜਾਏ ਤੁਹਾਡੇ ਵੀ ਵੱਡੇ ਲੋਕ ਵੱਡੇ ਜਾਲ ਬੁਣਦੇ, ਆਮ ਬੰਦਾ ਦਾ ਕੀ ਬਣੂ। ਜਿਵੇਂ ਕਿ ਪਾਕਿਸਤਾਨ ਨੇ ਇੱਕ ਵਾਰੀ ਪਹਿਲਾਂ ਜਾਲ ਬੁਣਿਆ, ਕਿਹੜਾ ਤਾਲ ਬਣਦਾ, ਇਹ ਨਹੀਂ ਕਾਹਦੇ ਵਾਸਤੇ ਬੁਣਿਆ ਸੀ, ਬੁਣਿਆ ਤਾਂ ਇਹਦੇ ਵਾਸਤੇ ਸੀ ਵੀ ਗਵਾਂਢੀਆਂ ਨੂੰ ਡਰਾਇਆ ਕਰਾਂਗੇ ਮਨੁੱਖੀ ਬੰਬ ਬਣਾ ਕੇ, ਗਵਾਂਢੀਆਂ ਮੁਲਕਾਂ ਨੂੰ ਡਰਾਉਣ ਵਾਸਤੇ ਬੁਣਿਆ ਸੀ ਜਾਲ। ਅੱਜ ਉਸੇ ਤਾਲ ਬਣਦੇ ਜਾਲ 'ਚ ਆ ਫਸਿਆ ਪਿਆ। ਬੋਲੋ ਸਤਨਾਮ। ਸੋਚਿਆ ਸੀ ਕਦੇ ਮੈਂ ਹੀ ਫਸ ਜੂ ਇਸ ਜਾਲ 'ਚ, ਫਸ ਗਿਆ। ਪਹਿਲਾਂ ਤਾਂ ਆਸੇ ਪਾਸੇ ਐਕਸ਼ਨ ਕੀਤਾ ਕੁਝ, ਬੁਣੇ ਦੇ ਅਖੀਰ ਨੂੰ ਉਹ ਜਾਲ 'ਚ ਆ ਪਈ। ਵੱਡੀਆਂ ਉਦਾਹਰਨਾਂ ਰਾਹੀਂ ਗੱਲ ਸਮਝ ਆ ਗਈ। ਹੁਣ ਇਹ ਗੁਰਬਾਣੀ ਨੂੰ ਸਮੇਂ ਦੇ ਸੰਦਰਭ 'ਚ ਪੇਸ਼ ਕੀਤਾ ਨਾ। ਹੁਣ ਤੁਸੀਂ ਸੋਚੋ ਵੀ ਇਹ ਕੀ ਗੱਲ ਹੋ ਗਈ, ਇੱਧਰ ਬਾਣੀ, ਇਹ ਗੁਰਬਾਣੀ ਦੀ ਕਥਾ ਸਮੇਂ ਦੇ ਸੰਦਰਭ 'ਚ ਕਰਨੀ ਹੁੰਦੀ ਹੈ ਵੀ ਗੁਰਬਾਣੀ ਦੀ ਪੰਕਤੀ ਸਾਨੂੰ ਅੱਜ ਕੀ ਸਿੱਖਿਆ ਦੇ ਰਹੀ ਹੈ। ਭਾਵ ਗੁਰਬਾਣੀ ਦਾ ਗਿਆਨ ਸਮੇਂ ਸਥਾਨ ਦੀਆਂ ਹੱਦਾਂ ਤੋਂ ਪਰੇ ਹੈ, ਗੁਰਬਾਣੀ ਨੂੰ ਸਮੇਂ ਦੇ ਸੰਦਰਭ ਵਿੱਚ ਪੇਸ਼ ਕਰਨਾ ਹੁੰਦਾ ਹੈ। ਅਸੀਂ ਕਈ ਵਾਰ ਗੁਰਬਾਣੀ ਦੀ ਸਮੇਂ ਦੇ ਮੁਤਾਬਕ ਕਥਾ ਨਹੀਂ ਕਰਦੇ, ਸਿਰਫ ਅੱਖਰੀ ਅਰਥ ਕਰਕੇ ਤੁਰ ਜਾਂਦੇ ਹਾਂ। ਜਦੋਂ ਸਮੇਂ ਦੇ ਮੁਤਾਬਕ ਕਥਾ ਹੁੰਦੀ ਹੈ, ਗੁਰਬਾਣੀ ਨੂੰ ਸਮੇਂ ਤੇ ਢਾਲ ਕੇ ਕਿਹਾ ਜਾਂਦਾ ਹੈ, ਉਦੋਂ ਫਿਰ ਸਾਡੇ ਕਈ ਭੈਣ ਭਰਾਵਾਂ ਨੂੰ ਹਜਮ ਨਹੀਂ ਆਉਂਦੀ ਗੱਲ। ਇਸ ਕਰਕੇ ਏਦਾਂ ਹੁਣ ਇੱਕ ਨੁਕਤਾ ਸਮਝਣਾ, ਜਾਲ ਦੇਖੋ ਅਖੀਰ ਨੂੰ ਬਣਿਆ, ਆ ਗਿਆ, ਉੱਥੇ ਹੀ ਆ ਗਿਆ। ਫਿਰ ਕਦੇ ਲਦੇਨ ਵਾਲਾ ਜਾਲ ਅਮਰੀਕਾ ਨੇ ਆਪ ਹੀ ਬੁਣਿਆ ਸੀ। ਇਹ ਹਾਈ ਲੈਵਲ ਦੀਆਂ ਗੱਲਾਂ ਹੈ, ਰੂਸ ਦੇ ਖਿਲਾਫ ਵਰਤਣ ਵਾਸਤੇ ਆਪ ਹੀ ਬੁਣਿਆ ਸੀ। ਤੇ ਅਖੀਰ ਨੂੰ ਫਿਰ ਉਹ ਜਾਲ ਆਪ ਦੀ ਤੀ ਪੈ ਗਿਆ, ਉਹਦੇ ਤੇ ਬੁਣਿਆ ਸੀ। ਕਿਸੇ ਵੇਲੇ ਲਿੱਟੇ ਨੂੰ ਹਾਈਲਾਈਟ ਕਰਨ ਵਾਲਾ ਰਾਜੀਵ ਸੀ। ਇਹ ਤਾਮਿਲਨਾਡੂ ਦੇ ਵਿੱਚ ਹੀ ਰਹਿੰਦੇ ਸੀ ਪ੍ਰਭਾ ਕਰਨ ਵੇਲੇ, ਕਿਸੇ ਸਮੇਂ ਦੀਆਂ ਗੱਲਾਂ ਇਹ ਗਹਿਰੀਆਂ ਗੱਲਾਂ ਹੁੰਦੀਆਂ ਥੋੜੀਆਂ ਜੀਆਂ। ਪਰ ਸਮਾਂ ਪਾ ਕੇ ਜਦੋਂ ਇਹ ਲੱਗਣ ਲੱਗ ਪਿਆ ਵੀ ਤਾਂ ਤਾਮਿਲਨਾਡੂ ਦੇਸ਼ ਮੰਗਣਗੇ ਵਿੱਚ, ਤਾਮਿਲਨਾਡੂ ਨੂੰ ਵਿੱਚ ਮੰਗਣਗੇ ਤਾਮਿਲ ਦੇਸ਼ ਦੇ, ਫਿਰ ਸੋਚਿਆ ਵੀ ਚੱਲ ਆਪਾਂ ਵਰਲਡ ਲੈਵਲ ਤੇ ਨੰਬਰ ਹੀ ਬਣਾ ਲਈਏ। ਸ਼ਾਂਤੀ ਸੈਨਾ ਭੇਜਤੀ ਉਸੇ ਲਿੱਟੇ ਦੇ ਖਿਲਾਫ, ਸ਼ਾਂਤੀ ਸੈਨਾ ਲਿੱਟੇ ਦੇ ਖਿਲਾਫ ਭੇਜਤੀ। ਪਹਿਲਾਂ ਕਿਸੇ ਵੇਲੇ ਆਪ ਹੀ ਉਹਨੂੰ ਹਾਈਲਾਈਟ ਕੀਤਾ ਸੀ, ਲਿੱਟੇ ਨਾਰਾਜ਼ ਹੋ ਗਿਆ, ਰਾਜੀਵ ਆਪਣੇ ਬੁਣੇ ਜਾਲ 'ਚ ਫਸ ਗਿਆ। ਬੋਲੋ ਸਤਨਾਮ। ਫਸ ਗਿਆ। ਬਣਾਇਆ ਕਾਹਦੇ ਵਾਸਤੇ ਸੀ, ਫਸ ਗਿਆ। ਜਦ ਰੱਖਿਓ ਇੰਦਰਾ ਨੇ ਸੋਚਿਆ ਵੀ ਸਿੱਖਾਂ ਨੂੰ ਮਾਰ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਗੱਦੀ ਪੱਕੀ ਹੋਈ ਕਰ ਲਾਂ। ਸਿੱਖਾਂ ਨੂੰ ਮਾਰ ਕੇ ਉਹਦਾ ਮਿਸ਼ਨ ਸੀ ਕਿ 18 ਤੋਂ 35 ਸਾਲ ਦੇ ਸਭ ਖਤਮ ਕਰ ਦਿਓ, ਸਿੱਖ ਖਤਮ ਕਰ ਦਿਓ ਸਭ, ਬਹੁ ਗਿਣਤੀ ਨੂੰ ਖੁਸ਼ ਕਰਕੇ ਸਦਾ ਵਾਸਤੇ ਗੱਦੀ ਪੱਕੀ ਹੋਈ ਕਰ ਲਾਂ। ਸਦਾ ਵਾਸਤੇ ਆਪਣੀ ਗੱਦੀ ਪੱਕੀ ਕਰਦੀ ਆਪ ਹੀ ਉਸ ਜਾਲ 'ਚ ਫਸ ਗਈ। ਬੋਲੋ ਸਤਨਾਮ। ਫਸ ਗਈ। ਵੱਡੀਆਂ ਧਾਰਨਾਂ ਦਿੱਤੀਆਂ ਤਾਂ ਕਿ ਸੈੱਟ ਹੋ ਜੇ ਦਿਮਾਗ। ਤੂੰ ਤਾਂ ਕਿਹਦਾ ਵਿਚਾਰ ਹੈ, ਆਪਣੀ ਬੁਣੇ ਜਾਲ ਦੇ ਵਿੱਚ ਆਪ ਹੀ ਫਸ ਜਾਂਦਾ ਹੈ।
ਫਸ ਜਾਂਦਾ ਆਪਣੀ ਇੰਦਰਾ ਆਪਣੀ ਗੱਦੀ ਪੱਕੀ ਕਰਦੀ ਕਰਦੀ ਬਹੁ ਗਿਣਤੀ ਨੂੰ ਖੁਸ਼ ਕਰਦੀ ਕਰਦੀ ਮਾਰ ਕੇ ਸਿੱਖਾਂ ਨੂੰ ਆਪ ਹੀ ਫਸ ਗਈ ਉਸੇ ਜਲ 'ਚ ਹੀ ਫਸ ਗਈ। ਰੀਵ ਆਪਣੇ ਜਲ 'ਚ ਫਸ ਗਿਆ, ਲਿੱਟੇ ਵਾਲੇ 'ਚ। ਪਾਕਿਸਤਾਨ ਆਪਦੇ ਜਲ 'ਚ ਫਸ ਗਿਆ, ਕਿਸੇ ਵੇਲੇ ਅਮਰੀਕਾ ਲਦੇ ਨਾਲੇ ਜਲ 'ਚ ਫਸ ਗਿਆ। ਸੋ ਇਹ ਉੱਚ ਪੱਧਰ ਦੀਆਂ ਉਦਾਹਰਨਾਂ ਦੇਣ ਦਾ ਭਾਵ ਕੀ ਆਪਣੇ ਆਪਾਂ ਵੀ ਸਮਝ ਲਓ ਸਾਰੇ ਵੀ ਮਨਾ ਫਿਰ ਤੂੰ ਤਾਂ ਕਿਹਦਾ ਵਿਚਾਰਾ ਹੈ ਕਹੇ ਮੈਨਾਂ ਕੋਈ ਜਾਲ ਬੁਣ ਲਈ ਕਿਤੇ। ਬੋਲੋ ਸਤਨਾਮ। ਰੱਬ ਦਾ ਕਾਨੂੰਨ ਹੈ ਨਾ ਜਿਹੜਾ, ਇਹ ਨਹੀਂ ਕੋਈ ਤੋੜ ਸਕਦਾ। ਰੱਬ ਦੇ ਕਾਨੂੰਨ ਨਹੀਂ ਕੋਈ ਤੋੜ ਸਕਦਾ। ਰੱਬ ਦੇ ਕਾਨੂੰਨ ਦੇ ਮੂਹਰੇ ਕੋਈ ਲੀਡਰ ਨਹੀਂ, ਕੋਈ ਬਾਬਾ ਨਹੀਂ, ਕੋਈ ਅਫਸਰ ਨਹੀਂ, ਕੋਈ ਅਮੀਰ ਨਹੀਂ। ਹਾਂਜੀ, ਰੱਬ ਦੇ ਕਾਨੂੰਨ ਦੀ ਚੱਕੀ ਚੱਲਦੀ ਥੋੜਾ ਜਿਹਾ ਹੌਲੀ ਹੈ, ਪੀਂਦੀ ਬੜਾ ਬਰੀਕ ਹੈ। ਬੋਲੋ ਸਤਨਾਮ। ਪੀਂਦੀ ਬੜਾ ਬਰੀਕ ਹੈ, ਮਲੀਦਾ ਕਰਦੀ ਹੈ ਬੜੇ ਬੜਿਆਂ ਦਾ, ਮਲੀਦਾ ਕਰਦੀ ਹੈ, ਚੱਲਦੀ ਹੌਲੀ ਹੈ, ਪੀਂਦੀ ਬੜਾ ਬਰੀਕ ਹੈ। ਤੇ ਗੁਰਬਾਣੀ ਨੇ ਵੀ ਕਹਿ ਦਿੱਤਾ, ਮਾਨਸਾ ਕਿਹੋਂ ਦੀਵਾਨੋ ਕੋਈ ਨਸ ਭੱਜ ਨਿਕਲੈ, ਹਰ ਦੀਵਾਨੋ ਕੋਈ ਕਿੱਥੇ ਜਾਇਆ। ਕਹਿੰਦੇ ਬੰਦੇ ਦੀ ਕਚਹਿਰੀ ਵਿੱਚੋਂ ਕੋਈ ਭੱਜ ਸਕਦਾ ਹੈ, ਬਾਣੀ ਦਾ ਫੈਸਲਾ ਹੈ। ਕਿਉਂ? ਗਵਾਹ ਮਕਰਾਤੇ, ਗਵਾਹ ਡਰਾਤੇ, ਗਵਾਹ ਖਰੀਦ ਲਏ, ਜੱਜ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਅੱਗੇ ਕੀ ਲਿਖਿਆ? ਮਾਨਸਾ ਕਿਹੋਂ ਦੀਵਾਨੋ ਕੋਈ ਨਸ ਭੱਜ ਨਿਕਲੈ, ਹਰ ਦੀਵਾਨੋ ਕੋਈ ਕਿੱਥੇ ਜਾਇਆ। ਕਹਿੰਦੇ ਪਰਮਾਤਮਾ ਦੀ ਕਚਹਿਰੀ ਚੋਂ ਕਿੱਥੇ ਭੱਜੂਗਾ। ਬੋਲੋ ਸਤਨਾਮ। ਬਾਣੀ ਦੇ ਫੈਸਲਿਆਂ ਨੂੰ, ਬਾਣੀ ਦੇ ਫੈਸਲਿਆਂ ਨੂੰ ਸਮੇਂ ਦੇ ਮੁਤਾਬਕ ਤਾਂ ਪੇਸ਼ ਕਰਾਂਗੇ ਨਾ। ਹੁਣ ਜੇ ਕੋਈ ਕਹੇ ਇਹ ਜੀ ਤਾਲਬਨ ਪਾਕਿਸਤਾਨ ਦੀਆਂ ਗੱਲਾਂ ਕਿੱਧਰ ਕਰ ਲਈਆਂ, ਇਹ ਲਦੇਣ ਦੀ ਗੱਲ ਕਿੱਧਰ ਕਰ ਲਈ ਜੀ, ਬਾਣੀ ਦੀ ਕਥਾ ਸੁਣਾਓ। ਉਹ ਗੁਰਬਾਣੀ ਵਿਖੇ ਜੰਜਾਲ ਦੀ ਵਿਆਖਿਆ ਕੀਤੀ ਹੈ। ਹੁਣ ਜੇ ਕੋਈ ਕਹੇ ਰਜੀਵ ਲਿੱਟੇ ਦੀਆਂ ਗੱਲਾਂ ਕਿੱਧਰ ਛੇੜ ਲਈਆਂ ਜੀ ਤੁਸੀਂ ਬਾਣੀ ਦੀ, ਉਹ ਭਲੇ ਉਹ ਬਾਣੀ ਦੀ ਕਥਾ ਕੀਤੀ ਹੈ ਸਮੇਂ ਦੇ ਸੰਦਰਭ ਵਿੱਚ। ਗੁਰਬਾਣੀ ਨੂੰ ਸਾਨੂੰ ਵਿਖਿਆ ਜੰਜਾਲ ਦਾ ਅਰਥ ਸਮਝਾਇਆ ਤੁਹਾਨੂੰ ਵੀ ਐਂ ਫਸ ਜਾਂਦਾ ਕੋਈ ਜਾਲ ਬਣਦਾ ਹੈ, ਜਾਲ ਬਣਦਾ ਜਦੋਂ ਕੋਈ ਇਦਾਂ ਫਸਦਾ ਹੈ। ਇਸ ਕਰਕੇ ਰੱਬ ਦਾ ਕਾਨੂੰਨ ਸਮਝ ਆ ਗਿਆ ਆਪਾਂ ਨੂੰ, ਮਾਲਕ ਦਾ ਕਾਨੂੰਨ। ਇਹ ਮਾਲਕ ਦੇ ਕਾਨੂੰਨ ਤੋਂ ਕੋਈ ਭੱਜ ਨਹੀਂ ਸਕਦਾ, ਯਾਦ ਰੱਖਿਓ। ਕੁਛ ਮਰਜ਼ੀ ਕਰਦਾ ਫਿਰ ਅਖੀਰ ਨੂੰ ਤਾਂ ਫਸਣਾ ਹੀ ਫਸਣਾ। ਇਸ ਕਰਕੇ ਇਹ ਜਾਲ ਨਾ ਬਣੀਏ, ਇਹ ਜਾਲ ਨਾ ਬਣੀਏ ਤੇ ਸਿਧਾਂਤ ਤੇ ਦ੍ਰਿੜ ਰਹੀਏ, ਸੱਚ ਤੇ ਦ੍ਰਿੜ ਰਹੀਏ। ਕਦੇ ਵੀ ਝੂਠ ਨਾ ਸਮਝੌਤਾ ਨਾ ਕਰੀਏ ਨਾ। ਕੋਈ ਵੀ ਲੋਭ ਸਵਾਰਥ ਵਿੱਚ ਜਾਂ ਕਿਸੇ ਕੁਰਸੀ ਲਾਲਚ ਵਿੱਚ ਕਿੱਥੇ ਝੂਠ ਨਾ ਸਮਝੌਤਾ ਕਰਨਾ। ਜ਼ਮੀਰ ਮਾਰ ਕੀ ਕਰਦਾ, ਕੋਈ ਵੀ ਇੱਕ ਦੀ ਗੱਲ ਨਹੀਂ, ਕੋਈ ਵੀ ਹੈ ਜ਼ਮੀਰ ਮਾਰ ਕੀ ਸਮਝੌਤਾ ਕਰਦਾ ਨਾ, ਇਹ ਨਾ ਕਰੀਏ। ਸਿਧਾਂਤ ਯਾਦ ਰੱਖੀਏ, ਆਪਣੀ ਕਹੀ ਗੱਲ ਵੀ ਯਾਦ ਰੱਖੀਏ। ਵਿੱਚ ਕਰਮ ਜਮਾਤ ਹੋਤੇ ਤੇ ਹੁਣ ਪਹਿਲਾਂ ਪਿਛਲਾ ਤਾਂ ਹੋ ਗਿਆ ਸੀ। ਕਈ ਸਾਡੇ ਵਿੱਚ ਵੀ ਐਸੇ ਸੰਤ ਬਾਬੇ ਆ ਜਿਹੜੀ ਆਪਣੀ ਕਹੀ ਗੱਲ ਨੂੰ ਭੁੱਲ ਜਾਂਦੇ ਆ। ਉਹ ਭੁੱਲ ਜਾਂਦੇ ਵੀ ਕਿਸੇ ਵੇਲੇ ਦਿੱਲੀ ਤੋਂ ਕਥਾ ਕਰਦੇ ਟਾਈਮ ਟੀਵੀ ਤੇ ਰਿਲੀਜ਼ ਹੋ ਰਹੀ ਹੈ, ਨਾਨਕਸ਼ਾਹੀ ਕੈਲੰਡਰ ਦੇ ਹੱਕ 'ਚ ਬੋਲਿਆ ਜਾ ਰਿਹਾ ਹੈ ਤੇ ਕਿਸੇ ਵੇਲੇ ਵਿਰੋਧ 'ਚ ਬੋਲਿਆ ਜਾ ਰਿਹਾ ਹੈ। ਆਪਣੀ ਕਹੀ ਗੱਲ ਨੂੰ ਕਈ ਭੁੱਲ ਜਾਂਦੇ ਆ। ਨਹੀਂ ਪਤਾ ਵੀ ਟਾਈਮ ਟੀਵੀ ਦੇ ਉੱਤੇ ਰਿਲੇ ਹੁੰਦਾ। ਲੋਕ ਸਾਰਿਆਂ ਦੀ ਯਾਦਾਸ਼ਤ ਤਾਂ ਨਹੀਂ ਮਾੜੀ ਹੁੰਦੀ, ਸਾਡੀ ਕੌਮ ਦੀ ਯਾਦਾਸ਼ਤ ਮਾੜੀ ਹੈ, ਕੁਝ ਦੀ ਯਾਦਾਸ਼ਤ ਤਾਂ ਹੁੰਦੀ ਹੋਈ ਹੈ। ਬੋਲੋ ਸਤਨਾਮ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ। ਇਸ ਕਰਕੇ ਸਮਝਣਾ ਹੈ, ਸਮਝੋ ਸਮਝੋ ਗੱਲ ਨੂੰ ਤਾਂ ਤੇ ਚਲੋ ਇੰਨੀ ਗੱਲ ਹੁਣ ਆਪਾਂ ਸਮਝ ਲਈ, ਇੰਨੀ ਗੱਲ ਹੋ ਗਈ ਤੇ ਸੰਤ ਸਤਿਗੁਰੂ ਨਾਲ ਜੁੜਨਾ। ਆਪਾਂ ਅੱਗੇ ਜਾ ਕੇ ਥੋੜਾ ਕੁ ਨੁਕਤੇ ਦੀ ਗੱਲ ਕਰਾਂਗੇ। ਪਹਿਲਾਂ ਆਪਾਂ ਸ਼ਬਦੀ ਵਿਚਾਰ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਕਰੀਏ ਕਿ ਹੁਣ ਅੱਗੇ ਸਮਾਂ ਬਹੁਤ ਨਹੀਂ ਇਜਾਜ਼ਤ ਦਿੰਦਾ। ਤੇਰਾ ਕਾਜ ਨਾ ਗ੍ਰਹਿ ਰਾਜ ਮਾਲ, ਤੇਰਾ ਕਾਜ ਨਾ ਵਿਖੈ ਜੰਜਾਲ। ਦੋ ਪੰਕਤੀਆਂ ਦੀ ਵਿਆਖਿਆ ਹੋਗੀ। ਇਸ਼ਟ ਮੀਤ ਜਾਨ ਸਭ ਛਲੈ, ਹਰ ਹਰ ਨਾਮ ਸੰਗ ਤੇਰਾ ਚੱਲੈ। ਇਸ਼ਟ ਮੀਤ ਜਾਨ ਸਭ ਛਲੈ। ਕਹਿੰਦੇ ਕਿ ਤੂੰ ਕਹਿੰਦਾ ਨਾ ਮੇਰੇ ਪਿਆਰੇ ਮਿੱਤਰ ਨੇ। ਇਸ਼ਟ ਦਾ ਅਰਥ ਇੱਥੇ ਪਿਆਰੇ, ਇਸ਼ਟ ਦਾ ਅਰਥ ਇੱਥੇ ਧਰਮ ਨਹੀਂ, ਭੁਲੇਖਾ ਨਾ ਖਾ ਜਾਓ, ਕਿਉਂਕਿ ਇੱਕੋ ਲਫ਼ਜ਼ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਅਰਥ ਹੁੰਦੇ ਆ। ਇੱਥੇ ਇਸ਼ਟ ਮੀਤ ਦਾ ਭਾਵ ਪਿਆਰੇ ਮਿੱਤਰ। ਜਿਹੜਾ ਤੂੰ ਕਹਿੰਦਾ ਮੇਰੇ ਪਿਆਰੇ ਮਿੱਤਰ ਨੇ, ਜੁੰਡੀ ਦੇ ਯਾਰ, ਸਿੱਧਾ ਸੌਖਾ ਕਹਦੇ ਆ, ਜਿਨ੍ਹਾਂ ਨਾਲ ਗਲਾਸੀਆਂ ਖੜਕਾਉਣਾ ਮਹਿਫਲਾਂ 'ਚ, ਇਹ ਵੀ ਛਾਲੀ ਹੈ ਗੁਰੂ ਜੀ ਕਹਿੰਦੇ। ਇਹ ਤਾਂ ਐਵੇਂ ਪੈਗ ਲਾ ਕੇ ਫੋਕੀਆਂ ਗੱਲਾਂ ਹੀ ਹੁੰਦੀਆਂ, ਚੱਕ ਦਿਆਂਗੇ ਫੱਟੇ ਫਲਾਣਾ, ਫਿਕਰ ਨਾ ਕਰੀ ਤੇ ਉੱਥੋਂ ਪਹਿਲਾਂ ਮਰਾਂਗੇ, ਫਿਕਰ ਨਾ। ਉਹ ਇਹਨਾਂ ਚੁੱਕ ਨਹੀਂ ਸਿਆਉਂਦਾ ਹੁੰਦਾ, ਐਵੇਂ ਨਾ ਫਸ ਜੀ ਕਿਤੇ। ਬੋਲੋ ਸਤਨਾਮ। ਇਹ ਤੈਨੂੰ ਮਰਵਾ ਦੇਣਗੇ ਵੀ ਗਰੁੱਪ ਸਾਡਾ ਵੱਡਾ ਹੈ, ਕਹਿੰਦੇ ਚੱਕ ਦਿਆਂਗੇ ਫੱਟੇ, ਫਿਕਰੀ ਨਾ ਕਰੀ ਤੇ ਇੱਥੋਂ ਪਹਿਲਾਂ ਮਰ। ਉਹ ਇਹ ਵੀ ਛਾਲੀ ਆ ਸਾਰਾ, ਇਹ ਵੀ ਛਾਲਾ ਹੈ। ਤੇ ਜਿਹੜੇ ਤੂੰ ਗਲਾਸੀਆਂ ਖੜਕਾਉਣਾ ਨਾ ਜੁੰਡੀ ਦੇ ਯਾਰਾਂ ਨਾਲ, ਇਹ ਤਾਂ ਤੈਨੂੰ ਦੇਖਣ ਨੂੰ ਨਿੱਕੀ ਗਲਾਸੀ ਲੱਗਦੀ ਹੈ। ਇਹਦੇ ਵਿੱਚ ਤਾਂ ਐਡਾ ਵੱਡਾ ਖਾਰਾ ਸਮੁੰਦਰ ਹੈ ਜਿਹ 'ਚ ਤੇਰਾ ਸਾਰਾ ਜੀਵਨ, ਪਰਿਵਾਰ ਦੀਆਂ ਖੁਸ਼ੀਆਂ, ਬੱਚਿਆਂ ਦਾ ਭਵਿੱਖ, ਕਿੰਨੇ ਏਕੜ ਜ਼ਮੀਨ, ਕਿੰਨੀ ਜਾਇਦਾਦ ਇਹ ਗਲਾਸੀ ਦੇ ਖਾਰੇ ਸਮੁੰਦਰ ਵਿੱਚ ਡੁੱਬ ਜਾਂਦੀ ਹੈ। ਜਿਹੜੇ ਤੂੰ ਜੁੰਡੀ ਦੇ ਯਾਰਾਂ ਨਾਲ ਖੜਕਾਉਣਾ, ਜਿਹਨੂੰ ਜਿਗਰੀ ਯਾਰ ਕਹਿਣਾ, ਜਿਹਨੂੰ ਪਿਆਰੇ ਮਿੱਤਰ ਕਹਿਣਾ, ਚੰਦਰਾ ਇਹਨਾਂ ਦੀਆਂ ਜਿਹੜਾ ਗਲਾਸੀਆਂ ਖੜਕਾਉਣੇ, ਗਲਾਸੀ ਡੁੱਬ ਕੇ ਮਰ ਜਾਏਗਾ। ਬੋਲੋ ਸਤਨਾਮ। ਡੁੱਬ ਕੇ ਮਰ ਜਾਏਗਾ। ਤੇ ਜਿਹੜੇ ਫੈਂਟਰ ਮਾਰਦੇ ਨੇ ਨਾ, ਇਹ ਫੋਕੀਆਂ ਗੱਲਾਂ ਮਾਰਦੇ ਆ, ਇਹ ਇੱਕ ਨਹੀਂ ਥਿਆਉਣਾ। ਲਿਖਿਆ ਬਾਣੀ 'ਚ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ। ਦੇਖ ਲੈ, ਜੋ ਬਿਪਤਾ ਪੈਂਦੀ ਹੈ ਸੌ ਭੱਜ ਜਾਂਦੇ ਆ, ਕੋਈ ਨਹੀਂ ਥਿਆਉਂਦਾ। ਇਹ ਵੀ ਛਾਲੀ ਹੈ,
ਇਹ ਵੀ ਛਾਲੀ ਹੈ, ਕਿਤੇ ਸਾਡਾ ਗਰੁੱਪ ਵੱਡਾ ਹੈ, ਮੇਰੇ ਜਿਗਰੀ ਯਾਰ ਵਰੇ ਹੈ, ਉਹ ਮੈਨੂੰ ਕਹਿੰਦੇ ਸੀ ਐਂ ਕਰ ਦਿਆਂਗੇ, ਆਹ ਕਰ ਦਿਆਂਗੇ, ਤੂੰ ਫਿਕਰ ਨਾ ਕਰੀ। ਗੁਰੂ ਸਾਹਿਬ ਕਹਿੰਦੇ ਦੇਖੀਏ ਤੇ ਛਲ ਚ ਨਾ ਫਸ ਜੀ, ਇਹ ਛਲ ਚ ਨਾ ਫਸ ਜੀ, ਕਿਤੇ ਛੱਡ ਦੇ ਖਹਿੜਾ। ਤੇ ਅਸਲੀ ਮਿੱਤਰ ਤਾਂ ਮਾਲਕ ਪਰਮਾਤਮਾ ਨਾਲ ਯਾਰੀ ਪਾਲਾ। ਅਸਲੀ ਇੱਕੋ ਹੀ ਯਾਰੀ ਹੈ, ਕਿਹੜੀ? ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਹੈ ਧਨ ਸਾਡਾ ਮਿੱਤਰ ਪਰਮਾਤਮਾ, ਜੋ ਮਾਤਾ ਦੇ ਪੇਟ ਵਿੱਚ ਆਦ ਦਾ ਭਾਵ ਜਦੋਂ ਸਰੀਰਕ ਜੀਵਨ ਸ਼ੁਰੂ ਹੋਇਆ ਉਦੋਂ ਵੀ ਸਹਾਈ ਹੋਇਆ ਆਦ। ਇੱਥੇ ਵੀ ਉਹੀ ਸਹਾਈ ਹੈ, ਜਿੱਥੈ ਹਰ ਅਰਾਧੀ ਹੈ ਤਿੱਥੈ ਹਰ ਮਿੱਤ ਸਹਾਈ। ਤੇ ਆਖਰੀ ਟਾਈਮ ਵੀ ਉਹਨੀ ਸਹਾਈ ਹੋਣਾ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸ ਕਰਕੇ ਮਾਲਕ ਨਾਲ ਸੱਚੀ ਮਿੱਤਰਤਾ ਪਾ, ਮਾਲਕ ਨਾਲ ਮਿੱਤਰਤਾ ਪਾ। ਤੇ ਇਹ ਜਿਹੜੇ ਜੁੰਡਲੀ ਦੇ ਯਾਰ ਹੈ, ਮਹਿਫਲਾਂ ਦੇ ਯਾਰ, ਇਹ ਤਾਂ ਛਾਲੀ ਅਸਲ ਵਿੱਚ ਤੈਨੂੰ ਭੁਲੇਖਾ ਵੀ ਇਹ ਮੇਰੇ ਯਾਰ ਹੈ, ਅਸਲ ਤੇਰੀ ਜੇਬ ਦੇ ਯਾਰ ਹੈ ਇਹ। ਤੂੰ ਅੱਜ ਐਲਾਨ ਕਰਦੇ ਵੀ ਹੁਣ ਤਾਂ ਹੈ ਨਹੀਂ ਕੋਈ, ਜੇਬ ਤਾਂ ਖਾਲੀ ਹੈ, 2-4 ਦਿਨਾਂ ਚ ਸਾਰੇ ਸ਼ਾਹੀ ਮਾਈ ਹੋ ਜਾਣਗੇ, ਸਭ ਸ਼ਾਹੀ ਮਾਈ ਹੋ ਜਾਣਗੇ, ਇਹ ਤੇਰੀ ਜੇਬ ਦੇ ਯਾਰ ਨੇ। ਤਾਂ ਤੇ ਇਹ ਵੀ ਛਾਲਾ ਹੈ। ਗੁਰੂ ਜੀ ਕਹਿੰਦੇ ਬਚ ਜਾ, ਬਚ। ਅਸਲੀ ਮਿੱਤਰਤਾ ਪਾ ਪਰਮਾਤਮਾ ਨਾਲ ਤੇ ਪਰਮਾਤਮਾ ਦੇ ਪਿਆਰਿਆਂ ਨਾਲ, ਭਾਵ ਸਤਸੰਗੀਆਂ ਨਾਲ, ਜਿਨ੍ਹਾਂ ਦਸੰਦਣਿਆ ਦੁਰਮਤ ਵੰਝੈ ਮਿੱਤਰ ਸਾਡੜੇ ਸੇਈ, ਹਉ ਢੁੰਢੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕਈ। ਇਸ ਕਰਕੇ ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਭਾਵ ਸਤਸੰਗੀਆਂ ਦੇ ਵਿੱਚ ਬੈਠਣ ਉੱਠਣ ਕਰ ਆਪਣੀ ਮਿੱਤਰਤਾ ਬਣਾ। ਤੇ ਇਹ ਜਿਹੜੇ ਤੇ ਕਹਿਣਾ ਪਿਆਰੇ ਮਿੱਤਰ ਮੇਰੇ ਜਿਗਰੀ ਯਾਰ, ਮੇਰੇ ਜਿਗਰੀ ਯਾਰ ਨੇ, ਇਹ ਵੀ ਇੱਕ ਛਾਲਾ ਹੈ, ਤੋਂ ਵੀ ਬਚੀ। ਇਸ਼ਟ ਮੀਤ ਜਾਨ ਸਭ ਛਲਾ, ਹਰ ਹਰ ਨਾਮ ਸੰਗ ਤੇਰਾ ਚੱਲੈ। ਆ ਗਈ ਨਾ ਗੱਲ, ਦੇਖੋ ਵੀ ਹਰੀ ਪ੍ਰਮਾਤਮਾ ਦਾ ਨਾਮ ਹੀ ਹਰ ਵੇ ਤੇਰੇ ਨਾਲ ਚੱਲਦਾ, ਸਦਾ ਦਾ ਸਾਥੀ ਤੇਰਾ ਪ੍ਰਮਾਤਮਾ ਦਾ ਨਾਮ ਹੀ ਹੈ। ਹਰ ਹਰ ਨਾਮ ਸੰਗ ਤੇਰਾ ਚੱਲੈ। ਅਗਲੀ ਪੰਕਤੀ, ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ, ਹਰ ਸਿਮਰਤ ਜਮ ਕਛ ਨਾ ਕਹੈ ਰਹਾਉ। ਰਾਮ ਨਾਮ ਗੁਣ ਗਾਏ ਲੈ ਮੀਤਾ, ਗੁਰੂ ਜੀ ਪਿਆਰ ਭਾਵ ਚ ਕਹਿੰਦੇ ਐ ਮਿੱਤਰ, ਸਰਬ ਵਿਆਪਕ ਪਰਮਾਤਮਾ ਦੇ ਗੁਣ ਗਾ। ਰਾਮ ਨਾਮ ਦਾ ਅਰਥ ਕੀ ਹੁੰਦਾ ਜੀ? ਸਰਬ ਵਿਆਪਕ ਹੋਂਦ। ਰਾਮ ਦਾ ਅਰਥ ਹੁੰਦਾ ਸਰਬ ਵਿਆਪਕ, ਨਾਮ ਦਾ ਅਰਥ ਹੁੰਦਾ ਹੋਂਦ, ਵਜੂਦ, ਸਤਾ, ਐਗਜ਼ਿਸਟੈਂਸ। ਸਰਬ ਵਿਆਪਕ ਹੋਂਦ ਜੋ ਮਾਲਕ ਪਰਮਾਤਮਾ, ਤਾਂ ਤੇ ਉਹਦਾ ਗੁਣ ਗਾਉਣਾ ਕੀ ਹੈ? ਵੀ ਮਨ ਕਰਕੇ ਸਰਬ ਵਿਆਪਕ ਹੋਂਦ ਨੂੰ ਮੰਨ, ਮਨ ਕਰਕੇ ਮਨ ਨਹੀਂ ਗੁਣ ਗਾਉਣਾ ਹੈ ਨਾ। ਠੀਕ ਹੈ, ਰਸਨਾ ਤਾਂ ਸਹਿਯੋਗੀ ਹੈ, ਆਪਾਂ ਰਸਨਾ ਨਾਲ ਹੀ ਗੁਣ ਗਾਉਣੇ ਨੇ, ਤੁਠ ਗਾਵੋ ਪ੍ਰਭ ਕੀ ਬਾਣੀ। ਪਰ ਜੋ ਰਸਨਾ ਨਾਲ ਗਾਉਂਦੇ ਹਾਂ ਮਨ ਵਿੱਚ ਵਸੇ ਨਾ, ਉਹਨੂੰ ਮਨ ਮੰਨੇ। ਜੇ ਰਸਨਾ ਨਾਲ ਆਪਾਂ ਗਾ ਲਿਆ, ਕੰਨਾਂ ਨਾਲ ਆਪਾਂ ਸੁਣ ਲਿਆ, ਮਨ ਨੇ ਮੰਨਿਆ ਕੋਈ ਨਹੀਂ, ਗਾਇਆ ਸੁਣਿਆ ਵੀ ਲੇਖੇ 'ਚ ਨਹੀਂ ਪੈਂਦਾ। ਲਿਖਿਆ ਨਾ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ। ਗੁਰਬਾਣੀ ਨੂੰ ਗਾਇਆ ਤੇ ਸੁਣਿਆ, ਉਹਨਾਂ ਦਾ ਪਰਮਾਤਮਾ ਲੇਖੇ 'ਚ ਪਾਉਂਦਾ ਹੈ। ਕਿਹਨਾਂ ਦਾ? ਜਿਹੜੇ ਗਾ ਕੇ ਸੁਣ ਕੇ ਸਤਿਗੁਰ ਦੀ ਆਗਿਆ ਨੂੰ ਕਹਿ ਲਓ, ਸਤਿਗੁਰ ਦੇ ਬਚਨ ਨੂੰ ਕਹਿ ਲਓ, ਸਤਿਗੁਰ ਦੀ ਸਿੱਖਿਆ ਨੂੰ ਸਤ ਕਰਕੇ ਮੰਨ ਲੈਂਦੇ ਆ। ਮੰਨਣਾ ਕਿਹਨੇ ਹੈ? ਮਨ ਨੇ। ਤਨ ਨੇ ਥੋੜਾ ਮੰਨਣਾ ਹੈ, ਮੰਨਣਾ ਤਾਂ ਵਿਚਲੇ ਮਨ ਨਹੀਂ ਹੈ ਨਾ। ਜੇ ਗਾ ਕੇ ਸੁਣ ਕੇ ਮੰਨਿਆ ਕੋਈ ਨਹੀਂ, ਤੇ ਗਾਇਆ ਸੁਣਿਆ ਵੀ ਲੇਖੇ 'ਚ ਨਹੀਂ ਪੈਂਦਾ। ਇਸ ਕਰਕੇ ਚੰਗੀ ਗੱਲ ਹੈ ਰਸਨਾ ਨਾਲ ਮਾਲਕ ਦੇ ਗੁਣ ਗਾਉਣੇ, ਪਰ ਮਨ ਕਰਕੇ ਮੰਨਣਾ ਹੈ। ਇਸ ਕਰਕੇ ਗੁਰੂ ਕਹਿੰਦੇ ਰਾਮ ਨਾਮ ਗੁਣ ਗਾਏ ਲੈ ਮੀਤਾ, ਗਾਏ ਲੈ। ਜੋ ਜੀਵਨਾ ਬੋਲਦੇ ਸੁਰਤ ਵੀ ਉਹ ਬਚਨਾਂ ਵਿੱਚ ਟਕਾ। ਸੁਰਤ ਜਿਵੇਂ ਕਿ ਬਾਹਰੀ ਉਦਾਹਰਨ ਲੈ ਲਓ, ਗਾਉਣ ਦਾ ਅਰਥ ਕੀ ਹੁੰਦਾ? ਇਹ ਬਾਹਰੀ ਅਰਥ ਹੈ ਵੀ ਜਿਵੇਂ ਕਿ ਸੁਰ ਦੇ ਨਾਲ ਗਲੇ ਨੂੰ ਰਲਾ ਕੇ ਗਾਇਆ ਜਾਂਦਾ ਹੈ, ਸੁਰ ਤੇ ਗਲਾ ਲਿਆਂਦਾ ਜਾਂਦਾ ਨਾ, ਸੁਰ ਤੇ। ਇਦਾਂ ਕਹਿਣ ਦਾ ਭਾਵ ਜਿਸ ਵੇਲੇ ਅਸੀਂ ਮਾਲਕ ਪਰਮਾਤਮਾ ਦੇ ਗੁਣ ਹੁਣ ਜੀਵਨਾ ਬੋਲਦੇ ਹਾਂ, ਸੁਰਤ ਨੂੰ ਉਹ ਗੁਰਬਾਣੀ ਦੇ ਭਾਵ ਅਰਥ ਭਾਵ ਵਿੱਚ ਟਕਾ, ਭਾਵ ਤਾਂ ਕਿ ਰਸਨਾ ਬੋਲੇ, ਸੁਰਤ ਅਰਥ ਭਾਵ ਨੂੰ ਸਮਝਦੇ ਹੋਏ ਮਨ ਵਿੱਚ ਲੈ ਜਾਵੇ। ਗੁਰੂ ਗੁਣਾਂ ਦੀ ਮੂਰਤ ਹੈ, ਧਿਆਨ ਨਾਲ ਸੁਣ ਕੇ ਮਨ ਵਿੱਚ ਵਸਦੀ ਹੈ, ਤਾਂ ਕਿ ਤੇਰੇ ਮਨ ਵਿੱਚ ਉਤਰ ਜਾਵੇ ਸੱਚਾ ਗਿਆਨ। ਗੁਰੂ ਗਿਆਨ ਦੀ ਮੂਰਤ ਹੈ ਨਾ, ਉਹ ਗੁਣ ਤੇਰੇ ਮਨ 'ਚ ਵੀ। ਹੁਣ ਜੇ ਜੀਵ ਦੇ ਨਾਲ ਮੰਨ ਲਓ ਆਪਾਂ ਬਾਣੀ ਗਾਈ, ਤੇ ਜੋ ਬਾਣੀ ਦਾ ਭਾਵ ਸਾਡੀ ਸੁਰਤ ਰਾਹੀਂ ਮਨ ਦੇ ਵਿੱਚ ਵੀ ਪਹੁੰਚੇ, ਮਨ ਵਿੱਚ ਟਿਕਿਆ ਰਹੇ, ਉਹ ਗੁਣ ਦੇ ਮੁਤਾਬਕ ਅਸੀਂ ਜੀਵਨ ਜਿਉਈਏ। ਰਾਮ ਨਾਮ ਗੁਣ ਮਨ ਨੇ ਗਾ ਲਿਆ, ਭਾਵ ਕਿ ਪਰਮਾਤਮਾ ਸਰਬ ਵਿਆਪਕ ਹੈ। ਦੁਕਾਨ ਤੇ ਬੈਠ ਕੇ ਵੀ ਅਸੀਂ ਇਸ ਗੁਣ ਨੂੰ ਮੰਨਣਾ ਹੈ, ਦਫ਼ਤਰ 'ਚ ਵੀ ਇਸ ਗੁਣ ਨੂੰ ਮੰਨਣਾ ਵੀ ਰੱਬ ਹਾਜ਼ਰ ਹੈ। ਕੱਲ ਗੱਲ ਹੋ ਗਈ ਸੀ, ਮੈਰਿਜ ਪੈਲਸ ਦੇ ਵਿੱਚ ਵੀ ਮਨ ਨੇ ਗੁਣ ਗਾਉਣਾ ਵੀ ਇੱਥੇ ਵੀ ਹਾਜ਼ਰ ਹੈ। ਤੇ ਨਹੀਂ ਤਾਂ ਬਹੁਤੇ ਦੁਕਾਨ ਤੇ ਦਫ਼ਤਰ ਤੇ ਮੈਰਿਜ ਪੈਲਸ ਵਿੱਚ ਰਾ ਕੇ ਰਾਮ ਨਾਮ ਗੁਣ ਕੋਈ ਗਾਉਂਦਾ, ਬਹੁਤੇ ਮਨ ਕਰਕੇ ਭੁੱਲ ਜਾਂਦੇ ਆ। ਕੋਈ ਦਫ਼ਤਰ 'ਚ ਜਾ ਕੇ ਭੁੱਲਦਾ, ਕੋਈ ਦੁਕਾਨ ਤੇ, ਕੋਈ ਮੈਰਿਜ ਪੈਲਸ 'ਚ ਜਾ ਕੇ ਭੁੱਲ ਜਾਂਦਾ। ਬੋਲੋ ਸਤਨਾਮ। ਕਿਉਂਕਿ ਮਨ ਨੇ ਨਹੀਂ ਗੁਣ ਗਾਇਆ, ਮਨ ਨੇ ਰਾਮ ਨਾਮ ਨੂੰ ਮੰਨਿਆ ਨਹੀਂ, ਮਨ ਨੇ ਅਜੇ ਤੱਕ ਸਰਬ ਵਿਆਪਕ ਹੋਂਦ ਨੂੰ ਮੰਨਿਆ ਹੀ ਨਹੀਂ। ਇਸ ਕਰਕੇ ਮਨ ਕਰਕੇ ਭਾਈ ਸਰਬ ਵਿਆਪਕ ਹੋਂਦ ਨੂੰ ਮੰਨ, ਮਨ ਕਰਕੇ ਸਰਬ ਵਿਆਪਕ ਦਾ ਗੁਣ ਗਾ।
ਭਾਵੇਂ ਗੁਣ ਤੇਰੇ ਮਨ ਵਿੱਚ ਵਸੇ, ਜੇ ਮਨ ਵਿੱਚ ਵਸ ਗਿਆ ਇਹ ਗੁਣ ਵੀ ਪ੍ਰਮਾਤਮਾ ਰਮਿਆ ਹੋਇਆ। ਰਾਮ ਦਾ ਕੀ ਅਰਥ ਹੈ? ਰਮਿਆ ਪਰਮੇਸ਼ਰ, ਇਹ ਪ੍ਰਮਾਤਮਾ ਦਾ ਗੁਣ ਹੈ। ਜੇ ਮਨ 'ਚ ਵਸ ਗਿਆ ਫਿਰ ਕਦੇ ਵੀ ਅਸੀਂ ਜ਼ਮੀਰ ਦੀ ਮੌਤ ਮਰ ਕੇ ਕੋਈ ਗਲਤ ਕੰਮ ਨਹੀਂ ਕਰ ਸਕਦੇ। ਕੋਈ ਵੀ ਬਕਾਰ ਸਾਨੂੰ ਠੱਗ ਨਹੀਂ ਸਕਦਾ। ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਬਸੈ ਮਨ ਮਾਹੀ। ਜਿਹਦੇ ਸਰਬ ਵਿਆਪਕ ਮਨ 'ਚ ਵਸ ਜਾਂਦਾ ਹੈ ਉਹ ਜ਼ਮੀਰ ਦੀ ਮੌਤ ਨਹੀਂ ਮਰਦੇ, ਉਹ ਕਦੇ ਵੀ ਜ਼ਮੀਰ ਦੀ ਮੌਤ ਨਹੀਂ ਮਰਦੇ, ਯਾਦ ਰੱਖਿਓ। ਇਸ ਕਰਕੇ ਇਦਾਂ ਹੁਣ ਆਪਾਂ ਸਮਝ ਲਿਆ ਰਾਮ ਨਾਮ ਗੁਣ ਦਾ ਅਰਥ ਕੀ ਹੈ? ਮਨ ਕਰਕੇ ਸਰਬ ਵਿਆਪਕ ਹੋਂਦ ਨੂੰ ਮੰਨਣਾ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਇਦਾਂ ਹਰੀ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਿਆ ਤੇਰੀ ਲਾਜ ਰਹਿ ਜਾਂਦੀ ਹੈ। ਲਾਜ ਕਹਿ ਲੋ, ਲੱਜ ਕਹਿ ਲੋ, ਇੱਜ਼ਤ ਕਹਿ ਲੋ। ਸਿਮਰਨ ਕੀ ਹੁੰਦਾ ਫਿਰ ਦੱਸ ਦੇ, ਮੈਂ ਬਹੁਤ ਵਾਰ ਦੱਸਿਆ। ਸਿਮਰਨ ਸੰਸਕ੍ਰਿਤ ਦਾ ਲਫ਼ਜ਼ ਹੈ। ਇਹਦਾ ਪੰਜਾਬੀ ਵਿੱਚ ਅਰਥ ਕੀ ਬਣਦਾ ਹੈ? ਚੇਤਾ। ਹਿੰਦੀ ਵਿੱਚ ਅਰਥ ਕੀ ਬਣਦਾ ਹੈ? ਯਾਦ। ਸੋ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਣਾ, ਯਾਦ ਵਿੱਚ ਰੱਖਣਾ, ਹਰ ਥਾਂ ਤੇ ਉਹਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ। ਏਦਾਂ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਿਆ ਤੇਰੀ ਲਾਜ ਰਹਿ ਜਾਂਦੀ ਹੈ, ਕਿਉਂਕਿ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਅਸੀਂ ਕੋਈ ਮਾੜਾ ਕੰਮ ਨਹੀਂ ਕਰ ਸਕਦੇ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜੇ ਪ੍ਰਮਾਤਮਾ ਨੇੜੇ ਜਾਣ ਲਿਆ ਮਾੜਾ ਕੰਮ ਕਿਵੇਂ ਕਰੂ? ਭਾਵ ਨਹੀਂ ਕਰ ਸਕਦਾ, ਭਾਵ ਨਹੀਂ ਕਰ ਸਕਦਾ, ਯਾਦ ਰੱਖਿਓ। ਇਸ ਕਰਕੇ ਗੁਰੂ ਜੀ ਕਹਿੰਦੇ ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਪ੍ਰਮਾਤਮਾ ਨੂੰ ਚੇਤੇ 'ਚ ਰੱਖਿਆ ਤੇਰੀ ਲਾਜ ਰਹਿ ਜੂ, ਤੇਰੀ ਇੱਜ਼ਤ ਰਹਿ ਜੂ। ਨਹੀਂ ਤਾਂ ਬੁਰਾਈਆਂ ਵਿੱਚ ਪੱਤ ਰੁਲ ਜਾਂਦੀ ਹੈ। ਤੇ ਬੇਪੱਤ ਦਾ ਕਾਹਦਾ ਜੀਵਨ ਹੈ? ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ। ਜੇ ਤਾਂ ਕਿਸ਼ਕਾ ਗੁਰੂ ਜੀ ਕਹਿੰਦੇ ਤੇਰੀ ਜਿਉਂਦੇ ਦੀ ਇੱਜ਼ਤ ਹੀ ਲੈ ਰਹੀ ਹੈ, ਤੂੰ ਬੇਪੱਤ ਦਾ ਜੀਵਨ ਜਿਉਣਾ ਹੈ, ਫਿਰ ਤਾਂ ਕਹਿੰਦੇ ਤੇਰਾ ਖਾਣਾ ਪੀਣਾ ਵੀ ਹਰਾਮ ਹੀ ਹੈ, ਐਵੇਂ ਅੰਨ ਫੂਕੀ ਜਾਂਦਾ ਹੈ। ਬੋਲੋ ਸਤਨਾਮ। ਤਾੜਨਾ ਕਰਤੀ ਗੁਰੂ ਜੀ ਨੇ, ਕਹਿੰਦੇ ਫਿਰ ਤਾਂ ਖਾਣਾ ਪੀਣਾ ਵੀ ਤੇਰਾ ਹਰਾਮ ਹੀ ਹੈ, ਐਵੇਂ ਅੰਨ ਫੂਕੀ ਜਾਣਾ ਫਿਰ ਤਾਂ ਤੂੰ। ਇਸ ਕਰਕੇ ਮਾਲਕ ਦਾ ਗੁਣ ਗਾ ਮਨ ਕਰਕੇ ਤੇਰੀ ਇੱਜ਼ਤ ਰਹਿ ਜੂ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਹਰ ਸਿਮਰਤ ਜਮ ਕਾਸ਼ਨਾ ਕਹੈ ਰਹਾਓ। ਪਰਮਾਤਮਾ ਨੂੰ ਚੇਤੇ ਵਿੱਚ ਰੱਖਿਆ ਜਮ ਵੀ ਤੈਨੂੰ ਕੁਛ ਨਹੀਂ ਕਹਿੰਦਾ। ਕਿਸੇ ਤਰ੍ਹਾਂ ਦਾ ਜਮ, ਗਮ, ਚਿੰਤਾ, ਫਿਕਰ, ਝੋਰਾ ਤੇਰੇ ਨੇੜੇ ਨਹੀਂ ਆ ਸਕਦਾ। ਤੇਰੇ ਜੀਵਨ ਵਿੱਚ ਬੇਪਰਵਾਹੀ ਆ ਜਾਵੇਗੀ। ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਖ ਸੁਆਮੀ। ਬੇਪਰਵਾਹ ਇੱਕ ਅੰਦਰ ਦੀ ਅਵਸਥਾ ਹੈ, ਲਾਪਰਵਾਹ ਨਹੀਂ। ਲਾਪਰਵਾਹ ਕੌਣ ਹੁੰਦਾ ਹੈ? ਜਿਹੜਾ ਆਪਣੀ ਡਿਊਟੀ ਤੋਂ ਕੁਤਾਹੀ ਕਰਦਾ ਹੈ, ਜਿਹੜਾ ਆਪਣੀ ਡਿਊਟੀ ਤੋਂ ਕੁਤਾਹੀ ਕਰਦਾ ਹੈ। ਬੇਪਰਵਾਹ ਜਾਨੀ ਕਿ ਜਿੱਥੇ ਸਭ ਝੋਰੇ ਮੁੱਕ ਗਏ, ਡਰ, ਫਿਕਰ, ਚਿੰਤਾ, ਗਮ ਸਭ ਮੁੱਕ ਗਏ, ਕਿਸੇ ਕਿਸਮ ਦਾ ਜਮ ਨੇੜੇ ਆਉਂਦਾ ਹੀ ਨਹੀਂ। ਏਦਾਂ ਪ੍ਰਮਾਤਮਾ ਨੂੰ ਚੇਤੇ 'ਚ ਰੱਖਿਆ ਬੇਪਰਵਾਹੀ ਮਿਲਦੀ ਹੈ ਤੇ ਜਮ ਨਹੀਂ ਨੇੜੇ ਲੱਗਦਾ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਹਰ ਸਿਮਰਤ ਜਮ ਕਛ ਨਾ ਕਹੈ ਰਹਾਓ। ਅਗਲੀ ਪੰਕਤੀ, ਬਿਨ ਹਰ ਸਗਲੇ ਨਿਰਾਰਥ ਕਾਮ। ਗੁਰੂ ਜੀ ਕਹਿੰਦੇ ਪ੍ਰਮਾਤਮਾ ਤੋਂ ਬਿਨਾਂ ਨਾ, ਮਾਲਕ ਦੀ ਯਾਦ ਤੋਂ ਬਿਨਾਂ ਤੇਰੇ ਸਾਰੇ ਕੰਮ ਵਿਅਰਥ ਹੈ। ਉਹਦੀ ਯਾਦ ਤੋਂ ਬਿਨਾਂ, ਭਾਵ ਜੇ ਤੂੰ ਮਾਲਕ ਨਾਲ ਟੁੱਟ ਕੇ ਜਿਉਂ ਰਹੇ ਫਿਰ ਕਿਸੇ ਕੰਮ ਨਹੀਂ। ਜੋ ਤੂੰ ਕਰਦਾ ਹੈ ਫਿਰ ਕਿਸੇ ਕੰਮ ਨਹੀਂ। ਸੱਚ ਨਾਲੋਂ ਪ੍ਰਮਾਤਮਾ ਟੁੱਟ ਕੇ ਜੀ ਰਹੇ ਫਿਰ ਸਾਰੇ ਕੰਮ ਤੇਰੇ ਵਿਅਰਥ ਹੈ। ਬਿਨ ਹਰ ਸਗਲੇ ਨਿਰਾਰਥ ਕਾਮ, ਸੋਇਨਾ ਰੂਪਾ ਮਾਟੀ ਦਾਮ। ਜੇ ਤੇਰੇ ਸਾਰੇ ਤੂੰ ਇਦਾਂ ਦੇ ਕਰਮ ਕਰਦਾ ਮਨ ਟੁੱਟ ਕੇ ਪੁੱਠੇ ਕੰਮ ਵੀ ਜਿਹਦੇ ਨਾਲ ਸੋਨਾ ਚਾਂਦੀ ਮਾਇਆ ਇਕੱਠੀ ਹੋਵੇ, ਸੋਨਾ ਰੂਪਾ ਮਾਟੀ ਦਾਮ। ਪ੍ਰਮਾਤਮਾ ਨਾਲੋਂ ਭੁੱਲ ਕੇ ਫਜ਼ੂਲ ਦੇ ਕੰਮ ਕਰਨੇ, ਭਾਵ ਪੁੱਠੇ ਕੰਮ ਕਰਨੇ, ਰਿਸ਼ਵਤਖੋਰੀ ਕਰਨੀ, ਮਿਲਾਵਟਬਾਜ਼ੀ ਕਰਨੀ, ਨਸ਼ੇ ਵੇਚਣੇ, ਕਿਸੇ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਨਾ। ਧਰਮ ਦੇ ਨਾਂ ਤੇ ਗੁੰਮਰਾਹ ਵੀ ਹੁੰਦਾ ਹੈ। ਕਿਤੇ ਇਹ ਨਾ ਸਮਝੋ ਵੀ ਦੁਕਾਨਾਂ ਤੇ ਠੱਗੀਆਂ ਚੱਲਦੀਆਂ, ਦਫ਼ਤਰਾਂ 'ਚ ਹੀ, ਡੇਰਿਆਂ 'ਚ ਵੀ ਚੱਲਦੀਆਂ। ਸੰਪਟ ਪਾਠ ਕੀ ਹੈ? ਠੱਗੀ ਜਾਲ। ਬੋਲੋ ਸਤਨਾਮ। ਠੱਗੀ ਆ ਧਰਮ ਦੇ ਨਾਂ ਤੇ। ਬਾਣੀ ਕੋਈ ਜਾਦੂ ਟੂਣਾ ਥੋੜਾ, ਜਾਦੂ ਟੂਣਾ ਥੋੜਾ। ਇਸੇ ਕਰਕੇ ਤਾਂ ਮੇਰੇ ਨਾਲ ਨਾਰਾਜ਼ ਬਹੁਤ ਨੇ ਇਦਾਂ ਦੇ ਲੋਕ। ਸੰਪਟ ਪਾਠ ਇੱਕ ਠੱਗੀ ਜਾਲ ਹੈ। ਗੁਰਬਾਣੀ ਨੂੰ ਠੱਗੀ ਜਾਲ ਬਣਾ ਲਿਆ। ਗੁਰਬਾਣੀ ਕਹਿੰਦੇ ਠੱਗੀ ਛੱਡ ਦੇ। ਡੇਰੇਦਾਰਾਂ ਨੇ ਗੁਰਬਾਣੀ ਨੂੰ ਠੱਗੀ ਜਾਲ ਬਣਾ ਲਿਆ। ਗੁਰਬਾਣੀ ਨੂੰ ਠੱਗੀ ਜਾਲ ਬਣਾ ਲਿਆ। ਸੰਪਟ ਪਾਠਾਂ ਦੇ ਨਾਂ ਦੇ ਠੱਗੀਆਂ ਮਾਰ ਮਾਰ ਕੇ ਦਿੱਲੀ ਤੱਕ ਜ਼ਮੀਨਾਂ ਬਣਾ ਲਈਆਂ। ਬੋਲੋ ਸਤਨਾਮ। ਹਾਂਜੀ, ਠੱਗੀ ਜਾਲ। ਸੋ ਗੁਰਬਾਣੀ ਜਾਦੂ ਟੂਣਾ ਨਹੀਂ, ਅਣਸੁਣੀ ਬਾਣੀ ਦਾ ਕੋਈ ਫਲ ਨਹੀਂ। ਫਲ ਕਿਵੇਂ ਮਿਲਦਾ ਹੈ? ਗੁਰਬਾਣੀ ਧਿਆਨ ਲਾ ਕੇ ਸੁਣੋ, ਭਾਵ ਸਮਝੋ ਗੁਰੂ ਜੀ ਕੀ ਕਹਿੰਦੇ ਹੈ। ਗੁਰੂ ਜੀ ਦੇ ਗਿਆਨ ਨੂੰ ਸਮਝ ਕੇ ਜ਼ਿੰਦਗੀ 'ਚ ਵਰਤਣਾ ਹੀ ਕਰਾਮਾਤ ਹੈ। ਜਦੋਂ ਗਿਆਨ ਨੂੰ ਸਮਝ ਕੇ ਵਰਤੋਗੇ ਹੈਰਾਨੀਜਨਕ ਨਤੀਜੇ ਮਿਲਣਗੇ। ਹੈਰਾਨੀਜਨਕ ਗੁਰਬਾਣੀ ਗਿਆਨ ਨੂੰ ਵਰਤਣਾ ਕਰਾਮਾਤ ਹੈ। ਇਦਾਂ ਕੋਈ ਜਾਦੂ ਟੂਣਾ ਨਹੀਂ ਬਾਣੀ ਵੀ ਅਸੀਂ ਇਦਾਂ ਕੋਈ ਵਿਧੀ ਨਾਲ ਪਾਠ ਕਰ ਦਿਆਂਗੇ, ਅਸੀਂ ਹਿਰੇ ਕਲੌਤੇ ਅਲੱਗ ਚੋਲੇ ਪਾਵਾਂਗੇ, ਅਸੀਂ ਇਦਾਂ ਵਿਧੀ ਨਾਲ ਕਰਾਂਗੇ, ਅਸੀਂ ਬੜੀ ਮੋਟੀ ਬੱਤੀ ਵਟਾਂਗੇ, ਬੜਾ ਘਿਓ ਫੂਕਾਂਗੇ, ਬੜੀ ਸਪੈਸ਼ਲ ਧੂਫ ਬਣਾਵਾਂਗੇ, ਬੜਾ ਇਹ ਕਰਾਂਗੇ, ਤੁਸੀਂ ਅੰਦਰ ਨਾ ਬੜੋ, ਵਿਧੀ ਨਾ ਵਿਗੜ ਜੇ ਕਿਤੇ ਅੰਦਰ। ਇਦਾਂ ਦੀਆਂ ਕੋਈ ਵਿਧੀਆਂ ਨਹੀਂ।
ਤੁਸੀਂ ਤਾਂ ਬਸ ਦੁੱਧ ਵਿੱਚ ਬਦਾਮ ਘੁੱਟ ਕੇ ਪੈ ਚੱਲੋ, ਕਹਿੰਦੇ ਫੱਟੇ ਅਸੀਂ ਆਪ ਹੀ ਚੱਕ ਦਿਆਂਗੇ। ਇਸ ਕਰਕੇ ਇਹ ਹੈ ਠੱਗੀ ਜਾਲ। ਇਦਾਂ ਦੀ ਵੀ ਕਿਸੇ ਕੰਮ ਨਹੀਂ, ਇਹ ਵੀ ਕਿਸੇ ਕੰਮ ਨਹੀਂ। ਧਰਮ ਦੇ ਨਾਂ ਤੇ ਠੱਗੀਆਂ ਯਾਦ ਰੱਖਿਓ। ਧਰਮ ਜਗਤ ਵਿੱਚ ਵੀ ਬੜਾ ਜਾਲ ਪੈ ਗਿਆ, ਇਦਾਂ ਦਾ ਬੜਾ ਜਾਲ ਪੈ ਗਿਆ, ਕੋਈ ਵਿਰਲਾ ਬਚਿਆ। ਇਹਨਾਂ ਜਾਲਾਂ ਦੇ ਵਿੱਚ ਬਾਬੇ ਵੀ ਉਲਝ ਗਏ ਤੇ ਦੁਨੀਆ ਨੂੰ ਵੀ ਉਲਝਾ ਦਿੱਤਾ ਇਹਨਾਂ ਜਾਲਾਂ 'ਚ। ਕਿਉਂ ਆਪ ਉਲਝੇ ਹੋਏ ਨੇ ਉਹ ਵੇਖੇ ਜੰਜਾਲਾਂ 'ਚ, ਤੇ ਲੋਕਾਂ ਤੇ ਵੀ ਉਹੀ ਜਾਲ ਪਾਉਂਦੇ ਆ, ਉਹੀ ਜਾਲ। ਇਸ ਕਰਕੇ ਗੁਰਬਾਣੀ ਦੇ ਗਿਆਨ ਨੂੰ ਸਮਝ ਕੇ ਜ਼ਿੰਦਗੀ 'ਚ ਵਰਤੋ, ਫਿਰ ਦੇਖੋ ਕੀ ਨਤੀਜੇ ਮਿਲਣੇ। ਸੁਣਤ ਕਮਾਵਤ ਹੋ ਤੋ ਉਧਾਰ, ਰਹੋ ਵਿਚਾਰ। ਇਸ ਕਰਕੇ ਗੱਲ ਚੱਲ ਰਹੀ ਸੀ, ਬਿਨ ਹਰ ਸਗਲ ਨਰਾਰਥ ਕਾਮ, ਸੋਇਨਾ ਰੁਪਾ ਮਾਟੀ ਦਾਮ। ਜੇ ਤੂੰ ਪ੍ਰਮਾਤਮਾ ਨਾਲ ਟੁੱਟ ਕੇ ਕੇਵਲ ਸੋਨਾ ਚਾਂਦੀ ਤੇ ਮਾਇਆ ਇਕੱਠੀ ਕਰਨ ਵਾਸਤੇ ਹੀ ਕਰਮ ਕਰਦਾ ਹੈ, ਐਸੇ ਕਰਮ ਕਿਸੇ ਕੰਮ ਨਹੀਂ। ਇਹ ਪੁੱਠੇ ਕੰਮਾਂ ਦਾ ਇਕੱਠਾ ਕੀਤਾ ਸੋਨਾ ਚਾਂਦੀ ਮਾਇਆ ਵੀ ਮਿੱਟੀ ਹੈ। ਸੋਇਨਾ ਰੁਪਾ ਮਾਟੀ ਦਾਮ, ਭਾਵ ਕਿ ਛਲ ਕਪਟ ਠੱਗੀ ਚੋਰੀ ਦੀ ਮਾਇਆ ਕੰਮ ਨਹੀਂ ਆਉਂਦੀ। ਐਸੀ ਵਿੱਤ ਬਣਾਉਂਦਾ ਮਾਲਕ, ਪਾਈ ਹੋਈ ਰਹਿ ਜਾਂਦੀ ਹੈ। ਬੋਲੋ ਸਤਨਾਮ। ਜਾਂ ਐਸੇ ਹਾਲਾਤ ਪੈਦਾ ਕਰ ਦਿੰਦਾ ਪ੍ਰਮਾਤਮਾ ਵੀ ਜਿਸ ਹਾਲਾਤ ਤੇ ਪੈਸਾ ਕੁਝ ਵੀ ਨਹੀਂ ਕਰਦਾ, ਭਾਵੇਂ ਆਸੇ ਪਾਸੇ ਢੇਰੀਆਂ ਲਾ ਦਿੱਤੀਆਂ ਜਾਣ ਮਾਇਆ ਦੀਆਂ, ਸੋਨੇ ਚਾਂਦੀ ਦੀਆਂ, ਰੱਬ ਐਸਾ ਹਾਲਾਤ ਪੈਦਾ ਕਰ ਦਿੰਦਾ ਇੱਥੇ ਆਸੇ ਪਾਸੇ ਪਿਆ ਸੋਨਾ ਚਾਂਦੀ ਰੁਪਈਏ ਕੁਝ ਵੀ ਨਹੀਂ ਕਰਦੇ। ਬੋਲੋ ਸਤਨਾਮ। ਤੁਸੀਂ ਸਮਝਦੇ ਹੋ? ਐਸੇ ਹਾਲਾਤ ਪੈਦਾ ਕਰ ਦਿੰਦਾ ਪ੍ਰਮਾਤਮਾ ਜਿਸ ਹਾਲਾਤ ਦੇ ਉੱਤੇ ਆ ਕੇ ਪੈਸਾ ਕੁਝ ਵੀ ਨਹੀਂ ਕਰਦਾ, ਪੈਸਾ ਕੋਈ ਚੀਜ਼ ਹੀ ਨਹੀਂ ਰਹਿ ਜਾਂਦਾ। ਐਸੇ ਹਾਲਾਤ ਪੈਦਾ ਕਰ ਦਿੰਦਾ ਉਹ। ਇਸ ਕਰਕੇ ਗੁਰੂ ਸਾਹਿਬ ਜੀ ਦਾ ਇੱਕ ਇੱਕ ਵਚਨ ਦੇਖੋ ਸੱਤ ਹੈ ਵੀ ਕਿਸੇ ਕੰਮ ਨਹੀਂ ਭਾਈ ਐਸੇ ਕਰਮ ਕਰਨੇ। ਐਸੇ ਕਰਮ ਸਿਰਫ ਸੋਨੇ ਚਾਂਦੀ ਮਾਇਆ ਵਾਸਤੇ ਜਿਹੜੇ ਤੂੰ ਕੰਮ ਕਰਦਾ ਨਾ ਰੱਬ ਨਾਲ ਟੁੱਟ ਕੇ, ਇਹੋ ਜਿਹੇ ਕਰਮ ਕਿਸੇ ਕੰਮ ਨਹੀਂ। ਬਿਨ ਹਰ ਸਗਲ ਨਿਰਾਰਥ ਕਾਮ, ਸੋਇਨਾ ਰੂਪਾ ਮਾਟੀ ਦਾਮ। ਗੁਰ ਕਾ ਸ਼ਬਦ ਜਾਪ ਮਨ ਸੁਖਾ, ਈਹਾਂ ਊਹਾਂ ਤੇਰੋ ਉਜਲ ਮੁਖਾ। ਗੁਰ ਕਾ ਸ਼ਬਦ ਜਾਪ ਮਨ ਸੁਖਾ, ਗੁਰੂ ਦਾ ਸ਼ਬਦ ਨੂੰ ਜਪ, ਤੇਰੇ ਮਨ ਨੂੰ ਸੁੱਖ ਮਿਲੇਗਾ, ਸ਼ਾਂਤੀ ਮਿਲੇਗੀ। ਗੁਰ ਕਾ ਸ਼ਬਦ ਜਾਪ ਦਾ ਅਰਥ ਕੀ ਹੁੰਦਾ ਜੀ? ਫਿਰ ਦੱਸ ਦੇਵਾਂ। ਜੀਭ ਨਾਲ ਬੋਲ ਕੇ, ਧਿਆਨ ਨਾਲ ਸੁਣ ਕੇ ਵੀ ਗੁਰੂ ਜੀ ਕੀ ਕਹਿੰਦੇ ਨੇ, ਧਿਆਨ ਨਾਲ ਸੁਣ ਕੇ ਮਨ ਵਿੱਚ ਲੈ ਜਾਣਾ ਹੈ। ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣ ਕੇ ਮਨ ਵਿੱਚ ਲੈ ਜਾਣਾ ਹੈ। ਇਦਾਂ ਅਸੀਂ ਜਾਪ ਕਰਨਾ ਹੈ, ਭਾਵ ਗੁਰ ਉਪਦੇਸ਼ ਸੁਣ ਸੁਣ ਕੇ ਸਾਡੇ ਮਨ ਵਿੱਚ ਟਿਕ ਜਾਵੇ। ਫਿਰ ਅਸੀਂ ਕਦੇ ਵੀ ਜਦੋਂ ਮਨ ਵਿੱਚ ਗੁਰੂ ਦਾ ਉਪਦੇਸ਼ ਟਿਕ ਗਿਆ, ਗਿਆਨ ਸਰੂਪ ਸਤਿਗੁਰੂ ਮਨ ਚ ਉਤਰ ਗਿਆ, ਕਦੇ ਵੀ ਅਸੀਂ ਫਿਰ ਗੁਰੂ ਦੇ ਵਚਨ ਤੋਂ ਉਲਟ ਕੋਈ ਕੰਮ ਨਹੀਂ ਕਰ ਸਕਦੇ। ਜਦੋਂ ਗੁਰੂ ਦੀ ਮੂਰਤ ਸਾਡੇ ਮਨ ਚ ਉਤਰ ਗਈ, ਗੁਰੂ ਗਿਆਨ ਦੀ ਮੂਰਤ ਹੈ, ਧਿਆਨ ਨਾਲ ਸੁਣ ਕੇ ਮਨ ਚ ਉਤਰਦੀ ਹੈ, ਫਿਰ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛੜਾਏ। ਫਿਰ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਪੰਕਤੀ ਪੜ੍ਹ ਲਓ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਹੈ ਨਾਲੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਹੈ ਨਾਲੇ। ਸਿਮਰ ਸਿਮਰਤਿ ਸਦਾ ਸੰਭਾਲੇ, ਸਦਾ ਸੰਭਾਲੇ। ਸਿਮਰ ਸਿਮਰਤਿ ਸਦਾ ਸੰਭਾਲੇ, ਸਦਾ ਸੰਭਾਲੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਹੈ ਨਾਲੇ।
ਇਦਾਂ ਗੁਰ ਕਾ ਸ਼ਬਦ ਜਾਪ। ਇਸ ਢੰਗ ਨਾਲ ਜਪਣਾ, ਜਾਪ ਦਾ ਅਰਥ ਸਮਝ ਕੇ ਧਿਆਨ ਨਾਲ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਲੈ ਜਾਣਾ। ਜੇ ਗੁਰੂ ਦਾ ਉਪਦੇਸ਼ ਸੁਣ ਕੇ ਮਨ ਵਿੱਚ ਨਹੀਂ ਉਤਰਿਆ, ਫਿਰ ਅਜੇ ਤੱਕ ਗੁਰੂ ਦੇ ਸ਼ਬਦ ਦਾ ਜਾਪ ਹੋਇਆ ਨਹੀਂ। ਅਜੇ ਤੱਕ ਤੂੰ ਮਕੈਨੀਕਲ ਰੈਪੀਟੀਸ਼ਨ ਕੀਤਾ, ਕੇਵਲ ਜੀਭ ਨਾਲ ਹੀ ਬੋਲਿਆ, ਹਜੇ ਜਾਪ ਨਹੀਂ ਹੋਇਆ। ਬੋਲੋ ਸਤਨਾਮ। ਹਜੇ ਮਸ਼ੀਨੀ ਜਾਪੀ, ਜਿਵੇਂ ਟੇਪ ਰਿਕਾਰਡ ਦੇ ਵਿੱਚ ਆਪਾਂ ਨਾ ਪਾ ਦੇਈਏ, ਜਾਨੀ ਕਿ ਮੰਨ ਲਓ ਨਿਤਨੇਮ ਦੀ ਕੈਸਟ ਪਾਤੀ, ਜਪਜੀ ਸਾਹਿਬ, ਹੁਣ ਟੇਪ ਰਿਕਾਰਡ ਬੋਲ ਰਹੀ ਹੈ, ਇੱਕ ਓਂਕਾਰ ਸਤਨਾਮ ਬੋਲ, ਇਹ ਨਹੀਂ ਕਹਿ ਸਕਦੇ ਵੀ ਟੇਪ ਰਿਕਾਰਡ ਸ਼ਬਦ ਜਪ ਰਹੀ ਹੈ, ਨਹੀਂ, ਉਹ ਤਾਂ ਮਕੈਨੀਕਲ ਰੈਪੀਟੀਸ਼ਨ ਹੈ। ਬੋਲੋ ਸਤਨਾਮ। ਗੱਲ ਸਮਝਣ, ਇਦਾਂ ਜੇ ਤੇਰੀ ਜੀਭ ਟੇਪ ਵਾਂਗੂ ਤਾਂ ਬੋਲ ਜਾਂਦੀ ਹੈ ਗੁਰੂ ਦੀ ਬਾਣੀ, ਪਰ ਗੁਰੂ ਦਾ ਗਿਆਨ ਸੁਣ ਕੇ ਮਨ ਚ ਨਹੀਂ ਉਤਰਿਆ, ਫਿਰ ਤੋਂ ਅਜੇ ਤੱਕ ਗੁਰੂ ਦਾ ਸ਼ਬਦ ਜਪਿਆ ਨਹੀਂ। ਜਪ ਦਾ ਸਮਝ ਆ ਗਿਆ ਨਾ, ਕਈ ਵਾਰੀ ਸਮਝ ਨਹੀਂ ਹੁੰਦੀ ਕਈ ਲਫ਼ਜ਼ਾਂ ਦੀ। ਹਾਂਜੀ, ਜਿੰਨੀ ਦੇਰ ਗੁਰੂ ਦਾ ਉਪਦੇਸ਼ ਮਨ ਚ ਨਹੀਂ ਉਤਰਿਆ, ਅਜੇ ਤੱਕ ਸ਼ਬਦ ਦਾ ਜਾਪ ਹੋਇਆ ਨਹੀਂ ਨਾ। ਜਿਸ ਦਿਨ ਸ਼ਬਦ ਦਾ ਜਾਪ ਹੋ ਗਿਆ, ਜਿੱਦੇ ਗੁਰੂ ਦਾ ਗਿਆਨ ਮਨ ਚ ਉਤਰ ਗਿਆ, ਫਿਰ ਤਾਂ ਸੱਚ ਦਾ ਇਸ਼ਕ ਪੈਦਾ ਹੋ ਗਿਆ। ਫਿਰ ਉਹ ਕਦੇ ਯਾਨੀ ਕਿ ਕਿਸੇ ਝੂਠ ਨਾਲ ਸਮਝੌਤਾ ਜਾਂ ਸਿਧਾਂਤ ਨਾਲ ਸਮਝੌਤਾ ਜਾਂ ਆਪਣੇ ਕੋਈ ਸੁੱਖ ਆਰਾਮ ਸਿਹਤ ਸੁਣੋ ਮਤਲਬ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਕਰਕੇ ਗੁਰੂ ਦਾ ਸ਼ਬਦ ਆਪਾਂ ਭਾਈ ਜਪ ਕਰ ਲਈਏ, ਸਾਰੇ ਗੁਰੂ ਦੇ ਗਿਆਨ ਨੂੰ ਅੰਦਰ ਵਸਾ ਲਈਏ। ਗੁਰ ਕਾ ਸ਼ਬਦ ਜਾਪ ਮਨ ਸੁੱਖਾ। ਫਿਰ ਮਨ ਹੈ ਜਿਹੜਾ ਸੁਖੀ ਹੋ ਜਾਂਦਾ, ਜਦੋਂ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਸੁਣ ਕੇ ਮਨ ਚ ਉਤਰ ਗਿਆ, ਮਨ ਸੁਖੀ ਹੋ ਗਿਆ, ਮਨ ਸ਼ਾਂਤ ਹੋ ਗਿਆ। ਗੁਰ ਕਾ ਸ਼ਬਦ ਜਾਪ ਮਨ ਸੁੱਖਾ, ਇਹਾਂ ਊਹਾਂ ਤੇਰੋ ਉਜਲ ਮੁਖਾ। ਇੱਥੇ ਉੱਥੇ ਭਾਵ ਹਰ ਥਾਂ ਤੇ ਫਿਰ ਤੇਰਾ ਮੁਖ ਉਜਲ ਹੁੰਦਾ ਹੈ, ਤੂੰ ਸੁਰਖਰੂ ਹੋ ਜਾਂਦਾ ਹੈ। ਇਹਾਂ ਊਹਾਂ ਤੇਰੋ ਉਜਲ ਮੁਖਾ। ਅਗਲੀ ਪੰਕਤੀ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਸਾਡੇ ਵੱਡੇ ਵਡੇਰੇ ਵੀ ਮਾਇਕੀ ਕੰਮ ਕਰਦੇ ਕਰਦੇ ਥੱਕ ਕੇ ਭਾਵ ਚਲੇ ਗਏ। ਇਹ ਮਾਇਆ ਦੇ ਕਾਰਜ, ਮਾਇਆ ਦੇ ਕੰਮ ਕਦੇ ਕਿਸੇ ਤੋਂ ਪੂਰੇ ਨਹੀਂ ਹੋਏ, ਭਾਵ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ, ਤ੍ਰਿਸ਼ਨਾ ਅਧੂਰੀ ਰਹਿੰਦੀ ਹੈ, ਕੰਮ ਅਧੂਰੇ ਰਹਿ ਜਾਂਦੇ ਹੈ, ਅਧੂਰੇ ਰਹਿ ਜਾਂਦੇ ਆ। ਸਾਡੇ ਵੱਡੇ ਵਡੇਰੇ ਵੀ ਥੱਕ ਗਏ, ਉਹ ਵੀ ਪੂਰਾ ਨਾ ਕਰ ਸਕੇ, ਨਾ ਭਾਵ ਚਲੇ ਗਏ। ਅਸੀਂ ਵੀ ਇਦਾਂ ਹੀ ਥੱਕ ਜਾਣਾ, ਚਲੇ ਜਾਣੇ, ਪਰ ਮੈਕੀ ਕੰਮ ਕਦੇ ਕਿਸੇ ਤੋਂ ਪੂਰੇ ਨਹੀਂ ਹੋਏ। ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਹਰ ਹਰ ਨਾਮ ਜਪੈ ਜਨ ਕੋਏ, ਤਾਕੀ ਆਸਾ ਪੂਰਨ ਹੋਏ। ਗੁਰੂ ਪਿਤਾ ਜੀ ਕਹਿੰਦੇ, ਜਿਹੜਾ ਵੀ ਕੋਈ ਮਾਲਕ ਦਾ ਸੇਵਕ ਪ੍ਰਮਾਤਮਾ ਦਾ ਨਾਮ ਜਪਦਾ ਹੈ, ਹਰ ਹਰ ਨਾਮ ਜਪੈ ਜਨ ਕੋਏ। ਜਨ ਦਾ ਅਰਥ ਕੀ ਹੁੰਦਾ? ਸੇਵਕ। ਸੇਵਕ ਕੌਣ ਹੁੰਦਾ ਹੈ? ਆਗਿਆਕਾਰੀ। ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕਾ ਸੇਵਕ ਆਗਿਆਕਾਰੀ। ਚਲੋ, ਤਾਂ ਤੇ ਜਿਹੜਾ ਕਹਿੰਦੇ ਪ੍ਰਮਾਤਮਾ ਦਾ ਸੇਵਕ, ਭਾਵ ਜਿਹੜਾ ਪ੍ਰਮਾਤਮਾ ਦੀ ਆਗਿਆ ਵਿੱਚ ਚੱਲਦਾ ਹੈ, ਪ੍ਰਮਾਤਮਾ ਦੀ ਬਾਣੀ ਦੀ ਆਗਿਆ ਵਿੱਚ ਚੱਲਣਾ ਹੀ ਪ੍ਰਮਾਤਮਾ ਦੀ ਆਗਿਆ ਵਿੱਚ ਚੱਲਣਾ ਹੈ। ਆਗਿਆ ਵਿੱਚ ਚੱਲੀਏ ਤਾਂ ਹੀ ਸੱਚੀ ਬੰਦਗੀ ਹੈ ਨਾ। ਬੰਦਗੀ ਦਾ ਅਰਥ ਇਹੀ ਹੈ, ਗੁਰੂ ਦੀ ਸਿੱਖਿਆ ਦੀ ਬੰਦਸ਼ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਯਾਦ ਰੱਖਣਾ। ਜੇ ਅਸੀਂ ਬੰਦੀ ਅੰਦਰ ਨਹੀਂ ਤਾਂ ਸਾਡੀ ਭਗਤੀ ਨਕਲੀ ਹੈ। ਇਹ ਨਹੀਂ ਵੀ ਇਹ ਭਗਤੀ ਹੈ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਕਈ ਕਪਟ ਵੀ ਕਰਦੇ ਆ ਤੇ ਨਾਲ ਨਾਲ ਦਾਵਾ ਵੀ ਕਰਦੇ ਆ ਕਿ ਅਸੀਂ ਪ੍ਰਮਾਤਮਾ ਨੂੰ ਯਾਦ ਵੀ ਕਰਦੇ ਹਾਂ। ਨਾ, ਤੇਰੀ ਭਗਤੀ ਨਕਲੀ ਹੈ। ਚਲੋ, ਤਾਂ ਤੇ ਹੁਣ ਆਪਾਂ ਸਮਝ ਰਹੇ ਸੀ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਹਰ ਹਰ ਨਾਮ ਜਪੈ ਜਨ ਕੋਏ, ਤਾਂ ਕਿ ਆਸਾ ਪੂਰਨ ਹੋਏ। ਜੋ ਵੀ ਕੋਈ ਪ੍ਰਮਾਤਮਾ ਦਾ ਸੇਵਕ ਪ੍ਰਮਾਤਮਾ ਦਾ ਨਾਮ ਜਪਦਾ ਹੈ, ਭਾਵ ਰੱਬੀ ਬਾਣੀ ਮੁਤਾਬਕ ਜੀਵਨ ਜਿਉਂਦਾ ਹੋਇਆ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ, ਤਾਂ ਕਿ ਆਸਾ ਪੂਰਨ ਹੋਏ। ਉਹਦੀ ਆਸਾ ਪੂਰਨ ਹੋ ਜਾਂਦੀ ਹੈ, ਭਾਵ ਉਹਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਆਸਾ ਪੂਰਨ ਦਾ ਭਾਵ ਸਮਝ ਕੇ ਉਹਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਜਿਵੇਂ ਆਪਾਂ ਕਹਿੰਦੇ ਸਵਾਸ ਪੂਰੇ ਹੋ ਗਏ, ਪੂਰਾ ਹੋ ਗਿਆ, ਇਦਾਂ ਆਸਾ ਪੂਰੀ ਹੋ ਗਈ, ਭਾਵ ਅਸ਼ਾਮਾ ਤ੍ਰਿਸ਼ਨਾ ਮਰ ਗਈ। ਬੋਲੋ ਸਤਨਾਮ। ਪੂਰਨ, ਬਸ। ਤਾਂ ਕਿ ਆਸਾ, ਉਹਦੀ ਆਸਾ ਪੂਰਨ ਹੁੰਦੀ ਹੈ, ਉਹ ਤ੍ਰਿਪਤ ਹੁੰਦਾ ਅੰਦਰੋਂ, ਉਹ ਸੰਤੁਸ਼ਟ ਹੁੰਦਾ, ਉਹ ਸੈਟੀਸਫਾਈ ਹੁੰਦਾ, ਜਿਹਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਨਹੀਂ ਤਾਂ ਇੱਥੋਂ ਹਰ ਕੋਈ ਜਾਨੀ ਕਿ ਤੁਰ ਗਿਆ, ਥੱਕ ਗਿਆ, ਪਰ ਇਹ ਕਦੇ ਪੂਰੇ ਨਹੀਂ ਹੋਏ ਕੰਮ। ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਹਰ ਹਰ ਨਾਮ ਜਪੈ ਜਨ ਕੋਏ, ਤਾਂ ਕਿ ਆਸਾ ਪੂਰਨ ਹੋਏ। ਸਮਾਪਤੀ ਦਾ ਬੰਦ ਹੈ ਚੌਥਾ। ਹਰ ਭਗਤਨ ਕੋ ਨਾਮ ਆਧਾਰ। ਹਰੀ ਦੇ ਭਗਤਾਂ ਨੂੰ, ਪ੍ਰਮਾਤਮਾ ਦੇ ਭਗਤਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਹੁੰਦਾ ਹੈ। ਹਰ ਭਗਤਨ ਕੋ ਨਾਮ ਆਧਾਰ। ਸੰਤੀ ਜੀਤਾ ਜਨਮ ਪਾਰ। ਕਹਿੰਦੇ ਸਤ ਸੰਗੀਆਂ ਨੇ ਅਮੋਲਕ ਜਨਮ ਦੀ ਬਾਜੀ ਨੂੰ ਜਿੱਤ ਲਿਆ। ਆ ਸੰਤੀ ਲਫ਼ਜ਼ ਸਮਝੋ, ਸੰਤੀ ਲਫ਼ਜ਼, ਇਹ ਸੰਤ ਲਫ਼ਜ਼ ਦਾ ਬਹੁ ਵਚਨ ਹੈ। ਸੰਤੀ ਬੋਲਣਾ, ਸੰਤਾਂ ਨੇ ਭਾਵ ਸਤ ਸੰਗੀਆਂ ਨੇ। ਦੱਸਦੇ ਮੈਂ ਇੱਥੇ, ਵੈਸੇ ਤਾਂ ਬਹੁਤ ਵਾਰੀ ਦਿਮਾਗ 'ਚ ਗੱਲ ਹੋਈ ਹੈ, ਮੌਕੇ ਤੇ ਗੱਲ ਆ ਗਈ ਹੁਣ। ਇਹ ਸੰਤੀ ਸਤ ਸੰਗੀ, ਇੱਕ ਵਚਨ ਸੰਤ ਸਤਿਗੁਰੂ। ਦੋ ਰੂਪ ਹੁੰਦੇ ਨੇ ਇੱਕ ਸ਼ਬਦ ਦੇ, ਤੁਹਾਨੂੰ ਪਤਾ ਹੀ ਹੈ ਵੀ ਇੱਕ ਵਚਨ ਹੁੰਦਾ ਜਿਵੇਂ ਬਹੁ ਵਚਨ ਹੁੰਦਾ ਹੈ।
ਸੰਤ ਲਫ਼ਜ਼ ਇੱਕ ਵਚਨ ਕੀ ਅਰਥ ਹੈ ਜੀ? ਸੰਤ ਸਤਿਗੁਰੂ। ਬਾਣੀ ਵਿੱਚ ਅਰਥ ਹੈ, ਤੁਹਾਨੂੰ ਸੁਣਾਉਣਾ ਹੈ ਬਾਣੀ ਵੀ, ਮੈਂ ਆਪਣੇ ਕੋਲੋਂ ਨਹੀਂ ਅਰਥ ਕਰ ਰਿਹਾ। ਲੋ ਪੜੋ, ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ, ਕਿਲ ਵਿਖ ਦੁੱਖ ਕਾਟਿਓ ਸਭ ਦੂਰੇ। ਭਾਈ ਸਤਿਗੁਰ ਸੰਤ ਨਾਲ ਜੁੜ ਜਾਈਏ, ਬਸ ਕਿਲ ਵਿਖ ਦੁੱਖ ਸਾਰੇ ਪਾਪ ਦੁੱਖ ਕੱਟੇ ਜਾਣੇ ਹੈ। ਸੱਚੇ ਗਿਆਨ ਨੇ ਮਨ ਦੀ ਮੈਲ ਕੱਢ ਦੇਣੀ ਹੈ। ਕਿਹੜੇ ਸੰਤ ਨਾਲ ਜੁੜ ਗਏ ਜੀ? ਸਤਿਗੁਰ ਸੰਤ ਮਿਲੈ। ਡੇਰੇ ਵਾਲੇ ਨਾਲ ਨਹੀਂ, ਸਤਿਗੁਰ ਸੰਤ ਨਾਲ ਜੁੜ ਗਏ। ਫੈਸਲਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ। ਪਛਾਣ ਆ ਗਈ ਸੰਤ ਦੀ? ਸੰਤ ਸਤਿਗੁਰੂ। ਹੋਰ ਪ੍ਰਮਾਣ ਲੈ ਲਓ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰੇਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ। ਉਹ ਪਿਆਰਾ ਸੰਤ ਕੌਣ ਹੈ? ਪਹਿਲਾਂ ਕਿੱਥੋਂ ਚੱਲਿਆ ਸੀ ਸ਼ਬਦ ਮੇਰਾ ਮਨ ਲੋਚੈ? ਗੁਰੂ ਨੂੰ ਹੀ ਅਗਲੀਆਂ ਪੰਕਤੀਆਂ 'ਚ ਪਿਆਰਾ ਸੰਤ ਕਹਿ ਦਿੱਤਾ। ਬੋਲੋ ਸਤਨਾਮ। ਹੋ ਗਿਆ ਅਰਥ ਬਾਣੀ ਚੋਂ? ਮੈਂ ਤਾਂ ਨਹੀਂ ਅਰਥ ਕੀਤਾ ਕੋਲੋਂ, ਤੁਹਾਡੇ ਸਾਹਮਣੇ ਬਾਣੀ ਪੇਸ਼ ਕੀਤੀ ਹੈ। ਕੌਣ ਪਿਆਰਾ ਸੰਤ? ਗੁਰੂ। ਗੁਰੂ ਦਾ ਸਰੂਪ ਕੀ ਹੈ? ਨੂਰੀ। ਸਤਿਪੁਰਸ਼ ਆਪਣੇ ਬਚਨਾਂ 'ਚ ਸਮਾਏ ਹੁੰਦੇ ਨੇ, ਜਿਵੇਂ ਬਾਸ਼ਨਾ ਫੁੱਲਾਂ 'ਚ ਸਮਾਈ ਹੁੰਦੀ ਹੈ। ਸਤਿਪੁਰਸ਼ ਆਪਣਾ ਦੇ ਬਚਨਾਂ 'ਚ ਸਮਾਏ ਹੁੰਦੇ ਹੈ। ਇਸ ਕਰਕੇ ਗੁਰਬਾਣੀ ਹੀ ਸਤਿਗੁਰ ਦਾ ਨੂਰੀ ਸਰੂਪ ਹੈ। ਸਤਿਗੁਰ ਬਚਨ ਹੈ, ਸਤਿਗੁਰ ਪਾਦਰ ਮੁਕਤ। ਸਤਿਗੁਰੂ ਕਿੱਥੇ ਹੈ? ਸਤਿਗੁਰ ਆਪਣੇ ਬਚਨਾਂ ਦੇ ਵਿੱਚ ਹੀ ਹੈ। ਸਤਿਗੁਰ ਨਾਲ ਜੁੜਨਾ ਹੀ ਸੰਤ ਨਾਲ ਜੁੜਨਾ ਹੈ। ਭਾਵ ਗੁਰਬਾਣੀ ਨਾਲ ਜੁੜਨਾ ਹੀ ਸੰਤ ਸਤਿਗੁਰੂ ਨਾਲ ਜੁੜਨਾ ਸਿੱਧ ਹੋ ਗਿਆ। ਹੋਰ ਪ੍ਰਮਾਣ ਲੈ ਲਓ ਇੱਕ, ਕਿਉਂ ਜ਼ਿਆਦਾ ਸਮਾਂ ਨਹੀਂ ਹੁਣ। ਉਹ ਕੀ? ਲਓ ਜੀ, ਹੁਣ ਤੁਸੀਂ ਪੜ੍ਹਿਓ, ਤਕਰੀਬਨ ਜਾਣਦੇ ਹੋਵੋਗੇ, ਸੌਖੇ ਸੌਖੇ ਪ੍ਰਮਾਣ ਹੈ। ਗਿਆਨ ਅੰਜਨ ਗੁਰੂ ਦੀ ਗੱਲ ਚੱਲ ਪਈ, ਧਿਆਨ 'ਚ ਰੱਖਿਓ। ਹੁਣ ਤੇ ਸੰਤ ਵਾਲੀ ਪੰਕਤੀ ਛਾਂਟ ਲੈਂਦੇ ਆ, ਕਹਿਣ ਦਾ ਭਾਵ ਇੱਕ ਪੰਕਤੀ ਦਾ ਆਜ਼ਾਦ ਅਰਥ ਨਹੀਂ ਹੁੰਦਾ, ਪੂਰਾ ਪ੍ਰਕਰਨ ਸਮਝਣਾ ਹੁੰਦਾ ਵੀ ਗੱਲ ਕੀ ਚੱਲ ਰਹੀ ਹੈ ਇੱਥੇ। ਹੁਣ ਗੁਰੂ ਦੀ ਗੱਲ ਚੱਲ ਰਹੀ ਹੈ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹੁਣ ਪਹਿਲੀ ਪੰਕਤੀ ਅਰਥ ਸਮਝੋ। ਗਿਆਨ ਅੰਜਨ ਗੁਰ ਦੀਆ, ਗੁਰ ਦੇ ਰਾਜ ਨੂੰ ਹੁਸ਼ਿਆਰੀ ਹੈ। ਦੱਸਣਾ ਪੈਂਦਾ ਵੀ ਹੁਸ਼ਿਆਰੀ ਦਾ ਵੀ ਅਰਥ ਹੈ ਇਹ ਤਾਂ। ਤੇ ਗੁਰੂ ਨੇ, ਜੋ ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ ਹੈ। ਗਿਆਨ ਅੰਜਨ ਦਾ ਅਰਥ ਹੁੰਦਾ ਸੁਰਮਾ। ਕਿੱਥੇ ਪਾਵਾਂਗੇ ਗਿਆਨ ਦੇ ਸੁਰਮੇ ਨੂੰ? ਸੁਰਤ ਦੀ ਅੱਖ 'ਚ। ਭਾਵ ਅੰਜਨ ਗੁਰ ਦੀਆ, ਜਿਵੇਂ ਬਾਹਰਲਾ ਸੁਰਮਾ ਸਥੂਲ ਅੱਖਾਂ 'ਚ ਪਾਇਆ ਜਾਂਦਾ ਹੈ, ਤੇ ਗਿਆਨ ਦਾ ਸੁਰਮਾ ਕਿਹੜੀ ਅੱਖ 'ਚ ਪਾਉਣਾ? ਸੁਰਤ ਦੀ ਅੱਖ 'ਚ। ਭਾਵ ਕਿ ਗੁਰੂ ਦੇ ਗਿਆਨ ਨੂੰ ਸੁਰਤ ਮੰਡਲ ਵਿੱਚ ਵਸਾਓ। ਗੁਰੂ ਦੇ ਗਿਆਨ ਨੂੰ ਸੋਚ ਮੰਡਲ ਦਾ ਹਿੱਸਾ ਬਣਾਓ, ਕਹਿ ਲਓ। ਗੁਰੂ ਦੇ ਗਿਆਨ, ਜਦੋਂ ਗੁਰੂ ਦਾ ਗਿਆਨ ਸੁਰਤ ਮੰਡਲ ਵਿੱਚ ਟਿਕ ਗਿਆ, ਭਾਵ ਗਿਆਨ ਦੇ ਸੁਰਮੇ ਨੂੰ ਅਸੀਂ ਸੁਰਤ ਦੀ ਅੱਖ 'ਚ ਪਾ ਲਿਆ, ਗਿਆਨ ਅੰਜਨ ਗੁਰ ਦੀਆ, ਕੀ ਹੋਇਆ ਫਿਰ? ਅਗਿਆਨ ਅੰਧੇਰ ਵਿਨਾਸ਼। ਫਿਰ ਅਗਿਆਨਤਾ ਦਾ ਅੰਧੇਰਾ ਖਤਮ ਹੋ ਗਿਆ। ਕਦੋਂ? ਜਦੋਂ ਗੁਰੂ ਦਾ ਗਿਆਨ ਸੁਰਤ ਵਿੱਚ ਵਸ ਗਿਆ। ਅੱਗੇ ਪੰਕਤੀ ਪੜੋ। ਹਰ ਕਿਰਪਾ ਤੇ ਜਿਹਨੇ ਗੁਰਬਾਣੀ ਦੇ ਗਿਆਨ ਨੂੰ, ਪਹਿਲੀ ਪੰਕਤੀ ਨਾਲ ਰਲਾ ਕੇ ਅਰਥ ਕਰੋ, ਜਿਹਨੇ ਗੁਰਬਾਣੀ ਦੇ ਗਿਆਨ ਨੂੰ ਸੁਰਤ 'ਚ ਵਸਾ ਲਿਆ, ਉਹਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਮਨ ਨੂੰ ਸੰਤ ਮਿਲ ਗਿਆ। ਲੋ ਸਤਨਾਮ। ਹੋ ਗਿਆ ਅਰਥ। ਡੇਰਿਆਂ ਵਾਲੇ ਅਰਥ ਕੋਈ ਨਹੀਂ ਕਰਦੇ, ਉਹ ਤਾਂ ਸੰਤ ਵਾਲੀ ਪੰਕਤੀ ਛਾਂਟ ਕੇ ਹਰ ਕਿਰਪਾ ਤੇ ਸੰਤ ਭੇਟਾ ਕੱਲੀ ਪੰਕਤੀ ਪੜ੍ਹ ਕੇ, ਭਾਈ ਬਸ ਸੰਤ ਤਾਂ ਵੱਡੀ ਕਿਰਪਾ ਨਾਲ ਹੀ ਮਿਲਦਾ। ਦੱਸਦੇ ਹੈ ਨਹੀਂ, ਖੋਲਦੇ ਨਹੀਂ ਵੀ ਕਿਵੇਂ ਮਿਲਦਾ, ਸੰਤ ਕੌਣ ਹੈ, ਇਹ ਕੋਈ ਨਹੀਂ ਦੱਸਦੇ। ਮਗਰੋਂ ਫਿਰ ਭੋਲੇ ਲੋਕ ਗੱਡੀਆਂ ਮਗਰ ਭੱਜੇ ਫਿਰਦੇ ਆ। ਬੋਲੋ ਸਤਨਾਮ। ਕੋਈ ਗੱਡੀਆਂ ਨੂੰ ਧੱਕੇ ਲਾਉਂਦਾ ਫਿਰਦੇ, ਮੰਡੋਲੇ ਵਾਲੀ ਗੱਡੀ ਨੂੰ ਧੱਕੀ ਫਿਰਦੇ ਆ, ਕਿ ਤਾਂ ਧੱਕੀ ਫਿਰਦੇ ਬਾਬੇ ਦੀਆਂ ਗੱਡੀਆਂ। ਫਿਰ ਕਿ ਪੰਥ ਵੀ ਗੁੱਸਾ ਬੋਲਦਾ, ਦੱਸ ਲੈ ਕਈ ਚਾਦਰਾਂ ਵਸਾਓ, ਬਾਬਾ ਆ ਗਿਆ ਕੋ ਮਹਿੰਦੀ ਲੱਗੀ ਨੇ ਇਹਦੇ। ਬੋਲੋ ਸਤਨਾਮ। ਵਸਾਓ ਚਾਦਰਾਂ, ਸਿੱਟੋ ਫੁੱਲ, ਫੋਕੇ ਜਾਂ ਫੋਕੇ ਫੈਰਿੰਗ ਕਰਨਗੇ। ਬਾਬਾ ਜੀ ਆ ਕੇ ਫੈਰ ਕਰੋ, ਚਾਦੇ ਥਾਂ ਤੇ ਕੋਈ ਚੱਲਦੀ ਨਹੀਂ ਕਦੇ, ਫੋਕੇ ਹੀ ਕਰੀ ਜਾਂਦੇ ਬਾਬੇ ਹੁੰਦੇ ਆ ਜੀ ਅਸੀਂ। ਸ਼ਰਮ ਲਾ ਦਿੱਤੀ। ਰਹੋ ਵਿਚਾਰ। ਹੁਣ ਲੱਗ ਗਿਆ ਪਤਾ ਜੀ ਸੰਤ ਕਿਵੇਂ ਮਿਲਦਾ ਹੈ? ਗੁਰਬਾਣੀ ਦੇ ਗਿਆਨ ਨੂੰ ਸੁਰਤ ਵਿੱਚ ਜਿਹਨੇ ਵਸਾ ਲਿਆ, ਉਹਨੂੰ ਪਰਮਾਤਮਾ ਦੀ ਕਿਰਪਾ ਨਾਲ ਸੰਤ ਮਿਲ ਗਿਆ। ਮਨ ਦੇ ਤਲ ਤੇ ਸੰਤ ਸਤਿਗੁਰੂ ਦਾ ਮੇਲ ਹੋ ਗਿਆ। ਮਨ ਦੇ ਤਲ ਤੇ ਸਤਿਗੁਰ ਮਿਲਦਾ ਨਾ, ਤਨ ਦੇ ਤਲ ਤੇ ਨਹੀਂ ਸਤਿਗੁਰ ਮਿਲਦਾ। ਪਿਰਥੀ ਚੰਦ ਨੂੰ ਸਤਿਗੁਰ ਨਹੀਂ ਮਿਲਿਆ। ਕਿਉਂ? ਕਿਉਂਕਿ ਉਹਨੇ ਧਿਆਨ ਨਾਲ ਗੁਰੂ ਉਪਦੇਸ਼ ਨੂੰ ਸੁਣਿਆ ਨਹੀਂ। ਇੱਕੋ ਘਰ ਰਹਿੰਦਾ ਹੋਇਆ ਚੌਥੇ ਪਾਤਸ਼ਾਹ ਨੇ, ਇੱਕੋ ਘਰ ਚ ਰਹਿੰਦਾ, ਚੌਥੇ ਦਾ ਪੁੱਤ ਹੈ, ਕੋਲੇ ਰਹਿੰਦੇ ਹੋਏ ਪਿਰਥੀ ਚੰਦ ਨੂੰ ਸਤਿਗੁਰ ਨਹੀਂ ਮਿਲਿਆ। ਤਨ ਨੂੰ ਕੋਈ ਸਤਿਗੁਰ ਨਹੀਂ ਮਿਲਦਾ। ਸਤਿਗੁਰ ਦਾ ਮੇਲ ਮਨ ਦੇ ਤਲ ਤੇ ਹੁੰਦਾ। ਕਦੋਂ? ਜਦੋਂ ਕਿ ਧਿਆਨ ਲਾ ਕੇ ਸੁਣ ਕੇ ਗੁਰੂ ਦੇ ਗਿਆਨ ਨੂੰ ਮਨ ਵਿੱਚ ਲੈ ਜਾਂਦਾ ਹੈ। ਬੋਲੋ ਸਤਨਾਮ। ਸਿੱਧ ਹੋ ਗਿਆ, ਸੰਤ ਮਿਲ ਗਿਆ। ਜਿਹੜਾ ਗੁਰਬਾਣੀ ਦੇ ਗਿਆਨ ਨਾਲ ਜੁੜ ਗਿਆ, ਉਹਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸੰਤ ਮਿਲ ਗਿਆ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਫਿਰ ਗੁਰੂ ਬਾਬਾ ਜੀ ਕਹਿੰਦੇ ਉਹਦੇ ਮਨ ਵਿੱਚ ਚਾਨਣ ਹੋ ਗਿਆ। ਚਾਨਣ ਕਿਹਨੇ ਕੀਤਾ? ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸ ਹੈ। ਫਿਰ ਦੇਹ ਤਾਂ ਨਹੀਂ ਚਾਨਣ ਕਰਦੀ, ਮਨ ਚ ਤਾਂ ਬਾਣੀ ਚਾਨਣ ਕਰਦੀ। ਅਸੀਂ ਇੱਥੋਂ ਵੀ ਸਿੱਧ ਹੋ ਗਿਆ ਅਗਲੇ ਪੰਕਤੀ ਤੋਂ, ਮਨ ਪ੍ਰਗਾਸ ਤੋਂ ਵੀ ਗੁਰਬਾਣੀ ਜਿਹਦੇ ਮਨ ਚ ਵਸ ਗਈ, ਉਹਦਾ ਸੰਤ ਨਾਲ ਮੇਲ ਹੋ ਗਿਆ। ਸੰਤ ਸਤਿਗੁਰੂ ਮਿਲ ਗਿਆ ਉਹਨੂੰ, ਮਨ ਦੇ ਤਲ ਤੇ ਸਤਿਗੁਰ ਨਾਲ ਜੁੜ ਗਿਆ। ਉਹ ਸਿੱਧ ਹੋ ਗਿਆ। ਬਾਣੀ ਨਾਲ ਜੁੜਨਾ, ਸੰਤ ਨਾਲ ਜੁੜਨਾ। ਜੇ ਕੋਈ ਫਰਕ ਹੈ ਤਾਂ ਦੱਸ ਦਿਓ। ਇਦਾਂ ਇਹ ਰਿਹਾ ਜੀ। ਇੱਕ ਵਚਨ ਬਹੁ ਵਚਨ, ਗੁਰੂ ਦੀ ਸਾਰੀ ਸੰਗਤ। ਸੰਤ ਦਾ ਬਹੁ ਵਚਨੀ ਅਰਥ ਕੀ ਹੈ? ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ। ਅਰਥ ਕੀ ਬਣੂ? ਆਓ ਸਤਸੰਗੀ ਪਿਆਰਿਓ, ਅਕਥ ਦੀ ਕਹਾਣੀ ਕਰਾਂ।
ਜਿੱਥੇ ਬਹੁ ਉੱਥੇ ਸਤ ਸੰਗੀ ਸਾਰੀ ਗੁਰੂ ਦੀ। ਇਹ ਨਹੀਂ ਵੀ ਜਾਨੀ ਕਿ ਸੰਤ ਸਿੱਖਾਂ ਤੋਂ ਵੱਖਰੇ ਹੁੰਦੇ ਐ, ਨਾ ਜੀ, ਸਾਰੇ ਸਤ ਸੰਗੀਆਂ ਨੂੰ ਬਹੁਵਚਨ ਰੂਪ ਦੇ ਵਿੱਚ ਕਹਿ ਦਿੱਤਾ, ਬਹੁਵਚਨ ਚ। ਇਸ ਕਰਕੇ ਜਿਹਨੂੰ ਮੱਥੇ ਟਿਕਾਉਣ ਦਾ ਚਸਕਾ ਪੈ ਜੇ ਤਾਈਓ ਫਿਰ ਸਿੱਖ ਨਹੀਂ ਰਹਿੰਦਾ। ਉਹ ਕਹਿੰਦੇ ਨਹੀਂ ਜੀ ਮੈਂ ਤਾਂ ਸੋਥੋਂ ਵੱਖਰਾ ਹਾਂ, ਮੈਂ ਸੋਥੋਂ ਵੱਖਰਾ ਹਾਂ। ਨਾ 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 ਨਾ, ਸਾਰਿਆਂ ਨੂੰ ਕਹਿਤਾ ਆਵੋ ਸੰਤ ਪਿਆਰਿਓ, ਇਕੱਠੀ ਕਰਾਂ ਕਹਾਣੀ। ਤੇ ਕਿਤੇ ਕੀ ਕਹਿ ਦਿੱਤਾ ਸਤ ਸੰਗੀਆਂ ਨੂੰ, ਕਿਤੇ ਤੁਹਾਨੂੰ ਸਿੱਧ ਕਰਾਂ ਵੀ ਸਿੱਖ ਤੇ ਸੰਤ ਬਹੁਵਚਨ ਰੂਪ ਦੇ ਵਿੱਚ ਇੱਕ ਅਰਥ ਹੈ, ਵੱਖਰਾ ਨਹੀਂ। ਆਨੰਦ ਸਾਹਿਬ ਚ ਲੈ ਲਓ, ਪਹਿਲਾਂ ਤਾਂ ਪੜ੍ਹ ਲਿਆ ਆਵੋ ਸੰਤ ਪਿਆਰਿਓ, ਤੇ ਕਿਤੇ ਆਨੰਦ ਸਾਹਿਬ ਚ ਗੁਰੂ ਜੀ ਇੱਕ ਹੋਰ ਪੌੜੀ ਵਿੱਚ ਕੀ ਕਹਿੰਦੇ, ਇਹ ਪੌੜੀ, ਇਹ ਪੰਕਤੀ ਪੜ੍ਹ ਲਓ। ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਆਵੋ ਸਿੱਖ ਸਤ ਗੁਰੂ ਕੀ ਪਿਆਰੇ ਹੋ, ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਆਵੋ ਸਿੱਖ ਸਤ ਗੁਰੂ ਕੀ ਪਿਆਰੇ ਹੋ, ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ, ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਆਵੋ ਸਿੱਖ ਸਤ ਗੁਰੂ ਕੀ ਪਿਆਰੇ ਹੋ, ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ, ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਆਵੋ ਸਿੱਖ ਸਤ ਗੁਰੂ ਕੀ ਪਿਆਰੇ ਹੋ। ਵਾਹਿਗੁਰੂ। ਦੋਨੇ ਪੌੜੀਆਂ ਨੂੰ ਰਲਾਓ। ਦੇਖੋ ਬਾਣੀ ਦਾ ਸਬੰਧ ਕੀ ਖੁੱਲਦੇ ਨੇ ਨਾ। ਕਿਤੇ ਤਾਂ ਕਹਤਾ ਆਵੋ ਸੰਤ ਪਿਆਰਿਓ ਕਥ ਕੀ ਕਰਾਂ ਕਹਾਣੀ, ਕਿਤੇ ਕਹਤਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ, ਕਿਤੇ ਸਤ ਸੰਗਿਆਂ ਨੂੰ ਸਿੱਖ ਕਹਿਤਾ, ਕਿਤੇ ਸਾਰੇ ਸਤ ਸੰਗਿਆਂ ਨੂੰ ਸੰਤ ਕਹਿਤਾ। ਬੋਲੋ ਸਤਨਾਮ। ਵੀ ਬਹੁਵਚਨੀ ਅਰਥ ਸਤ ਸੰਗੀ ਦਾ। ਜਦੋਂ ਅਰਥ ਕਰਾਂਗੇ ਆਵੋ ਸੰਤ ਪਿਆਰਿਓ ਦਾ ਅਰਥ ਕੀ ਬਣ ਗਿਆ? ਇੱਥੇ ਇਹ ਨਹੀਂ ਵੀ ਡੇਰਿਆਂ ਨੂੰ ਆਵਾਜ਼ਾਂ ਮਾਰੀਆਂ ਵੀ ਤੁਸੀਂ ਆ ਜਾਓ ਡੇਰਿਆਂ ਵਾਲਿਓ। ਹੁਣ ਡੇਰਿਆਂ ਨੂੰ ਆਵਾਜ਼ਾਂ ਮਾਰਦੇ ਗੁਰੂ ਜਦੋਂ ਕਹਿੰਦੇ ਆਵੋ ਸੰਤ ਪਿਆਰਿਓ, ਕਿਹਨੂੰ ਆਵਾਜ਼ਾਂ ਮਾਰਦੇ ਆ? ਸੰਗਤਾਂ ਨੂੰ ਆਵਾਜ਼ਾਂ ਮਾਰਦੇ ਆ। ਬੋਲੋ ਸਤਨਾਮ। ਸਿੱਧ ਹੋ ਗਿਆ ਬਾਣੀ ਤੋਂ। ਸਤ ਸੰਗੀ ਬਹੁਵਚਨੀ ਅਰਥ ਸਤ ਸੰਗੀ ਹੁੰਦਾ ਸੰਤ ਲਫ਼ਜ਼ ਦਾ, ਇੱਕ ਵਚਨੀ ਅਰਥ ਹੁੰਦਾ ਹੈ ਯਾਨੀ ਕਿ ਸੰਤ ਸਤਿਗੁਰੂ। ਤੇ ਕਿਤੇ ਪ੍ਰਮਾਤਮਾ ਨੂੰ ਵੀ ਬਾਣੀ ਚ ਸੰਤ ਕਿਹਾ। ਭਾਗ ਹੋਆ ਗੁਰ ਸੰਤ ਮਿਲਾਇਆ, ਮੇਰਾ ਕਰਮ ਖੁੱਲ ਗਿਆ, ਗੁਰੂ ਨੇ ਮੈਨੂੰ ਸੰਤ ਮਿਲਾ ਦਿੱਤਾ। ਕਿਹੜਾ ਸੰਤ ਮਿਲਾਇਆ? ਗੁਰੂ ਤੋਂ ਵੱਡਾ ਸੰਤ ਕਿਹੜਾ ਹੈ? ਅਗਲੀ ਪੰਕਤੀ ਪੜ੍ਹੋ, ਅਰਥ ਸਪਸ਼ਟ ਹੋ ਜੂ। ਪ੍ਰਭ ਅਵਨਾਸੀ, ਘਰ ਮੈਂ ਪਾਇਆ, ਅਵਨਾਸ਼ੀ ਪ੍ਰਮਾਤਮਾ ਨੂੰ ਪਹਿਲੀ ਪੰਕਤੀ ਵਿੱਚ ਸੰਤ ਕਹਿ ਦਿੱਤਾ। ਗੁਰੂ ਨੇ ਮੈਨੂੰ ਸੰਤ ਮਿਲਾ ਦਿੱਤਾ। ਕਿਹੜਾ? ਪ੍ਰਮਾਤਮਾ। ਗੁਰੂ ਨੇ ਇੱਥੇ ਸੰਤ ਲਫ਼ਜ਼ ਦਾ ਕੀ ਅਰਥ ਬਣ ਗਿਆ? ਗੁਰੂ ਨੇ ਮੈਨੂੰ ਪ੍ਰਮਾਤਮਾ ਮਿਲਾਤਾ। ਮਿਲਿਆ ਕਿੱਥੋਂ? ਪ੍ਰਭ ਅਵਨਾਸੀ ਘਰ ਮੈਂ ਪਾਇਆ। ਉਹ ਪ੍ਰਮਾਤਮਾ ਰੂਪੀ ਸੰਤ ਮੈਨੂੰ ਸਰੀਰ ਦੇ ਵਿੱਚੋਂ ਹੀ ਮਿਲ ਗਿਆ। ਬੋਲੋ ਸਤਨਾਮ। ਹੋ ਗਿਆ ਅਰਥ। ਪੰਥ ਫਰੀਦਨ ਦਾ ਕੋਈ ਅਰਥ ਹੀ ਨਹੀਂ ਕੀਤਾ ਕੋਲੋਂ। ਗੱਲ ਬਾਣੀ ਦੀ ਗੱਲ ਸਮਝੋ। ਇਸ ਕਰਕੇ ਇਦਾਂ ਇੱਕ ਇੱਕ ਲਫ਼ਜ਼ ਦੇ ਕਿੰਨੇ ਅਰਥ ਹੁੰਦੇ ਨੇ। ਸੋ ਗੁਰਬਾਣੀ ਵਿੱਚ ਇਹਨਾਂ ਅਰਥਾਂ ਵਿੱਚ ਇਹ ਨਹੀਂ ਵੀ ਜਿਹੜਾ ਘਰ-ਬਾਰ ਛੱਡ ਕੇ ਡੇਰਾ ਬਣਾ ਕੇ ਬਹਿ ਗਿਆ ਸੰਤ ਬਾਬਾ ਬਣ ਗਿਆ, ਜਾਂ ਇੱਕ ਨਾਲ ਪੱਖੀ ਵਾਲਾ ਰੱਖ ਲਓ। ਸੰਤ ਦੀ ਕੁਆਲੀਫਿਕੇਸ਼ਨ ਇੱਕ ਪੱਖੀ ਵਾਲਾ ਰੱਖ ਲਓ, ਨਾਲ ਇੱਕ ਗੜਬੇ ਵਾਲਾ ਰੱਖ ਲਓ, ਇੱਕ ਤੌਲਗੇ ਵਾਲਾ, ਇੱਕ ਜੁੱਤੀ ਚੱਕਣ ਵਾਲਾ ਰੱਖ ਲਓ। ਕਹਿੰਦੇ ਮਹਾਂਪੁਰਖ ਹੈ। ਬੋਲੋ ਸਤਨਾਮ। ਵੀ ਟਕਵਾਂਜੇ ਕਰੋ, ਕਹਿੰਦੇ ਮਾਂ ਸਾਦਾਪਨ ਰੱਖੋ। ਫਿਰ ਨਹੀਂ, ਹਾਂ ਬਸ ਇਹ ਕਰ ਲਓ। ਕਈਆਂ ਤਾਂ ਮੈਂ ਦੇਖਿਆ ਨਾ, ਭਾਵੇਂ ਗਰਮੀ ਨਾ ਹੋ ਪੱਖੀ ਨਾਲ ਹੀ ਦੱਸਦੇ ਪੱਖੀ ਵਾਲਾ। ਸਟੇਟਸ ਬਣ ਗਿਆ ਨਾ ਸੰਤ ਦਾ। ਜਿਵੇਂ ਬਾਡੀਗਾਰਡ ਨਹੀਂ ਰੱਖਦੇ ਕਈ, ਡਰ ਕੋਈ ਨਹੀਂ ਹੁੰਦਾ ਬਾਡੀਗਾਰਡ। ਉਹ ਆਖਣਗੇ, ਲੋਕ ਆਖਣਗੇ ਵੀ ਹੈਗਾ ਕੁਛ ਇੱਕ ਦੋ ਬਾਡੀਗਾਰਡ ਚਾਹੀਦੇ ਆ। ਇਦਾਂ ਸੰਤਾਂ ਦਾ ਸਟੇਟਸ ਪੁਆਇੰਟ ਹੈ ਵੀ ਪੱਖੀ ਵਾਲਾ ਚਾਹੀਦਾ ਹੈ। ਬੋਲੋ ਸਤਨਾਮ। ਪੱਖੀ ਵਾਲਾ ਨਾ ਮੱਖੀ ਉਡਾਊ। ਹੁਣ ਪੱਖੀ ਵਾਲਾ ਜਿਹੜਾ ਮੱਖੀ ਨਹੀਂ ਆਪਣੇ ਤੋਂ ਉਡਾ ਸਕਦਾ ਕੀ ਕਰ ਦੂ ਉਹ? ਨਾ ਗੁਰੂ ਸਾਹਿਬ ਨੇ ਇਹੋ ਜਿਹੇ ਰੱਖੇ ਸੀ ਆਪਦੇ ਨਾਲ ਜਿਹੜੇ ਮੱਖੀ ਵੀ ਨਾ ਉਡਾ ਸਕਣ। ਇਹੋ ਜਿਹੇ ਪੋਲੜ ਜਿਹੇ ਰੱਖੇ ਸੀ ਨਾਲ ਵੀ ਇਹਨੂੰ ਤਿੰਨ ਜਾਣੇ ਫੜ ਕੇ ਸਟੇਜ ਤੇ ਚੜਾਉਣਾ। ਖਾਲਸਾ ਕਾਲ ਪੁਰਖ ਕੀ ਫੌਜ ਆ ਨਾ। ਤੇ ਅੱਜ ਡੇਰਿਆਂ ਵਾਲੇ ਬਾਬੇ ਕਿਹੋ ਜੀ ਫੌਜ ਨੂੰ ਢਿੱਡ ਨਹੀਂ ਚੱਕੇ ਜਾਂਦੇ ਆਪਦੇ ਨਾਲ। ਬੋਲੋ ਸਤਨਾਮ। ਨਾ ਫੌਜੀ ਦਾ ਐਡਾ ਢਿੱਡ ਹੁੰਦਾ, ਫੌਜੀ ਦਾ ਐਡੇ ਐਡੇ ਹੁੰਦੇ ਨੇ। ਫੌਜ ਦੇਖਿਆ? ਫੌਜ ਹੈ ਕੋਈ ਫੌਜ ਦਾ ਲੱਛਣ? ਇਹੋ ਜਿਹੇ ਰੱਖੇ ਸੀ ਗੁਰੂ ਜੀ ਨੇ ਨਾਲ ਪੋਲੜ ਜੇ ਵੀ ਲੋਕਾਂ ਦਾ ਖਾ ਕੇ ਠੱਗੀਆਂ ਮਾਰ ਕੇ ਚੱਕੀ ਫਿਰੋ। ਦੇਹਾਂ ਤਾਂ ਚੱਕੀਆਂ ਨਹੀਂ ਜਾਂਦੀਆਂ। ਫੌਜ ਇਹੋ ਜਿਹੀ ਹੁੰਦੀ ਹੈ। ਇਹੋ ਜਿਹੇ ਤਿਆਰ ਕੀਤੇ ਸੀ ਗੁਰੂ ਨੇ। ਹੈ ਇਹੋ ਜਿਹੇ ਪੋਲੜ ਜੇ ਨਹੀਂ ਸੀ ਨਾਲ ਗੁਰੂ ਦੇ। ਬੋਲੋ ਸਤਨਾਮ। ਹਾਂਜੀ ਇਹੋ ਜਿਹੇ ਨਹੀਂ ਸੀਗੇ। ਇਹ ਗੱਲਾਂ ਸਮਝੋ ਇਹਨਾਂ ਦੀਆਂ।
ਚਲੋ ਰਹੋ ਵਿਚਾਰ ਤਾਂ ਤੇ ਨੁਕਤਿਆਂ ਨੂੰ ਸਮਝ ਲਿਆ। ਹੁਣ ਆਪਾਂ ਬਾਣੀ ਵਿੱਚੋਂ ਸਮਝ ਲਿਆ, ਲਫ਼ਜ਼ ਅਰਥ ਤੁਹਾਨੂੰ ਬਾਣੀ ਵਿੱਚੋਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ। ਇਸ ਕਰਕੇ ਆਪਾਂ ਸੰਤ ਸਤਿਗੁਰੂ ਨਾਲ ਜੁੜਨਾ ਤੇ ਆਪਾਂ ਗੁਰੂ ਦੇ ਸਤਸੰਗੀ ਬਣਨਾ। ਸਾਰੇ ਸਤਸੰਗੀਆਂ ਨੂੰ ਕਹਿੰਦੇ ਨੇ, ਹੋਰ ਲੈ ਲਓ ਪ੍ਰਮਾਣ, ਸੰਤੋ ਸੁਣੋ, ਸੁਣੋ ਜਨ ਭਾਈ ਗੁਰ ਕਾਢੀ ਬਾਂਹ। ਸੰਤ ਹੋਦਾ ਭਾਵ ਸਤਸੰਗੀਓ ਸੁਣੋ, ਸੁਣਨ ਵਾਲਿਆਂ ਨੂੰ ਕਹੀ ਜਾਂਦੇ ਗੁਰੂ ਸਪਸ਼ਟ ਤੁਹਾਡੇ ਸਾਹਮਣੇ, ਸੁਣਨ ਵਾਲਿਆਂ ਨੂੰ ਕਹੀ ਜਾਂਦੇ ਸਾਰਿਆਂ ਨੂੰ। ਹੋਰ ਕਿਹੜੇ ਡੇਰੇ ਵਾਲਿਆਂ ਨੂੰ ਥੋੜਾ ਕਹਿੰਦੇ ਆ। ਗੁਰਮਤਿ ਵਿੱਚ ਤਾਂ ਡੇਰੇ ਨੂੰ ਥਾਂ ਹੀ ਕੋਈ ਨਹੀਂ ਵੀ ਘਰ-ਬਾਰ ਛੱਡ ਕੇ ਡੇਰਾ ਬਣਾ ਲਓ। ਨਾ ਗੁਰੂ ਜੀ ਕਹਿੰਦੇ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਵਹੇ ਘਰ-ਬਾਰ ਛੱਡੀ ਫਿਰਦਾ ਦਾ ਅਸਲ ਹੈ। ਚਲੋ ਇਸ ਕਰਕੇ ਹਾਂਜੀ ਉਸ ਆਪਾਂ ਸਮਾਪਤੀ ਦੀਆਂ ਪੰਕਤੀਆਂ ਤੇ ਆ ਜਾਈਏ। ਹੁਣ ਗੱਲ ਚੱਲ ਰਹੀ ਸੀ ਹਰ ਭਗਤਨ ਕੋ ਨਾਮ ਆਧਾਰ। ਪਰਮਾਤਮਾ ਦੇ ਪਿਆਰਿਆਂ ਨੂੰ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੁੰਦਾ। ਸੰਤੀ ਜੀਤਾ ਜਨਮ ਅਪਾਰ। ਗੁਰੂ ਦੇ ਸਤਸੰਗੀਆਂ ਨੇ ਅਮੋਲਕ ਜਨਮ ਦੀ ਬਾਜੀ ਜਿੱਤ ਲਈ, ਅਮੋਲਕ ਜਨਮ ਦੀ ਬਾਜੀ ਜਿੱਤ ਲਈ, ਜੀਵਨ ਸਫਲ ਕਰ ਲਿਆ। ਸੰਤੀ ਯਾਦ ਰੱਖਿਓ, ਸਤਸੰਗੀਆਂ ਨੇ ਜੀਤਾ ਜਨਮ ਅਪਾਰ। ਅੱਗੇ ਹਰ ਸੰਤ ਕਰੇ ਸੋਈ ਪ੍ਰਵਾਨ। ਆ ਗਿਆ ਹਰ ਸੰਤ, ਜੋ ਪਰਮਾਤਮਾ ਸੰਤ ਜੀ ਨੇ ਉਪਦੇਸ਼ ਦਿੱਤਾ ਹੈ। ਗੁਰਬਾਣੀ ਕਿਹਦੀ ਹੈ ਜੀ? ਪਰਮਾਤਮਾ ਸੰਤ ਦਾ ਉਪਦੇਸ਼ ਨਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ। ਤੇ ਜਿਹਨੇ ਇਹ ਹਰੀ ਸੰਤ ਦੇ ਉਪਦੇਸ਼ ਨੂੰ ਭਾਵ ਕੇ ਰੱਬੀ ਬਾਣੀ ਦੇ ਉਪਦੇਸ਼ ਨੂੰ ਭਾਵ ਅਰਥ ਲੈ ਲਓ ਕਬੂਲ ਕਰ ਲਿਆ। ਹਰ ਸੰਤ ਕਰੇ ਸੋਈ ਪ੍ਰਵਾਨ। ਜੋ ਉਪਦੇਸ਼ ਕਰਦੇ ਨੇ ਰੱਬੀ ਬਾਣੀ, ਰੱਬੀ ਬਾਣੀ ਜੋ ਸਤਿਗੁਰ ਸੰਤ ਜੀ ਉਪਦੇਸ਼ ਦੇ ਰਹੇ ਆ, ਉਹ ਪ੍ਰਵਾਨ ਕਰ ਲੈਂਦੇ, ਜਿਹੜੇ ਕਬੂਲ ਕਰ ਲੈਂਦੇ ਵੀ ਹਾਂ ਸੱਤ ਹੈ। ਬਹੁਤਿਆਂ ਦਾ ਮਨ ਤਾਂ ਕਬੂਲ ਕਰਦਾ ਨਹੀਂ ਨਾ, ਵਿਰਲੇ ਵਿਰਲੇ ਕਬੂਲ ਕਰਦੇ। ਹੁਣ ਤਾਂ ਸਮਾਂ ਹੋ ਗਿਆ ਰਮਜ ਮਾਤਰ ਦੇਵਾਂ। ਜਿਵੇਂ ਕੀ ਕਹਿ ਦਿੱਤਾ ਸਤਿਗੁਰ ਸੰਤ ਨੇ, ਰੱਬੀ ਬਾਣੀ ਨੇ ਕੀ ਕਹਿ ਦਿੱਤਾ? ਸਰਵੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ। ਇੱਕੋ ਹੀ ਸੱਚਾ ਪ੍ਰਮਾਤਮਾ, ਸਾਰੇ ਦੂਜਾ ਕੋਈ ਨਹੀਂ। ਇੱਕੋ ਪੰਗਤੀ ਨੇ ਸਾਰੇ ਦੇਵੀ ਦੇਵਤੇ ਬਾਬੇ ਪੀਰਾਂ ਦਾ ਭੋਗ ਪਾਤਾ, ਕਿਉਂਕਿ ਸਰਵੰਗ ਸਾਚਾ ਇੱਕ ਦੂਜਾ। ਹੁਣ ਬਿਰਲਿਆਂ ਦੇ ਮਨ ਨੇ ਤਾਂ ਮੰਨ ਜਾਣਾ, ਜਿਹਦਾ ਮਨ ਨਾ ਮੰਨਿਆ ਉਹਨੇ ਫਿਰ ਇਕੱਠੇ ਹੋ ਕੇ ਗੱਲਾਂ ਕਰਨੀਆਂ। ਨੌ ਭਾਈ ਚੀਜ਼ਾਂ ਸਾਰੀਆਂ ਹੈਗੀਆਂ, ਉਹ ਭਾਈ ਮੈਂ ਤਾਂ ਨਹੀਂ ਗੱਲਾਂ ਬਣਾਈਆਂ, ਸ਼ਕਤੀਆਂ ਸਾਰੀਆਂ ਹੈਗੀਆਂ, ਲੈ ਗੁਰੂ ਤੋਂ ਸਿਆਣੇ ਜਮਾਨੇ ਬੈਠੇ ਆ। ਕਿਉਂ? ਕਿਉਂਕਿ ਗੁਰੂ ਦੇ ਵਚਨ ਨੂੰ ਮਨ ਨੇ ਕਬੂਲ ਨਹੀਂ ਕੀਤਾ। ਤੇ ਭੈਣਾਂ ਨੇ ਵੀ ਇਕੱਠੇ ਹੋ ਕੇ ਇਹੀ ਗੱਲਾਂ ਕਰਨੀਆਂ। ਜੇ ਮਨ ਨੇ ਨਾ ਮੰਨਿਆ ਗੁਰੂ ਸੰਤ ਦਾ, ਸਤਿਗੁਰ ਸੰਤ ਦਾ ਉਪਦੇਸ਼, ਇਦਾਂ ਹੀ ਕਰਨਾ ਭੈਣੇ ਚੀਜ਼ਾਂ ਸਾਰੀਆਂ ਨਾ ਭੈਣੇ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ। ਨਾ ਭੈਣੇ ਸਾਰਿਆਂ ਨੂੰ ਮੰਨਣਾ ਪੈਂਦਾ, ਬਾਬੇ ਤਾਂ ਐਵੇਂ ਮਾਰੀ ਜਾਂਦੇ ਆ। ਬੋਲੋ ਸਤਨਾਮ। ਭਾਵੇਂ ਗੁਰਬਾਣੀ ਦੀ ਗੱਲ ਨੂੰ ਕੀ ਕਹਿ ਦਿੱਤਾ? ਬਾਬੇ ਤਾਂ ਐਵੇਂ ਮਾਰੀ ਜਾਂਦੇ ਆ। ਚੇਲੇ ਦੀ ਗੱਲ ਮੰਨ ਲਈ, ਜੋ ਗੁਰੂ ਨੇ ਕਿਹਾ ਦੂਜਾ ਹੈ ਨਹੀਂ ਕੋਈ। ਗੁਰੂ ਦੀ ਗੱਲ ਮੰਨਿਆ ਨਹੀਂ, ਪਖੰਡੀ ਦੀ ਮੰਨ ਗਿਆ। ਦੁਨੀਆ ਪਖੰਡੀਆਂ ਦੀਆਂ ਝੂਠੀਆਂ ਗੱਲਾਂ ਮੰਨੀ ਜਾਂਦੀ ਹੈ, ਗੁਰੂ ਦੀ ਸੱਚੀ ਨਹੀਂ ਮੰਨਦੇ। ਬੋਲੋ ਸਤਨਾਮ। ਤਾਂ ਹੀ ਤਾਂ ਧੱਕੇ ਖਾਂਦੇ ਆ ਫਿਰ, ਗੁਰੂ ਦੀ ਸੱਚੀ ਨਹੀਂ ਮੰਨਦੇ। ਗੁਰੂ ਜੀ ਕਹਿੰਦੇ ਦੂਜਾ ਕੱਲ ਨੂੰ ਵਿਆਖਿਆ ਕਰਾਂਗੇ, ਦੂਜਾ ਕੋਈ ਨਹੀਂ ਨਾ। ਕਾਰਨ ਭਰਾਵਾ ਦੂਸਰ ਤੇ ਦੂਸਰ ਨਾ ਹੀ ਕੋਈ ਪਾਠ ਕਰਨ ਵਾਲੇ ਦੂਜੇ ਪਾਸੇ ਮੂੰਹ ਚੱਕੀ ਫਿਰਨ, ਫਿਰ ਤਾਂ ਕਹਿਣੀ ਪਊਗਾ ਜੀਵ ਤਾਂ ਬਾਣੀ ਪੜ੍ਹਦੇ, ਚੰਦਰਾ ਮਨ ਨਹੀਂ ਮੰਨਦਾ। ਜੀਵ ਨੇ ਤਾਂ ਪੜ੍ਹ ਲਿਆ, ਦੂਸਰ ਨਾ ਹੀ ਕੋਈ ਮਨ ਕਹਿੰਦਾ ਨਹੀਂ ਸਾਰਾ ਕੁਛ ਹੀ ਹੈਗਾ, ਚੱਲਦੇ ਆ। ਬੋਲੋ ਸਤਨਾਮ। ਸਿੱਧੀ ਪਰਚੋਲ ਕਰੋ, ਸੌਖੀਆਂ ਗੱਲਾਂ ਨਹੀਂ। ਹੋਰ ਕੀ ਸਿੱਧੀ ਪਰਚੋਲ ਕਰ ਲਓ? ਮਨ ਕਦੋਂ ਮੰਨਦਾ ਗੁਰੂ ਨੂੰ? ਮਨ ਤਾਂ ਕਬੂਲ ਹੀ ਨਹੀਂ ਕਰ ਰਿਹਾ। ਮਨ ਤਾਂ ਕਹਿ ਰਿਹਾ ਨਾ 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 ਨਾ, ਇਹਦਾ ਮਤਲਬ ਮਨ ਹੀ ਕਹਿ ਰਿਹਾ ਵੀ ਗੁਰੂ ਸਾਹਿਬ ਕਹਿੰਦੇ ਦੂਸਰ ਨਾ ਹੀ ਕੋਈ। ਨਹੀਂ ਸਾਰਾ ਕੁਛ ਹੀ ਹੈਗਾ। ਮਨ ਤਾਂ ਰੱਦ ਕਰਦਾ ਗੁਰੂ ਦੇ ਉਪਦੇਸ਼ ਨੂੰ। ਪਰ ਜਿਹੜਾ ਮੰਨ ਲਵੇ ਉਪਦੇਸ਼ ਨੂੰ, ਸਮਾਪਤੀ ਦੀ ਪੰਕਤੀ ਚੱਲ ਰਹੀ ਹੈ ਹੁਣ, ਹਰ ਸੰਤ ਕਰੇ ਸੋਈ ਪ੍ਰਵਾਨ। ਜੋ ਹਰੀ ਸੰਤ ਜੀ ਨੇ ਰੱਬੀ ਬਾਣੀ ਨੇ ਉਪਦੇਸ਼ ਕੀਤਾ, ਜਿਹੜਾ ਪ੍ਰਵਾਨ ਕਰ ਲੈਣ, ਮਨ ਕਰਕੇ ਕਬੂਲ ਕਰ ਲੈਣ ਵੀ ਹਾਂ ਇੱਕ ਇੱਕ ਵਚਨ ਸੱਤ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਗੁਰ ਸਿੱਖੋ, ਸਤਿਗੁਰ ਦੀ ਬਾਣੀ ਸਤ ਸਤ ਕਰਕੇ ਜਾਣੋ, ਰੱਬੀ ਬਾਣੀ ਸਤ ਕਰਕੇ ਜਾਣੋ। ਬਾਣੀ ਐਂ ਸਮਝ ਲਓ ਵੀ ਪ੍ਰਮਾਤਮਾ ਦੀ ਬੋਲ ਹੈ, ਐਂ ਸਮਝ ਲਓ ਬਾਣੀ ਪ੍ਰਮਾਤਮਾ ਦੇ ਰੂਪ ਹੈ। ਬਾਹ ਬਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਹਰ ਸੰਤ ਕਰੇ ਸੋਈ ਪ੍ਰਵਾਨ, ਨਾਨਕ ਦਾਸ ਤਾਕੈ ਕੁਰਬਾਨ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਜਿਹੜੇ ਰੱਬੀ ਬਾਣੀ ਦੀ ਗੱਲ ਮੰਨ ਲੈਂਦੇ ਹੈ। ਬੋਲੋ ਸਤਨਾਮ। ਸ਼ਬਦ ਦੀ ਵਿਚਾਰ ਸੰਪੂਰਨ। ਚਲੋ ਇਹ ਆਪਾਂ ਬੜੇ ਵਿਸਥਾਰ ਤੇ ਵਿਚਾਰ ਕੀਤੀ ਹੈ। ਸਾਰੀ ਵਿਚਾਰ ਸੁਣਨ ਤੋਂ ਬਾਅਦ ਕਿਸੇ ਭੈਣ ਭਰਾ ਨੂੰ ਕੋਈ ਸ਼ੰਕਾ ਰਹਿ ਗਿਆ ਹੋਵੇ, ਉਹ ਬੜੇ ਸ਼ਲੀਕੇ ਨਾਲ ਪ੍ਰਸ਼ਾਦਾ ਛਕਣ ਤੋਂ ਬਾਅਦ ਦਾਸ ਨਾਲ ਆ ਕੇ ਗੱਲ ਕਰ ਸਕਦਾ ਹੈ। ਜੇ ਕੋਈ ਸ਼ੰਕਾ ਰਹਿ ਜਾਵੇ ਨਾ, ਆਪਣਾ ਸ਼ੰਕਾ ਦੂਰ ਕਰਕੇ ਜਾਇਓ, ਨਾਲ ਨਾ ਲੈ ਕੇ ਜਾਇਓ। ਕੋਈ ਸ਼ੰਕਾ ਨਾਲ ਰਹਿ ਜੇ ਨਾ, ਫਿਰ ਉਹ ਕੰਡੇ ਵਾਂਗੂ ਚੁਭੀ ਜਾਂਦਾ ਕੰਡਾ। ਇਸ ਕਰਕੇ ਆਪਣਾ ਸ਼ੰਕਾ ਕਿਸੇ ਨੂੰ ਰਹਿ ਗਿਆ, ਉਹ ਦੂਰ ਕਰ ਸਕਦਾ ਪ੍ਰਸ਼ਾਦਾ ਛਕਣ ਤੋਂ ਬਾਅਦ। 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ। ਆਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਪਾਇਆ ਸਹਿਜ ਜੀਤੀ ਮਨ ਬਗੀਆਂ ਬਤਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ ਜਬ ਹੋਤਾ ਗਾਵੋ ਹਰੀ ਕੇਰਾ ਮਨ ਬਿਨੀ ਵਸਾਇਆ ਕਾਹੈ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰਨਾਨੀ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਵੇ ਵਿਸਾਰਨਾ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਨੀ ਵਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਤੀਰ ਸਭ ਕਿਛ ਹੈ ਜਿੱਤੇ ਹੀ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਵਾਚੇ ਕਵਤ ਕਨੀਰੀ ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਾਧ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਾਦਾ ਕੁਰਬਾਨ ਕੀਤਾ ਗੁਰੂ ਵਿਚ ਹੋ ਜਿਸ ਦੀਆਂ ਹੀ ਵਡਿਆਈਆਂ ਕਾਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਚੀ ਪੰਚ ਸ਼ਬਦ ਸਿੱਖ ਘਰ ਸਭਾਕੈ ਕਾਰ ਸਭਾਕੈ ਸ਼ਬਦ ਵਾਚੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸਤ ਕੀਤੀ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਾਹੇ ਨਾਨਕ ਸਹਿ ਸੁਖ ਸੋਆ ਇਤ ਕਾਇਨ ਸਦਵਾਜੀ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਗਲ ਭਵ ਪਾਇਆ ਉਤਰੇ ਭਗਵ ਸੂਰੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੰਤ ਸਾਜਣ ਭੇਤ ਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਨਾਨਕ ਗੁਰ ਚਰਨ ਲਾਗੀ ਵਾਜੀ ਖਣ ਪਦ ਸੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਸੰਗਤਾਂ ਦਾ ਧੰਨਵਾਦ, ਬੜੇ ਪਿਆਰ ਦੇ ਨਾਲ ਸੁਣਿਆ ਹੈ। ਅਰਦਾਸ ਵਿੱਚ ਇੱਕ ਮਨ ਹੋ ਜੁੜ ਜਾ।